जिसम है अमृत ज्ञान है मानक भगत वैराग। गुरु ग्रंथ साहिब उदद बंदों कर अनुराग। श्री सतगुर शब्द कमाए जिन जीते पंच विकार। तिन संतन को बंदना सिर चरणन पगतार। नराज छंद गुरु गोबिंद सिंह जी निखंग चाप धारनंग। आनंद दा मुकंद बरिंद बैरनंग बिदारनंग। हृदय सदीव दास के निवास हंत त्रास को। भतार बिंद मुंजलंग नमो नमो अनास को। वाहिगुरु जी का खालसा वाहिगुरु जी की फतेह। नराज छंद गुरु गोबिंद सिंह जी निखंग चाप धारनंग। गुरु श्री नानक प्रकाश ग्रंथ अध्याय 18वां उत्तरार्ध। कवि संतोख सिंह जी मंगल करते हैं श्री गुरु गोबिंद सिंह सच्चे पातशाह जी का। गुरु गोबिंद सिंह जी निखंग चाप धारनंग। श्री गुरु गोबिंद सिंह महाराज जो कि बो ਅਤੇ ਕੂਹ ਨੂੰ ਧਾਰਨ ਵਾਲੇ ਹਨ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਹਨ ਜਿਨ੍ਹਾਂ ਨੇ ਆਪਣੇ ਸਰੀਰ ਦੇ ਉੱਤੇ ਪਾਤਸ਼ਾਹ ਜੀ ਨੇ ਪੱਥਾ ਤੇ ਕਮਾਨ ਨੂੰ ਧਾਰਨ ਕੀਤਾ ਹੋਇਆ ਹੈ। ਆਨੰਦ ਦਾ ਮੁਕੰਦ ਬਰਿੰਦ ਬੈਰ ਨੰਗ ਬਿਦਾਰ ਨੰਗ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਰੂਪ ਨੂੰ ਵਰਣਨ ਕਰਕੇ ਕਵੀ ਸੰਤੋਖ ਸਿੰਘ ਜੀ ਅੱਗੇ ਉਹਨਾਂ ਦੇ ਸੁਭਾਅ ਬਾਰੇ ਕਹਿੰਦੇ ਹਨ ਕਿ ਉਹ ਆਨੰਦ ਦਾ ਮੁਕੰਦ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਨੰਦ ਦੇ ਦਾਤੇ ਹਨ ਤੇ ਮੁਕੰਦ ਮੁਕਤੀ ਦੇ ਦਾਤੇ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਬਹੁਤ ਦਿਆਲ ਹਨ ਜੋ ਬਰਿੰਦ ਬੈਰਣੰ ਬਿਰਧਾਰਣੰ ਕਹਿਣਗੇ ਬਹੁਤ ਸਾਰੇ ਜੋ ਕਿ ਦੁਸ਼ਮਣਾਂ ਨੂੰ ਜੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੋ ਕਿ ਅੰਦਰਲੇ ਦੁਸ਼ਮਣ ਹਨ ਤੇ ਬਾਹਰਲੇ ਦੁਸ਼ਮਣਾਂ ਨੂੰ ਮਾਰਨ ਵਾਲੇ ਹਨ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਾਰੇ ਹੀ ਦੁਸ਼ਮਣਾਂ ਨੂੰ ਦੂਰ ਕਰਨ ਵਾਲੇ ਹਨ ਤੇ ਆਨੰਦ ਤੇ ਮੁਕਤੀ ਦਾਤੇ ਹਨ। ਹਿਰਦੇ ਸਦੀਵ ਦਾਸ ਕੇ ਨਿਵਾਸ ਹੰਤ ਤਰਾਸ ਕੋ। ਅਰਦਾਸ ਕਰਦੇ ਹਨ ਕਵੀ ਸੰਤੋਖ ਸਿੰਘ ਜੀ ਕਿ ਹੇ ਸੱਚੇ ਪਾਤਸ਼ਾਹ ਜੀ ਆਪ ਜੀ ਸਦਾ ਹੀ ਆਪਣੇ ਦਾਸਾਂ ਦੇ ਹਿਰਦੇ ਵਿੱਚ ਵਸਣ ਵਾਲੇ ਹੋ ਜਿਹਦੇ ਕਰਕੇ ਹੰਤ ਤਰਾਸ ਕੋ ਜਿਹਦੇ ਕਰਕੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਸਾਰੇ ਹੀ ਜਿਹੜੇ ਹਨ ਭੈ ਡਰ ਦੂਰ ਹੋ ਜਾਂਦੇ ਹਨ। ਹੇ ਸੱਚੇ ਪਾਤਸ਼ਾਹ ਜੋ ਆਪ ਜੀ ਜਿਸ ਵੀ ਹਿਰਦੇ ਵਿੱਚ ਵਸਦੇ ਹੋ ਜਿਹੜਾ ਵੀ ਕੋਈ ਦਾਸ ਜਾਣ ਕੇ ਆਪ ਜੀ ਕਿਰਪਾ ਕਰਦੇ ਹੋ ਉਸ ਦੇ ਸਾਰੀ ਭੈ ਡਰ ਨੂੰ ਫਿਅਰ ਨੂੰ ਦੂਰ ਕਰ ਦਿੰਦੇ ਹੋ। ਪਤਾਰ ਬਿੰਦ ਮੁੰਜਲੰਗ ਨਮੋ ਨਮੋ ਅਨਾਸ ਕੋ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵੱਲ ਧਿਆਨ ਧਾਰ ਕੇ ਇਹੀ ਅਰਦਾਸ ਕਰਦੇ ਹਨ ਕਿ ਹੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਜੋ ਕਵਲਾਂ ਵਰਗੇ ਸੁੰਦਰ ਹਨ ਪਾਤਸ਼ਾਹ ਜੀ ਮੈਂ ਮਨ ਕਰਕੇ ਸਰੀਰ ਕਰਕੇ ਆਪ ਜੀ ਨੂੰ ਨਮਸਕਾਰ ਕਰਦਾ ਹਾਂ। ਸ੍ਰੀ ਬਾਲਾ ਸੁੰਦਰ ਵਾਚ ਚੌਪਈ ਸ੍ਰੀ ਅੰਗਦ ਸੁਨ ਪਰਮ ਸੁਜਾਨਾ। ਭਾਈ ਬਾਲਾ ਜੀ ਜੋ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਸ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਨਮ ਸਾਖੀ ਨੂੰ ਵਰਣਨ ਕਰ ਰਹੇ ਹਨ। ਪਾਤਸ਼ਾਹ ਜੀ ਨੂੰ ਸੰਬੋਧਨ ਕਰਕੇ ਭਾਈ ਬਾਲਾ ਜੀ ਕਹਿੰਦੇ ਹਨ ਸ੍ਰੀ ਅੰਗਤ ਹੇ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਪਰਮ ਸੁਜਾਨਾ ਆਪ ਜੀ ਬਹੁਤ ਸਿਆਣੇ ਹੋ ਸ੍ਰਿਸ਼ਟ ਕਰਕੇ ਆਪ ਜੀ ਸਿਆਣੇ ਹੋ ਆਪ ਜੀ ਸ੍ਰਿਸ਼ਟ ਕਰਕੇ ਸਭ ਕੁਝ ਜਾਣਨ ਵਾਲੇ ਹੋ। ਪਾਤਸ਼ਾਹ ਜੀ ਆਪ ਜੀ ਅੰਤਰਜਾਮੀ ਹੋ ਪਰ ਦਾਸਾਂ ਨੂੰ ਇਹ ਆਪ ਜੀ ਨੇ ਸੇਵਾ ਦਿੱਤੀ ਹੈ ਇਸ ਕਰਕੇ ਇਹ ਕਥਾ ਆਪ ਜੀ ਸਰਵਣ ਕਰੋ। ਬੋਲਿਓ ਬਹਰ ਬੈਨ ਮਰਦਾਨਾ। ਉਸ ਵੇਲੇ ਭਾਈ ਬਾਲਾ ਜੀ ਨੇ ਵਰਣਨ ਕੀਤੀ ਸਾਖੀ ਕਹਿੰਦੇ ਜਦੋਂ ਬੈਠੇ ਸਨ ਜਿਸ ਤਰ੍ਹਾਂ ਆਪ ਜੀ ਨੇ 17ਵੇਂ ਅਧਿਆਏ ਵਿੱਚ ਸੁਣਿਆ ਹੈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਬਾਲਾ ਤੇ ਭਾਈ ਮਰਦਾਨਾ ਦੇ ਨਾਲ ਸਤਿਗੁਰੂ ਜੀ ਚੱਲੇ ਹਨ ਤੇ ਸਤਿਗੁਰਾਂ ਨੇ ਭਾਈ ਬਾਲੇ ਨੂੰ ਜਿਹੜਾ ਹੈ ਆਪਣੇ ਨਾਲ ਤੇ ਭਾਈ ਮਰਦਾਨੇ ਨੂੰ ਆਪਣੇ ਨਾਲ ਲੈ ਕਰਕੇ ਲੰਕਾ ਜਾਂ ਰਾਮਚੰਦਰ ਦੀ ਜੋ ਸਾਖੀ ਭਾਈ ਮਰਦਾਨੇ ਨੇ ਪੁੱਛੀ ਸੀ ਵੀ ਕਿਸ ਪ੍ਰਕਾਰ ਕਰਕੇ ਰਾਮਚੰਦਰ ਨੇ ਜੋ ਕਿ ਇੱਕ ਸੇਤ ਇੱਕ ਬ੍ਰਿਜ ਬਣਾਈ ਸੀ ਜੋ ਲੰਕਾ ਨੂੰ ਜਾਣ ਵਾਸਤੇ ਉਹ ਸਾਰੀ ਸਾਖੀ ਆਪ ਜੀ ਨੇ 17ਵੇਂ ਅਧਿਆਏ ਵਿੱਚ ਸੁਣੀ ਹੈ। ਹੁਣ ਅੱਗੇ ਭਾਈ ਮਰਦਾਨਾ ਜੀ ਬੋਲਦੇ ਹਨ ਪੁੱਛਦੇ ਹਨ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਰਘੁਬਰ ਸੇਤ ਜੋ ਬੰਧਨ ਕੀਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਰਘੁਬਰ ਜੋ ਰਾਮਚੰਦਰ ਜੀ ਨੇ ਤ੍ਰੇਤੇ ਯੁੱਗ ਵਿੱਚ ਜੋ ਕਿ ਉਹਨਾਂ ਨੇ ਇਹ ਸੇਤ ਬ੍ਰਿਜ ਜਾਂ ਪੁੱਲ ਜਿਹੜਾ ਬੰਨਣਾ ਕੀਤਾ ਸੀ ਬਣਾਇਆ ਸੀ ਤੇ ਉੱਪਰ ਕੋ ਚਲੋ ਪ੍ਰਬੀਨਾ। ਸਤਿਗੁਰੂ ਜੀ ਕਿਰਪਾ ਕਰਕੇ ਆਪਾਂ ਵੀ ਉਸ ਪੁੱਲ ਦੇ ਉੱਤੇ ਚੜ੍ਹ ਕਰਕੇ ਲੰਕਾ ਨੂੰ ਚੱਲੀਏ। ਹੇ ਪ੍ਰਬੀਨਾ
ਆਪ ਜੀ ਸਿਆਣੇ ਹੋ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ। ਭਾਈ ਮਰਦਾਨਾ ਕਹਿੰਦਾ ਸਤਿਗੁਰੂ ਜੀ ਆਪਾਂ ਵੀ ਚੱਲ ਕੇ ਚੱਲੀਏ। ਜਿਸ ਤਰ੍ਹਾਂ ਰਾਮਚੰਦਰ ਜੀ ਵਾਨਰ ਸੈਨਾ ਜਾਂ ਬਾਂਦਰਾਂ ਦੀ ਸੈਨਾ ਨੂੰ ਲੈ ਕੇ ਉਸ ਪੁਲ ਤੇ ਚੜ੍ਹ ਕਰਕੇ ਲੰਕਾ ਤੇ ਧਾਵਾ ਕੀਤਾ ਸੀ, ਸਤਿਗੁਰੂ ਜੀ ਆਪਾਂ ਵੀ ਉਹੀ ਪੁਲ ਤੇ ਚੜ੍ਹੀਏ। ਗੁਰ ਕਹਿ ਲੰਕਾ ਕੇ ਕਿਆ ਮੋਰਾ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਦੀ ਬੇਨਤੀ ਨੂੰ ਸੁਣ ਕਰਕੇ ਸਤਿਗੁਰਾਂ ਜੀ ਨੇ ਬਚਨ ਕੀਤੇ, ਕਹਿੰਦੇ ਲੰਕਾ ਤੇ ਕੀ ਮੋਰਾ। ਕਹਿਣਗੇ ਉਸ ਵੇਲੇ ਜਿਸ ਵੇਲੇ ਰਾਮਚੰਦਰ ਨੇ ਰਾਵਣ ਨੂੰ ਮਾਰ ਦਿੱਤਾ, ਜਿਹੜਾ ਹੈ ਉਹ ਯੁੱਧ ਜਿੱਤ ਲਿਆ ਤੇ ਜਿਹੜਾ ਹੈ ਭੀਸ਼ਣ ਨੂੰ ਰਾਜ ਲੰਕਾ ਦਾ ਦੇ ਕਰਕੇ ਜਦੋਂ ਵਾਪਸ ਰਾਮਚੰਦਰ ਜੀ ਮੁੜੇ, ਜਿਹੜਾ ਹਨ ਸੀਤਾ ਲక్ష్మణ ਤੇ ਆਪਣੀ ਸੈਨਾ ਸਮੇਤ, ਤਬ ਹੀ ਰਾਮ ਸੇਤ ਦੇ ਤੋਰਾ। ਉਸ ਵੇਲੇ ਰਾਮਚੰਦਰ ਨੇ ਜਦੋਂ ਸਾਰੀ ਸੈਨਾ ਪਾਰ ਹੋ ਗਈ ਤਾਂ ਰਾਮਚੰਦਰ ਨੇ ਆਪਣੀ ਸੈਨਾ ਨੂੰ ਕਿਹਾ ਕਿ ਇਹ ਪੁਲ ਤੋੜ ਦਿਓ, ਹੁਣ ਇਹ ਪੁਲ ਹੁਣ ਪੱਕਾ ਨਹੀਂ ਰੱਖਣਾ, ਇਸ ਨੂੰ ਇਸ ਵੇਲੇ ਤੋੜਨ ਦੇ ਨਾ ਕਰੋ। ਪੰਥ ਗਮਨ ਕੋ ਤਾਂ ਪਰ ਨਾਹੀ। ਉਸ ਵੇਲੇ ਜਿਹੜਾ ਹੈ ਤੋੜਿਆ ਹੋਇਆ ਜਿਹੜਾ ਬ੍ਰਿਜ ਸੀਗਾ, ਸੇਤ ਸੀਗਾ, ਇਹ ਤੋੜ ਦਿੱਤਾ ਤੇ ਜਿਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਮਰਦਾਨੇ ਨੂੰ ਕਹਿੰਦੇ ਹਨ, ਮਰਦਾਨਿਆ ਹੁਣ ਉਹਦੇ ਉੱਤੇ ਚੱਲਿਆ ਨਹੀਂ ਜਾਣਾ ਕਿਉਂਕਿ ਉਹ ਪੁਲ ਟੁੱਟ ਗਿਆ ਹੈ। ਰਹੀ ਨਿਸ਼ਾਨੀ ਸਾਗਰ ਮਾਹੀ। ਪਰ ਉਸ ਦੀਆਂ ਨਿਸ਼ਾਨੀਆਂ ਹਜੇ ਵੀ ਸਾਗਰ, ਉਸ ਜਿਹੜਾ ਹਨ ਸਮੁੰਦਰ ਵਿੱਚ ਦਿਖਾਈ ਦਿੰਦੀਆਂ ਹਨ, ਉਸ ਦੀਆਂ ਨਿਸ਼ਾਨੀਆਂ ਉੱਥੇ ਹੀ ਰਹਿ ਗਈਆਂ ਹਨ। ਕਹਿੰਦੇ ਬਾਕੀ ਜਿਹੜੇ ਚਟਾਨ ਹਨ ਉਹ ਲੱਗੇ ਹੋਏ ਹਨ, ਚਟਾਨ ਹਜੇ ਦਿਸ ਰਹੇ ਹਨ, ਪਰ ਉਹ ਪੁੱਲ ਹੁਣ ਕੋਈ ਨਹੀਂ ਰਹਿ ਗਿਆ ਉੱਥੇ। ਨਾਮ ਜੋਰ ਸੋ ਰਗ ਕੁਲ ਕੀਤਾ। ਦੇਖੋ ਜਿਹੜਾ ਹਨ ਰਾਮਚੰਦਰ ਨੇ ਇਹ ਪੁੱਲ ਨੂੰ ਕਿਸ ਤਰ੍ਹਾਂ ਬਣਾਇਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨਾਮ ਦੇ ਜ਼ੋਰ ਨਾਲ, ਨਾਮ ਦੀ ਸ਼ਕਤੀ, ਉਹ ਪਰਮੇਸ਼ਰ ਦੀ ਸ਼ਕਤੀ ਦੇ ਨਾਲ ਹੀ ਰਾਮਚੰਦਰ ਨੇ ਉਹ ਪੁੱਲ ਬਣਾਇਆ ਸੀ। ਤੇ ਜਿਹੜਾ ਹਨ ਲੰਕਾ ਨੂੰ ਜਾਣ ਦਾ ਤਾਂ ਸਿਰਫ ਇੱਕ ਜਿਹੜਾ ਹੈ ਬਹਾਨਾ ਬਣਿਆ, ਪਰ ਰਾਮਚੰਦਰ ਨੇ ਉੱਥੇ ਪੁੱਲ ਬਣਾ ਕੇ ਪਰਮੇਸ਼ਰ ਦੀ ਕੀਰਤੀ ਨੂੰ ਜਿਹੜਾ ਹੈ ਉਸ ਨੂੰ ਜਨਾਉਣਾ ਕੀਤਾ ਹੈ, ਪਰਮੇਸ਼ਰ ਦੀ ਕੀਰਤੀ ਵਡਿਆਈ ਨੂੰ ਵੱਡੀ ਕੀਤਾ ਹੈ। ਤੇ ਉਹ ਪੁੱਲ ਜਿਹੜਾ ਬਣਿਆ ਸੀ ਉਹ ਨਾਮ ਦੇ ਆਸਰੇ, ਨਾਮ ਦੇ ਆਧਾਰ ਪਰਮੇਸ਼ਰ ਦੇ ਨਾਮ ਦਾ ਹੀ ਬਣਿਆ ਹੋਇਆ ਸੀ। ਮੰਨਦਿਓ ਤਬੈ ਉਦਦ ਕੋ ਸੇਤਾ। ਇਸ ਕਰਕੇ ਰਾਮਚੰਦਰ ਨੇ ਉਸ ਸਮੁੰਦਰ ਦੇ ਉੱਤੇ ਪਰਮੇਸ਼ਰ ਦੇ ਨਾਮ ਦਾ ਆਸਰਾ ਲੈ ਕੇ ਹੀ, ਪਰਮੇਸ਼ਰ ਦੇ ਨਾਮ ਦੀ ਸ਼ਕਤੀ ਨਾਲ ਹੀ ਉਹ ਪੁੱਲ ਬਣਾਇਆ ਸੀ। ਅਬ ਹਮ ਲੇਕਰ ਨਾਮ ਅਲੰਬੂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਮਰਦਾਨਿਆ ਭਾਵੇਂ ਉਹ ਪੁੱਲ ਟੁੱਟ ਗਿਆ ਹੈ, ਉਹ ਪੁੱਲ ਨਹੀਂ ਰਿਹਾ, ਪਰ ਜਿਵੇਂ ਰਾਮਚੰਦਰ ਨੇ ਜਿਹੜਾ ਹੈ ਪਰਮੇਸ਼ਰ ਦੇ ਨਾਮ ਦਾ ਆਸਰਾ ਲੈ ਕੇ ਪੱਥਰਾਂ ਨੂੰ ਪਾਣੀ ਦੇ ਉੱਤੇ ਤਾਰ ਦਿੱਤਾ ਸੀ, ਤੇ ਉਸੇ ਦਾ ਹੀ ਸੇਤ ਬ੍ਰਿਜ ਜਾਂ ਇਹ ਪੁੱਲ ਬਣਾ ਕੇ ਜਿਹੜਾ ਹਨ ਪਾਰ ਕੀਤਾ ਸੀ, ਲੰਕਾ ਪਹੁੰਚੇ ਸਨ। ਕਹਿੰਦੇ ਮਰਦਾਨਿਆਂ ਆਪਾਂ ਸਿੱਧਾ ਉਹ ਨਾਮ ਦਾ ਹੀ ਆਸਰਾ ਲੈ ਲਈਏ, ਉਹ ਨਾਮ ਦੇ ਆਸਰੇ ਤੇ ਹੀ ਆਪਾਂ ਸਮੁੰਦਰ ਦੇ ਉੱਤੇ ਧਰਤੀ ਵਾਂਗ ਤੁਰ ਕਰਕੇ ਆਪਾਂ ਲੰਕਾ ਪਹੁੰਚਦੇ ਹਾਂ, ਆਪਾਂ ਲੰਕਾ ਨੂੰ ਜਾਂਦੇ ਹਾਂ। ਵੈ ਹੈ ਪਾਰ ਸਰਬ ਨਿਧ ਅੰਬੂ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਨਕਲੂਡ ਕਰਦੇ ਹਨ ਆਪਣਾ ਬਚਨ ਭਾਈ ਮਰਦਾਨੇ ਦੇ ਨਾਲ, ਕਹਿੰਦੇ ਜੇ ਪਰਮੇਸ਼ਰ ਦੇ ਨਾਮ ਦਾ ਆਸਰਾ ਹੋਵੇ ਤਾਂ ਪਰਮੇਸ਼ਰ ਦੇ ਨਾਮ ਦੀ ਸ਼ਕਤੀ ਹੀ ਹੈ ਜਿਸ ਕਰਕੇ ਹੋਇਆ ਹੈ ਪਾਰ ਸਰਬ ਨਿਧ ਅੰਬੂ। ਕਹਿੰਦੇ ਵੱਡੇ ਤੋਂ ਵੱਡੇ ਸਮੁੰਦਰ ਵੀ ਪਾਰ ਕੀਤੇ ਜਾਂਦੇ ਹਨ, ਜਿਸ ਤਰ੍ਹਾਂ ਕਿ ਸੰਸਾਰ ਸਮੁੰਦਰ ਹੈ, ਕਹਿੰਦੇ ਇਹ ਤੋਂ ਵੀ ਪਾਰ ਪਰਮੇਸ਼ਰ ਦਾ ਨਾਮ ਹੀ ਕਰਦਾ ਹੈ। ਇਹ ਸਮੁੰਦਰ ਜਿਹੜੇ ਹਨ ਇਹ ਦੁਨੀਆ ਦੇ ਬਣੇ ਹੋਏ, ਪਾਣੀ ਦੇ ਭਰੇ ਹੋਏ, ਇਹਨਾਂ ਨੂੰ ਪਾਰ ਕਰਨਾ ਕੀ ਔਖਾ ਹੈ। ਕਹਿੰਦੇ ਮਰਦਾਨਿਆਂ ਉਹ ਪਰਮੇਸ਼ਰ ਦੇ ਨਾਮ ਦਾ ਆਸਰਾ ਲੈ ਕੇ ਆਪਾਂ ਪਾਰ ਹੋ ਜਾਂਦੇ ਹਾਂ। ਆਸ ਕਹਿ ਗਮਨ ਕੀਨ ਜਗਨਾਥਾ। ਐਸੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਰਕੇ ਉਸ ਵੇਲੇ ਜਗਤ ਦੇ ਨਾਥ ਜੋ ਪਰਮੇਸ਼ਰ ਦੇ ਸਰੂਪ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤੁਰਨਾ ਕੀਤਾ। ਜਲ ਪਰ ਚਲੇ ਜਾਹੇ ਸੁਖ ਰਾਸਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਮੁੰਦਰ ਦੇ ਉੱਤੇ ਧਰਤੀ ਵਾਂਗ ਤੁਰਦੇ ਹਨ, ਜਿਵੇਂ ਕੋਈ ਧਰਤੀ ਤੇ ਤੁਰਦਾ ਹੁੰਦਾ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਮੁੰਦਰ ਦੇ ਉੱਤੇ ਤੁਰਦੇ ਹਨ। ਪਿੱਛੇ ਪਿੱਛੇ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਚੱਲਦੇ ਹਨ। ਗਏ ਮੱਧ ਇੱਕ ਮੀਨ ਨਿਹਾਰਾ। ਜਦੋਂ ਸਮੁੰਦਰ ਦੇ ਅੱਧ ਵਿਚਾਲੇ ਪਹੁੰਚੇ, ਜੋ ਸੈਂਟਰ ਤੇ ਪਹੁੰਚੇ, ਤਾਂ ਉਸ ਵੇਲੇ ਕੀ ਦੇਖਦੇ ਹਨ ਕਿ ਇੱਕ ਵੱਡਾ ਮੱਛ ਹੈ, ਜਿਹਨੂੰ ਆਪਾਂ ਵੇਲ ਵੀ ਕਹਿ ਲਈਏ, ਉਸ ਦਾ ਨਾਂ ਚਾਹੇ ਆਪਾਂ ਵੇਲ ਕਹਿ ਲਈਏ, ਚਾਹੇ ਉਹ ਤੋਂ ਵੀ ਕੋਈ ਵੱਡੀ ਮੱਛੀ ਹੋਵੇ,
ਜਿਹੜਾ ਹਨ ਜਲ ਜੰਤ ਹੋਵੇ, ਜੋ ਬਹੁਤ ਵੱਡੇ ਆਕਾਰ ਵਾਲਾ, ਬਹੁਤ ਵੱਡੇ ਸਰੀਰ ਵਾਲਾ, ਉਹਦੇ ਉੱਤੇ ਪਹੁੰਚ ਗਏ। ਸਹਸ ਕੋਸ ਕੋ ਜਹ ਵਿਸਥਾਰਾ। ਹੁਣ ਦੇਖੋ ਕਵੀ ਸੰਤੋਖ ਸਿੰਘ ਜੀ ਦੱਸਦੇ ਹਨ ਇਹ ਮੱਛੀ ਜਿਹੜੀ ਸੀਗੀ ਕਿੱਡੀ ਕੁ ਵੱਡੀ ਸੀਗੀ, ਇਹ ਮੱਛ ਕਿੱਡਾ ਕੁ ਵੱਡਾ ਸੀ, ਇਹ ਵੇਲ ਦਾ ਜਿਹੜਾ ਹੈ ਆਕਾਰ ਕਿੱਡਾ ਕੁ ਵੱਡਾ ਹੋਵੇਗਾ। ਕਹਿੰਦੇ 100 ਜਿਹੜਾ ਹਨ ਕੋਸ਼, ਇੱਕ ਕੋਸ਼ ਬਣਦਾ ਹੈ 2.5 ਕਿਲੋਮੀਟਰ ਦਾ, 2.5 ਕਿਲੋਮੀਟਰ ਦਾ ਇੱਕ ਕੋਸ਼ ਹੈ, ਮਤਲਬ ਕਿ 250 ਮੀਲ ਲੰਮੀ ਇਹ ਮੱਛੀ ਹੈ। ਐਡਾ ਵੱਡਾ ਆਕਾਰ ਉਹ ਮੱਛ ਦਾ ਹੈ। ਤਾ ਪਰ ਕਿਤ ਕਬਾਰ ਕੇ ਗਵਨੰ। ਸੋ ਕਿਤ ਕਬਾਰ ਕਹਿਣ ਲੱਗੇ ਕਿ ਜਿਹੜਾ ਹਨ ਕੁਝ ਕੁ ਚਿਰ ਵਾਸਤੇ ਤਾਂ ਉਹ ਮੱਛ ਦੇ ਉੱਤੇ ਹੀ ਤੁਰਦੇ ਰਹੇ, ਕਿਉਂਕਿ ਐਡਾ ਵੱਡਾ ਮੱਛ ਹੈ। ਕਹਿਣ ਲੱਗੇ ਵੀ ਐਡੇ ਵੱਡੇ ਮੱਛ ਤੇ ਤੁਰਦਿਆਂ ਤੁਰਦਿਆਂ ਕਾਫੀ ਸਮਾਂ ਹੋ ਗਿਆ। ਸਿਰ ਪਰ ਭੇ ਠਾਂਡੇ ਗੁਣ ਭਵਨੰ। ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਮੱਛ ਦੇ ਸਿਰ ਦੇ ਉੱਤੇ ਜਾ ਖੜੇ ਹੋਏ, ਉਹਦੇ ਸਿਰ ਤੱਕ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪਹੁੰਚ ਗਏ ਉਹ ਮੱਛ ਦੇ। ਬਦਨ ਬਿਲੋਕ ਡਰਿਓ ਮਰਦਾਨਾ। ਪਹਿਲਾਂ ਤਾਂ ਭਾਈ ਮਰਦਾਨਾ ਪਿੱਛੇ ਪਿੱਛੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਤੁਰੀ ਗਏ, ਪਰ ਜਦੋਂ ਸਿਰ ਤੱਕ ਪਹੁੰਚੇ ਤਾਂ ਉਹ ਮੱਛ ਥੋੜਾ ਜਿਹਾ ਹਿੱਲਿਆ। ਤਾਂ ਉਸ ਵੇਲੇ ਭਾਈ ਮਰਦਾਨੇ ਨੂੰ ਇਹ ਗਿਆਨ ਹੋਇਆ ਕਿ ਅਸੀਂ ਤਾਂ ਮੱਛੀ ਦੇ ਉੱਤੇ ਤੁਰੇ ਜਾਂਦੇ ਸਾਂ ਤੇ ਇਹ ਮੱਛੀ ਹੁਣ ਹਿੱਲਣ ਲੱਗ ਪਈ। ਤੇ ਇਹ ਦੇਖ ਕਰਕੇ ਭਾਈ ਮਰਦਾਨਾ ਥੋੜਾ ਜਿਹਾ ਡਰਿਆ। ਆਚਰਜ ਮਾਨਿਓ ਬਚਨ ਬਖਾਨਾ। ਬਹੁਤ ਪਹਿਲਾਂ ਤਾਂ ਹੈਰਾਨ ਹੋਇਆ ਤੇ ਇਹ ਸੋਚ ਕਰਕੇ, ਕਿਉਂਕਿ ਸੋਚਣ ਤੋਂ ਪਰੇ ਹੈ ਵੀ ਐਡਾ ਵੱਡਾ ਵੀ ਜੀ ਜੰਤ ਹੁੰਦਾ ਹੈ, ਇਹ ਸੋਚ ਕਰਕੇ ਭਾਈ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕੀਤੀ। ਸ੍ਰੀ ਪ੍ਰਭ ਰਾਵਰ ਕੇਰ ਪ੍ਰਭਾਉ। ਸ੍ਰੀ ਪ੍ਰਭ, ਹੇ ਮਾਇਆ ਦੇ ਪਤੀ, ਹੇ ਪਰਮੇਸ਼ਰ ਸਰੂਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣਗੇ ਆਪ ਦੇ ਪ੍ਰਭਾਉ, ਆਪ ਜੀ ਦੀ ਕਿਰਪਾ, ਆਪ ਜੀ ਦੀ ਗਲੋਰੀ, ਆਪ ਜੀ ਦੇ ਜਿਹੜੇ ਹਨ ਰਹਿਮਤਾਂ ਦੇ ਸਦਕੇ ਤਿਆਗੋ ਹਮੈ ਨਾ ਕੀਨੋ ਖਾਓ। ਕਹਿਣ ਲੱਗੇ ਹੁਣ ਤੱਕ ਤਾਂ ਮੱਛੀ ਨੇ ਸਾਨੂੰ ਬਖਸ਼ ਦਿੱਤਾ, ਪਰ ਕਹਿਣ ਲੱਗੇ ਜੇ ਤੁਸੀਂ ਨਾ ਹੁੰਦੇ ਨਾ ਹੁਣ ਤੱਕ ਤਾਂ ਸਾਨੂੰ ਖਾ ਜਾਣਾ ਸੀ, ਇਹ ਮੱਛੀ ਨੇ ਮਕਾ ਦੇਣਾ ਸੀ ਚੱਬ ਕੇ। ਨਾਤਰ ਨਿਗਲ ਜਾਏ ਇੱਕ ਵਾਰ ਹੀ। ਕਹਿਣ ਲੱਗੇ ਇਹ ਮੱਛੀ ਨੇ ਤਾਂ ਜਿਹੜਾ ਹਨ ਬਹੁਤਾ ਜ਼ੋਰ ਵੀ ਨਹੀਂ ਲੱਗਣਾ ਸੀ ਇਹ ਮੱਛੀ ਨੂੰ। ਮੱਛੀ ਦਾ ਆਕਾਰ ਤਾਂ ਐਡਾ ਵੱਡਾ ਹੈ ਕਿ ਇਹਦੇ ਤਾਂ ਮੂੰਹ ਦੇ ਵਿੱਚ ਆਪਾਂ ਤਾਂ ਬਣੇ ਬਣਾਈ ਵੜ ਜਾਣਾ ਸੀ ਸਾਰਿਆਂ ਨੇ। ਇਹਨੇ ਤਾਂ ਬਸ ਇੱਕ ਵਾਰੀ ਜਿਹੜਾ ਹੈ ਬੁਰਕ ਵਿੱਚ ਆਪਾਂ ਨੂੰ ਸਾਰਿਆਂ ਨੂੰ ਅੰਦਰ ਲੈ ਲੈਣਾ ਸੀ ਆਪਣੇ। ਮਾਨੁਖ ਮੁਖ ਦਾਨੋ ਅਨੁਹਾਰੀ। ਮਨੁੱਖ ਦਾਨੋ ਅਨੁਹਾਰੀ। ਕਹਿਣ ਲੱਗੇ ਇਹ ਜਿਹੜਾ ਹੈ ਮੱਛ ਕਹਿਣ ਲੱਗੇ ਐਸਾ ਹੈ, ਕਹਿਣ ਲੱਗੇ ਇਹਦਾ ਜਿਹੜਾ ਮੂੰਹ ਹੈ ਕਹਿਣ ਲੱਗੇ ਏਡਾ ਵੱਡਾ, ਇਹਨੇ ਤਾਂ ਜਿਵੇਂ ਕੋਈ ਬੰਦਾ ਇਨਸਾਨ ਦਾਣੇ ਖਾਂਦਾ ਹੈ, ਜਿਵੇਂ ਕੋਈ ਪੀਨਟਸ ਖਾਂਦਾ ਹੈ, ਕੋਈ ਦਾਲ ਦੇ ਦਾਣੇ ਖਾਂਦਾ, ਇਹਨੇ ਤਾਂ ਇਸ ਤਰ੍ਹਾਂ ਕਰਕੇ ਸਾਨੂੰ ਚੱਬ ਜਾਣਾ ਸੀ। ਪ੍ਰਥਮ ਬਿਲੋਕਿਓ ਮੀਨ ਮਹਾਨਾ। ਕਹਿਣਗੇ ਪ੍ਰਥਮ ਭਾਈ ਮਰਦਾਨੇ ਨੂੰ ਇਹ ਵੀ ਯਾਦ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਚੱਲਦਿਆਂ ਹੋਇਆਂ ਇੱਕ ਵਾਰ ਇੱਕ ਵੱਡੀ ਮੱਛੀ ਆਈ ਸੀ। ਆਪ ਜੀ ਨੇ ਪਿਛਲੇ ਪ੍ਰਸੰਗ ਵਿੱਚ ਸਰਵਣ ਕੀਤੀ ਹੈ। ਕਹਿਣ ਲੱਗੇ ਪਿਛਲੀ ਵਾਰੀ ਜਿਹੜੀ ਮੱਛੀ ਆਈ ਸੀ ਉਸਤੇ ਇਹ ਵਿਸਾਲ ਪਹਿਚਾਨਾ। ਭਾਈ ਮਰਦਾਨਾ ਕਹਿੰਦਾ ਪਾਤਸ਼ਾਹ ਜੀ ਇਹ ਤਾਂ ਉਹ ਤੋਂ ਵੀ ਵੱਡੀ ਹੈ, ਮੈਂ ਤਾਂ ਉਹ ਵੱਡੀ ਸਮਝੀ ਬੈਠਾ ਸੀ, ਇਹ ਤਾਂ ਉਹ ਤੋਂ ਵੀ ਵੱਡੀ ਨਿਕਲੀ। ਕੇਤਕ ਦੋਨੋਂ ਕੋਸ਼ ਪਰਮਾਨਾ। ਕਹਿਣ ਲੱਗੇ ਕੇਤਕ ਦੋਨੋਂ ਕੋਸ਼ ਪਰਮਾਨਾ। ਕਹਿਣ ਲੱਗੇ ਦੋਵੇਂ ਜਿਹੜੀਆਂ ਮੱਛੀਆਂ ਹਨ ਕੋਸ਼ਾਂ ਪਰ ਦੂਰ ਹੈ, ਕੋਸ਼ਾਂ ਪਰ ਵੱਡੀਆਂ ਹਨ। ਇਹਨਾਂ ਦਾ ਲੈਂਥ, ਇਹਨਾਂ ਦਾ ਜਿਹੜਾ ਹੈ ਮਿਣਤੀ ਏਡੀ ਵੱਡੀ ਹੈ, ਇਹਨਾਂ ਦਾ ਸਰੀਰ ਬਹੁਤ ਵੱਡਾ ਹੈ। ਮੁਝ ਹੈ ਬਤਾਵੋ ਕਿਰਪਾ ਨਿਧਾਨਾ। ਭਾਈ ਮਰਦਾਨਾ ਜੀ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਮੇਰੇ ਤੋਂ ਮਿਲਿਆ ਨਹੀਂ ਜਾਂਦਾ, ਤੁਸੀਂ ਦੱਸੋ ਇਹ ਕਿੱਡਾ ਕੁ ਵੱਡਾ ਹੈ, ਇਹ ਮੱਛ ਕਿੱਡਾ ਕੁ ਵੱਡਾ ਹੈ, ਇਸਦਾ ਇੱਕ ਆਕਾਰ ਜਿਹੜਾ ਵਿਸਥਾਰ ਹੈ ਇਹ ਕਿੱਡਾ ਕੁ ਹੈ। ਬੋਲੇ ਪ੍ਰਭੂ ਬਿਲੋਕ ਤਮਾਸੋ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਤਮਾਸ਼ਾ ਦੇਖ ਕਰਕੇ ਸਤਿਗੁਰਾਂ ਨੇ ਬਚਨ ਕੀਤੇ। ਮਾਇਆ ਮੈਂ ਕਛ ਲਖੋ ਨਾ ਸਾਸੋ। ਉਸ ਵੇਲੇ ਭਾਈ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਨੇ ਇਹ ਬਚਨ ਕੀਤਾ, ਕਹਿੰਦੇ ਮਰਦਾਨਿਆ ਮਾਇਆ ਦੇ ਵਿੱਚ ਕੋਈ ਸੰਸਾ ਨਾ ਕਰ, ਕੋਈ ਸ਼ੱਕ ਨਾ ਕਰ, ਕਿਉਂਕਿ ਪਰਮੇਸ਼ਰ ਦੀ ਬਣਾਈ ਹੋਈ ਮਾਇਆ ਹੈ। ਇਹ ਪਰਮੇਸ਼ਰ ਨੇ ਹੀ ਮਾਇਆ ਨੂੰ ਸਥਾਪਿਤ ਕੀਤਾ ਹੈ। ਇਸ ਕਰਕੇ ਜਿਸ ਤਰ੍ਹਾਂ ਪਰਮੇਸ਼ਰ ਦਾ ਅੰਤ ਨਹੀਂ, ਪਰਮੇਸ਼ਰ ਦੀ ਬਣਾਈ ਹੋਈ ਮਾਇਆ ਦਾ ਵੀ ਕੋਈ ਅੰਤ ਨਹੀਂ। ਤੇ ਮਾਇਆ ਦੇ ਵਿੱਚ ਇਹ ਸੰਸਾ ਨਾ ਕਰ ਵੀ ਕੀ ਹੋ ਸਕਦਾ ਹੈ ਤੇ ਕੀ ਨਹੀਂ ਹੋ ਸਕਦਾ। ਸਭ ਕੁਝ ਹੋ ਸਕਦਾ ਹੈ ਕਿਉਂਕਿ ਸੱਤਾ ਪਰਮਾਤਮਾ ਦੀ ਹੈ। ਜਿਵੇਂ ਕੋਈ ਇਨਸਾਨ ਖੜਦਾ ਹੈ ਤਾਂ ਉਸ ਦਾ ਪਰਛਾਵਾਂ ਬਣਦਾ ਹੈ, ਪਰਛਾਵਾਂ ਵੀ ਜਿਹੜਾ ਹੈ ਉਸੇ ਆਕਾਰ ਦਾ ਬਣਦਾ ਹੈ ਜਿਸ ਤਰ੍ਹਾਂ ਦਾ ਜਿਹੜੇ ਸਰੀਰ ਤੋਂ ਉਸ ਦਾ ਜਿਹੜਾ ਹੈ ਰਿਫਲੈਕਸ਼ਨ ਪੈਂਦਾ ਹੈ, ਸ਼ੈਡੋ ਬਣਦਾ ਹੈ। ਇਸ ਤਰ੍ਹਾਂ ਪ੍ਰਕਾਰ ਕਰਕੇ ਕਹਿੰਦੇ ਪਰਮੇਸ਼ਰ ਜਿਹੜੇ ਹਨ ਉਹ ਆਪ ਦਾ ਜਿਹੜਾ ਹੈ ਉਹ ਆਪ ਆਪਣੇ ਜਿਹੜੇ ਹਨ ਵਜੂਦ ਵਿੱਚ ਹਨ, ਪਰ ਉਹਨਾਂ ਦਾ ਪਰਛਾਵਾਂ ਮਾਇਆ ਹੈ। ਇਸ ਕਰਕੇ ਕਹਿੰਦੇ ਵੀ ਮਾਇਆ ਦਾ ਵੀ ਕੋਈ ਸੰਸਾ ਨਾ ਕਰ ਮਰਦਾਨਿਆ, ਮਾਇਆ ਵੀ ਬਹੁਤ ਵੱਡੀ ਹੈ। 35 ਕੋਸ ਪ੍ਰਥਮ ਜੋ ਦੇਖਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਕਿਹਾ ਕਿ 35 ਕੋ
ਜਿਹੜਾ ਹਨ 35 ਕੋ ਜਿਹੜੀ ਸੀ ਉਹ ਪਹਿਲੀ ਮੱਛੀ ਸੀ। ਪਹਿਲੀ ਮੱਛੀ ਦਾ ਜਿਹੜਾ ਹੈ ਲੈਂਥ ਜਾਂ ਉਹਨਾਂ ਦਾ ਜਿਹੜੇ ਹਨ ਉਹਨਾਂ ਦਾ ਜਿਹੜੇ ਇਹ ਮਾਪ ਜਿਹੜੀ ਸੀਗੀ ਉਹ ਜਿਹੜੀ ਸੀਗੀ 35 ਸੀਗੀ। ਸੋ 35 ਜਿਹੜੀ ਹੈ ਕੋ ਦੂਰ ਸੀਗੀ। ਜੇ ਇਹਨੂੰ ਕਿਲੋਮੀਟਰ ਦਾ ਹਿਸਾਬ ਲਾਈਏ ਤਾਂ 87.5 ਕਿਲੋਮੀਟਰਸ ਬਣਦੇ ਹਨ। ਸਹਸ ਕੋਸ ਕੋ ਇਹੋ ਬਿਸੇਖਾ। ਪਰ ਕਹਿੰਦੇ ਇਹ ਜਿਹੜੀ ਮੱਛੀ ਤੇ ਤੂੰ ਚੜਿਆ ਹੈ ਹੁਣ ਇਹ ਤਾਂ 100 ਕੋ ਦੂਰ ਹੈ, ਇਹ ਤਾਂ 100 ਕੋ ਲੰਮੀ ਹੈ, 250 ਕਿਲੋਮੀਟਰ ਇਸ ਦਾ ਆਕਾਰ ਲੰਮਾ ਹੈ। ਇਸ ਕੀ ਜਾਤ ਨਾਮ ਤੇ ਕਹੀ ਹੈ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਮਰਦਾਨੇ ਨੂੰ ਕਹਿੰਦੇ ਇਹ ਮੱਛੀ ਦਾ ਨਾਂ ਤਿਮ ਹੈ, ਇਹਨੂੰ ਤਿਮ ਕਹਿੰਦੇ ਹਾਂ, ਇਹ ਤਿਮ ਹੈ ਇਹ ਮੱਛੀ ਦਾ ਨਾਮ। ਇਸ ਨਿਕਲਹਿ ਸੋ ਤੇ ਮੰਗਲ ਕਹੀਐ। ਪਰ ਕਹਿੰਦੇ ਮਰਦਾਨਿਆ ਇੱਥੇ ਗੱਲ ਮੁੱਕ ਨਹੀਂ ਜਾਂਦੀ, ਇਹ ਤੋਂ ਵੱਡੀ ਮੱਛੀ ਵੀ ਹੈਗੀ ਹੈ ਜਿਹਨੂੰ ਤਿਮੰਗਲ ਕਿਹਾ ਜਾਂਦਾ ਹੈ। ਕਹਿੰਦੇ ਤਿਮੰਗਲ ਮੱਛੀ ਜਿਹੜੀ ਹੈ ਉਹ ਏਡੀ ਵੱਡੀ ਹੈ ਕਿ ਇਸ ਨੂੰ ਵੀ ਖਾ ਜਾਵੇ। ਇਹਨੂੰ ਖਾਣ ਵਾਲੀ ਨੂੰ ਤਿਮੰਗਲ ਕਹਿੰਦੇ ਹਨ ਤੇ ਇਹਦੇ ਨਾਲੋਂ ਵੀ ਉਹ ਵੱਡੀ ਹੈ। ਜੋ ਉਸ ਲੀਲ ਜਾਏ ਬਰੇ ਆਈ। ਦੇਖੋ ਜੋ ਕਿ ਮੱਛੀ ਇਹ ਮੱਛੀ ਨੂੰ 100 ਕੋ ਵਾਲੀ ਲੰਮੀ ਮੱਛੀ ਨੂੰ ਇੱਕ ਬੁਰਕੀ ਵਿੱਚ ਖਾਣ ਵਾਲੀ ਹੈ ਜਿਹਨੂੰ ਤਿਮੰਗਲ ਕਹਿੰਦੇ ਹਾਂ। ਨਾਮ ਤਿਮੰਗਲ ਗਿਲ ਹੈ ਕਹਾਈ। ਇਸ ਕਰਕੇ ਉਸ ਦਾ ਨਾਂ ਤਿਮੰਗਲ ਕਿਹਾ ਜਾਂਦਾ ਹੈ। ਉਹ ਸਭ ਤੋਂ ਵੱਡੀ ਮੱਛੀ ਹੈ ਇਹ ਦੁਨੀਆ ਦੇ ਵਿੱਚ ਜਿਹਦਾ ਆਕਾਰ ਕੋਈ ਕਿਹਾ ਨਹੀਂ ਜਾਂਦਾ, ਕਿੱਡੀ ਵੱਡੀ ਹੈ ਉਹ। ਇਸ ਬਿਦ ਕਰਕੇ ਬਚਨ ਬਲਾਸਾ। ਇਸ ਪ੍ਰਕਾਰ ਕਰਕੇ ਭਾਈ ਮਰਦਾਨਾ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਪਸ ਵਿੱਚ ਬਚਨ ਬਿਲਾਸ ਹੋ ਰਹੇ ਹਨ। ਤੂਸਨ ਹੋਤ ਭਏ ਸੁਖ ਰਾਸਾ। ਉਸ ਵੇਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਬਚਨ ਕਰਕੇ ਮਹਾਰਾਜ ਜੀ ਨੇ ਤੁਸ਼ਨ ਧਾਰਨ ਕਰ ਲਈ। ਮਹਾਰਾਜ ਜੀ ਚੁੱਪ ਕਰ ਗਏ। ਚਰਨ ਰੇਨ ਜਬ ਝਖ ਸਿਰ ਪਰਸੇ। ਪਰ ਦੇਖੋ ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਛੋਹ ਜਦੋਂ ਉਹ ਮੱਛੀ ਨੂੰ ਪ੍ਰਾਪਤ ਹੋਈ, ਜਦੋਂ ਉਹਦੇ ਸਿਰ ਤੇ ਸਤਿਗੁਰਾਂ ਨੇ ਆਪਣੇ ਚਰਨ ਲਾਏ ਤਾਂ ਉਸ ਵੇਲੇ ਬੋਲਣ ਸਕਤ ਭਈ ਤਬ ਸਰਸੀ। ਉਹ ਮੱਛੀ ਵਿੱਚ ਬੋਲਣ ਦੀ ਸ਼ਕਤੀ ਆ ਗਈ, ਉਹ ਬੋਲਣ ਜੋਗੀ ਹੋ ਗਈ ਤੇ ਸਿਰਫ ਬੋਲਣ ਜੋਗੀ ਨਹੀਂ, ਉਹਨੂੰ ਸੋਝੀ ਵੀ ਆ ਗਈ ਉਹ ਮੱਛੀ ਨੂੰ। ਬੂਝਣ ਲਗੇ ਪ੍ਰਭੂ ਤੇ ਤਾਈ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਮੱਛ ਨੂੰ ਇਹ ਸਵਾਲ ਕੀਤਾ, ਪੁੱਛਿਆ ਆਹੈ ਕੌਣ ਝਖ ਕਾਇਆ ਪਾਈ। ਉਸ ਮੱਛੀ ਨੂੰ ਪੁੱਛਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿ ਤੂੰ ਸੁਣ, ਤੂੰ ਇਹ ਮੱਛੀ ਦਾ ਜਿਹੜਾ ਜੂਨ ਤੂੰ ਪ੍ਰਾਪਤ ਕੀਤੀ ਹੈ ਕਿਸ ਤਰ੍ਹਾਂ ਤੂੰ ਬਣੀ ਹੈ, ਜਿਹੜਾ ਹੈ ਤੇ ਤੋਂ ਕਰਮ ਹੋਇਆ ਜਿਹਦੇ ਕਰਕੇ ਤੂੰ ਮੱਛੀ ਦੀ ਜੂਨ ਪ੍ਰਾਪਤ ਕੀਤੀ। ਤਬ ਹੀ ਬੋਲਿਓ ਹੋਏ ਅਧੀਨਾ। ਸੋ ਕਹਿੰਦੇ ਤਬ ਹੀ ਬੋਲਿਓ। ਇਹ ਬਚਨ ਸਤਿਗੁਰਾਂ ਦਾ ਸੁਣ ਕਰਕੇ ਉਹ ਮੱਛੀ ਬੋਲੀ, ਉਹਨੂੰ ਬੋਲਣ ਦੀ ਜਿਹੜੀ ਹੈ ਸ਼ਕਤੀ ਮਿਲ ਗਈ, ਨਾਲੇ ਉਹਨੂੰ ਸੋਝੀ ਆ ਗਈ ਕਿਉਂਕਿ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਹੋ ਗਈ ਤੇ ਉਹ ਜਿਹੜੇ ਹਨ ਬੋਲਣ ਦੀ ਸ਼ਕਤੀ ਪ੍ਰਾਪਤ ਕਰਕੇ ਉਹ ਮੱਛੀ ਨੇ ਇਹ ਕਿਹਾ, ਸੁਨੋ ਹੇਤ ਜਿਉ ਭਾਤਨ ਮੀਨਾ। ਕਹਿਣਗੇ ਸੁਣੋ ਹੇਤ, ਕਹਿਣਗੇ ਸੁਣਨ ਵਾਸਤੇ, ਕਹਿਣਗੇ ਵੀ ਜਿਸ ਤਰ੍ਹਾਂ ਮੈਂ ਮੱਛੀ ਦਾ ਸਰੂਪ ਧਾਰਨ ਕੀਤਾ ਜਾਂ ਮੱਛੀ ਦੀ ਜੂਨ ਮੈਨੂੰ ਮਿਲੀ ਹੈ ਉਹ ਸਾਖੀ ਤੁਸੀਂ ਸੁਣੋ ਹੁਣ। ਹੁਤੋ ਕਾਲ ਜਿਹ ਜਨਕ ਨਿਰਪਾਲਾ। ਦੇਖੋ ਹੁਣ ਇਹ ਸਾਖੀ ਜਾਂਦੀ ਹੈ ਬੜੇ ਲੰਮੇ ਅੱਗੇ ਸਮੇਂ ਦੇ ਵਿੱਚ। ਕਹਿੰਦੇ ਜਦੋਂ ਜਨਕ ਰਾਜਾ ਹੋਇਆ ਕਰਦਾ ਸੀ, ਤਪ ਮੈਂ ਤਪ ਕੇ ਕਠਨ ਬਿਸਾਲਾ। ਉਸ ਵੇਲੇ ਕਹਿੰਦੇ ਮੈਂ ਤਪ ਕਰ ਰਿਹਾ ਸਾਂ, ਮੈਂ ਜਿਹੜਾ ਬੜਾ ਤਪ ਕੀਤਾ ਉਸ ਵੇਲੇ, ਬੜਾ ਕਠਨ ਤਪ ਕੀਤਾ ਜਿਹੜਾ ਕਿ ਸਰੀਰ ਨੂੰ ਦੁੱਖ ਦੇਣ ਵਾਸਤੇ, ਸਰੀਰ ਨੂੰ ਦੁੱਖ ਦੇ ਕਰਕੇ ਪਰਮਾਤਮਾ ਵਿੱਚ ਮੇਰਾ ਆਪਣਾ ਧਿਆਨ ਜੋੜ ਕੇ ਰੱਖਿਆ। ਮੈਂ ਐਸੀ ਭਗਤੀ ਕੀਤੀ ਉਸ ਵੇਲੇ। ਬਾਰ ਬਿਖੈ ਗਰ ਲੋ ਹੋਇ ਠਾਂਡੋ। ਤੇ ਮੈਂ ਖੜਾ ਸੀ ਪਾਣੀ ਦੇ ਵਿੱਚ ਤੇ ਪਾਣੀ ਦਾ ਜਿਹੜਾ ਹੈ, ਪਾਣੀ ਦੇ ਵਿੱਚ ਮੇਰਾ ਸਰੀਰ ਜਿਹੜਾ ਡੁੱਬਿਆ ਪਿਆ ਸੀਗਾ, ਗਲ ਤੱਕ ਮੇਰੇ ਪਾਣੀ ਸੀਗਾ। ਜਿਹੜੇ ਪਾਣੀ ਵਿੱਚ ਖੜ ਕੇ ਮੈਂ ਕਈ ਸਾਲਾਂ ਦਾ ਉੱਥੇ ਖੜ ਕੇ ਭਗਤੀ ਕਰ ਰਿਹਾ ਸਾਂ। ਰਹੋ ਸਥਿਰ ਕਰ ਧੀਰਜ ਗਾਡੋ। ਦੇਖੋ ਮੈਂ ਉੱਥੋਂ ਪਾਣੀ ਤੋਂ ਹਿੱਲਿਆ ਨਹੀਂ। ਕਿੰਨੇ ਸਾਲਾਂ ਦਾ ਮੈਂ ਇੱਕ ਟੱਕ ਇੱਕ ਜਿਹੜਾ ਪੋਸਟਰ ਦੇ ਵਿੱਚ ਜਾਂ ਇੱਕ ਖੜਾ ਹੀ ਖੜਾ, ਮੈਨੂੰ ਕਈ ਸਾਲ ਹੋ ਗਏ ਸਨ ਪਾਣੀ ਵਿੱਚ ਖੜਿਆ ਹੋਇਆ ਭਗਤੀ ਕਰਦਿਆਂ ਨੂੰ। ਸਹਿਜ ਸੁਭਾਏ ਜਨਕ ਚਲ ਆਇਓ। ਇੱਕ ਵਾਰ ਕੀ ਹੋਇਆ, ਕਹਿੰਦੇ ਜਿੱਥੇ ਮੈਂ ਪਾਣੀ ਵਿੱਚ ਖੜਾ ਤਪ ਕਰ ਰਿਹਾ ਸਾਂ ਉਹੀ ਜਿਹੜਾ ਹਨ ਸਮੁੰਦਰ ਦੇ ਜਾਂ ਨਦੀ ਦੇ ਕਿਨਾਰੇ ਜਨਕ ਰਾਜਾ ਆ ਗਿਆ। ਜਨਕ ਰਾਜੇ ਨੇ ਜਿਹੜਾ ਹੈ ਮੈਨੂੰ ਉੱਥੇ ਖੜਿਆ ਹੋਇਆਂ ਨੂੰ ਤਪ ਕਰਦਿਆਂ ਨੂੰ ਦੇਖ ਲਿਆ। ਮੁਝੇ ਬਿਲੋਕਤ ਬਚਨ ਅਲਾਇਓ। ਉਹਨਾਂ ਨੇ ਜਦੋਂ ਮੇਰੇ ਵੱਲ ਦੇਖਿਆ ਤਾਂ ਦੇਖ ਕਰਕੇ ਉਹਨਾਂ ਨੇ ਇੱਕ ਬਚਨ ਕੀਤਾ। ਜਨਕ ਰਾਜੇ ਨੇ ਮੈਨੂੰ ਕੁਝ ਕਿਹਾ, ਤਪ ਤੈ ਕਠਨ ਕੀਨ ਭਾ ਪੂਰਾ। ਕਹਿਣ ਲੱਗੇ ਜਨਕ ਰਾਜਾ ਮੈਨੂੰ ਕਹਿਣ ਲੱਗਾ, ਕਹਿਣ ਲੱਗਾ ਤਪ ਤੈ ਕਠਨ, ਵੀ ਤੂੰ ਤਪ ਤਾਂ ਬਹੁਤ ਕਠਨ ਕੀਤਾ ਹੈ। ਕਈ ਸਾਲਾਂ ਦਾ ਤੂੰ ਆਪਣੇ ਸਰੀਰ ਨੂੰ ਪਾਣੀ ਵਿੱਚ ਡੁਬੋ ਕਰਕੇ
ਤੂੰ ਖੜਾ ਹੈ, ਇੱਕ ਆਸਣ ਤੇ ਤੂੰ ਖੜਾ, ਤੂੰ ਹਿੱਲਿਆ ਵੀ ਨਹੀਂ। ਪਾਣੀ ਜਿਹੜਾ ਚੜਦਾ ਹੋਵੇ ਚਾਹੇ ਉਤਰਦਾ ਹੋਵੇ, ਤੂੰ ਕਿਤੇ ਤਪ ਨਹੀਂ ਛੱਡਿਆ। ਭਾਵੇਂ ਜਿਹੜਾ ਹਨ ਪਾਣੀ ਤੇਰੇ ਸਿਰ ਤੱਕ, ਤੇਰੇ ਨੱਕ ਤੱਕ ਵੀ ਆ ਜਾਵੇ, ਤਾਂ ਫਿਰ ਵੀ ਤੂੰ ਆਪਣੇ ਸਵਾਸ ਦਸਮ ਦੁਆਰ ਨੂੰ ਚੜਾ ਕੇ ਤੂੰ ਤਪ ਕੀਤਾ ਪੂਰਾ। ਅਬ ਤਜ ਬਚਨ ਮਾਨ ਮਨ ਮੂਰਾ। ਰਾਜਾ ਜਨਕ ਕਹਿਣ ਲੱਗਾ, ਹੁਣ ਮੇਰਾ ਬਚਨ ਤੂੰ ਮੰਨ ਲਾ, ਤੂੰ ਆਪਣਾ ਤਪ ਛੱਡ ਦੇ। ਹੁਣ ਤੂੰ ਤਪ, ਇਹ ਜਿਹੜਾ ਤੂੰ ਤਪ ਕਰਨ ਲੱਗਿਆ ਹੋਇਆ, ਇਹਨੂੰ ਇੱਥੇ ਸਮਾਪਤ ਕਰ ਦੇ, ਇਹਨੂੰ ਇੱਥੇ ਕੰਕਲੂਡ ਕਰ ਦੇ। ਤੂੰ ਹੁਣ ਇਹ ਤਪ ਨਾ ਕਰ ਹੋਰ, ਤੇ ਮੇਰਾ ਜਿਹੜਾ ਬਚਨ ਹੈ ਤੂੰ ਮੰਨ। ਰਾਜਾ ਜਨਕ ਕਹਿੰਦਾ, ਜਹ ਸਤ ਸੰਗਤ ਹੋਤ ਸਮਾਜਾ। ਦੇਖੋ ਕਹਿੰਦੇ ਹੁਣ ਇਹ ਤਪ ਛੱਡ ਕੇ ਤੂੰ ਕਰਨਾ ਕੀ ਹੈ। ਰਾਜਾ ਜਨਕ ਕਹਿੰਦਾ, ਜਿੱਥੇ ਵੀ ਸਤ ਸੰਗਤ ਹੋਵੇਗੀ, ਜਿੱਥੇ ਵੀ ਸਤ ਸੰਗਤ ਜੁੜੇਗੀ, ਪਰਮੇਸ਼ਰ ਦੇ ਨਾਮ ਦਾ ਜਸ ਕਰਦੀ ਹੋਵੇਗੀ, ਸੇਵਾ ਕਰੋ ਤਹਾਂ ਸੁਭ ਕਾਜਾ। ਸਤ ਸੰਗਤ ਦੀ ਜਾ ਕੇ ਉੱਥੇ ਤੂੰ ਸੇਵਾ ਕਰ। ਪਰਮੇਸ਼ਰ ਦੇ ਨਾਮ ਜਪਣ ਵਾਲੀ ਜਿਹੜੀ ਸੰਗਤ ਹੈ, ਉਹਨਾਂ ਦੀ ਤੂੰ ਜਾ ਕੇ ਸੇਵਾ ਘਾਲਣਾ ਕਰ। ਮਨ ਕੋ ਪ੍ਰਾਪਤ ਗਿਆਨ ਤਹਾਹੀ। ਦੇਖੋ ਤੈਨੂੰ ਕਹਿੰਦੇ ਮਨ ਵਿੱਚ ਤੈਨੂੰ ਗਿਆਨ ਦੀ ਪ੍ਰਾਪਤ ਹੋਵੇਗੀ, ਤੈਨੂੰ ਗਿਆਨ ਮਿਲੇਗਾ, ਤੈਨੂੰ ਆਤਮ ਗਿਆਨ ਦੀ ਪ੍ਰਾਪਤੀ ਹੋਵੇਗੀ ਉਸ ਸੰਗਤ ਦੀ ਸੇਵਾ ਵਿੱਚੋਂ। ਹੁਣ ਇੱਥੇ ਇੱਕ ਗੱਲ ਸਮਝਣ ਵਾਲੀ ਹੈ, ਤਪ ਕਰਕੇ ਬੰਦੇ ਨੂੰ ਹੰਕਾਰ ਜ਼ਰੂਰ ਹੋ ਜਾਂਦਾ ਹੈ, ਬੰਦੇ ਨੂੰ ਮਾਣ ਹੋ ਜਾਂਦਾ ਹੈ ਕਿ ਮੈਂ ਇੰਨਾ ਚਿਰ ਤਪ ਕੀਤਾ, ਤੇ ਵਰ ਦੀ ਪ੍ਰਾਪਤੀ ਵੀ ਹੋ ਜਾਂਦੀ ਹੈ। ਸਟਨ ਜਿਹੜੇ ਹਨ ਵਰ ਬੂਨ ਹੁੰਦੇ ਨੇ, ਉਹ ਮਿਲ ਜਾਂਦੇ ਨੇ। ਪਰ ਪਰਮੇਸ਼ਰ ਦੇ ਭਗਤ ਜਿਹੜੇ ਹਨ, ਉਹ ਆਤਮ ਗਿਆਨੀ ਤਾਂ ਹੀ ਬਣਦੇ ਹਨ ਜੇ ਸਤ ਸੰਗਤ ਦੀ ਸੇਵਾ ਕਰਨ। ਸਤ ਸੰਗਤ ਦੀ ਸੇਵਾ ਵਿੱਚੋਂ ਸਾਰੇ ਹੀ ਪਦਾਰਥ ਪ੍ਰਾਪਤ ਹੁੰਦੇ ਹਨ, ਤੇ ਨਾਲੋਂ ਨਾਲ ਆਤਮ ਗਿਆਨ ਵੀ ਮਿਲਦਾ ਹੈ, ਤੇ ਫਿਰ ਨਿਮਰਤਾ ਵਿੱਚ ਬੰਦਾ ਰਹਿੰਦਾ ਹੈ। ਸਤ ਸੰਗਤ ਦੀ ਸੇਵਾ ਇਸ ਕਰਕੇ ਕਰਨੀ ਹੈ ਕਿ ਮਨ ਨੀਵਾਂ ਹੋ ਜਾਵੇ, ਮਨ ਦੇ ਵਿੱਚ ਨਿਮਰਤਾ ਆ ਜਾਵੇ। ਕਰਮ ਭਾਵੇਂ ਕਿੰਨੇ ਵੀ ਉੱਚੇ ਬੰਦਾ ਕਰੇ, ਪਰ ਫਿਰ ਵੀ ਮਨ ਨੀਵਾਂ ਕਰਕੇ ਰੱਖਣਾ ਚਾਹੀਦਾ, ਕਿਤੇ ਹੰਕਾਰ ਨਹੀਂ ਕਰਨਾ। ਤੇ ਇਹ ਸਿਰਫ ਇੱਕੋ ਹੀ ਵਸੀਲਾ ਹੈ, ਸਤ ਸੰਗਤ ਦੀ ਸੇਵਾ। ਸਤ ਸੰਗਤ ਦੀ ਸੇਵਾ ਤੋਂ ਹੀ ਮਿਲਦਾ ਹੈ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਇਸ ਕਰਕੇ ਸੇਵਾ ਤੋਂ ਹੀ ਸਭ ਕੁਝ ਮਿਲਦਾ ਹੈ। ਤੇ ਰਾਜਾ ਜਨਕ ਨੇ ਇਹੀ ਉਪਦੇਸ਼ ਕਹਿੰਦੇ ਮੈਨੂੰ ਉਸ ਵੇਲੇ ਦਿੱਤਾ, ਮੁਕਤ ਉਚਿਤ ਹੋਇ ਸੰਸੈ ਨਾਹੀ। ਤੇ ਫੇਰ ਤੇਰੀ ਮੁਕਤੀ ਹੋ ਜਾਵੇਗੀ। ਰਾਜਾ ਜਨਕ ਨੇ ਇਹ ਵੀ ਕਹਿ ਦਿੱਤਾ, ਜੇ ਤੂੰ ਸਤ ਸੰਗਤ ਦੀ ਸੇਵਾ ਕਰੇਗਾ, ਉਹਨਾਂ ਦੇ ਜਾ ਕੇ ਜੋੜੇ ਝਾੜੇਗਾ, ਜਿਹੜਾ ਹਨ ਝੂਠੇ ਬਰਤਨ ਤੂੰ ਮਾਂਜੇਗਾ, ਤਾਂ ਤੂੰ ਜਾ ਕੇ ਤੇਰੀ ਮੁਕਤੀ ਹੋਵੇਗੀ, ਤਾਂ ਤੈਨੂੰ ਮੁਕਤ ਪ੍ਰਾਪਤ ਹੋਏਗੀ, ਜਿਹਦੇ ਵਿੱਚ ਕੋਈ ਵੀ ਸੰਸਾ ਸ਼ੱਕ ਨਹੀਂ ਹੈ। ਦੋਹਰਾ ਚਰਨ ਬੰਦਨਾ ਮੈਂ ਕਰੀ, ਕਹਿਓ ਬਚਨ ਤਿਨ ਸੰਗ। ਉਸ ਵੇਲੇ ਇਹ ਮੱਛੀ ਦੀ ਜੂਨ ਵਿੱਚ ਪਿਆ ਹੋਇਆ ਇਹ ਤਪੀ ਕਹਿੰਦਾ ਉਸ ਵੇਲੇ ਜਦੋਂ ਰਾਜਾ ਜਨਕ ਨੇ ਮੈਨੂੰ ਇਹ ਜਿਹੇ ਬਚਨ ਕੀਤੇ, ਤਾਂ ਕਹਿੰਦੇ ਮੈਂ ਹੱਥ ਜੋੜ ਲਏ। ਮੈਂ ਹੱਥ ਜੋੜ ਕੇ ਉਹਨਾਂ ਦੇ ਚਰਨਾਂ ਤੇ ਮੈਂ ਮੱਥਾ ਟੇਕਿਆ, ਤੇ ਫਿਰ ਮੈਂ ਬੇਨਤੀ ਵਾਲੇ ਸ਼ਬਦ ਕਹੇ ਰਾਜਾ ਜਨਕ ਨੂੰ, ਏਕ ਬਰਖ ਔਰੈ ਕਰੋ ਪੁਨ ਪੂਰਨ ਬਿਨ ਭੰਗ। ਕਹਿਣ ਲੱਗੇ, ਹੇ ਰਾਜਾ ਜਨਕ, ਮੈਂ 1 ਸਾਲ ਮੇਰਾ ਹੋਰ ਰਹਿੰਦਾ ਹੈ, ਕਿਉਂਕਿ ਮੈਂ ਤਪ ਕਰਨ ਤੋਂ ਪਹਿਲਾਂ ਮੈਂ ਇਹ ਮਨ ਵਿੱਚ ਧਾਰਨ ਕਰ ਲਿਆ ਸੀ ਵੀ ਮੈਂ ਇੰਨੇ ਸਾਲ ਤਪ ਕਰਨਾ ਹੈ, ਤੇ ਮੇਰੇ ਵਾਸਤੇ 1 ਸਾਲ ਬਾਕੀ ਹੋਰ ਰਹਿੰਦਾ ਹੈ। ਮੈਂ ਉਹ ਵੀ ਹੁਣ ਜਿਹੜਾ ਪੂਰਾ ਕਰ ਲਵਾਂ। ਜਿਹੜਾ ਹੈ ਜਿਵੇਂ ਅੱਜ ਜਿਹੜਾ ਹੈ ਛੱਡ ਦਿੱਤਾ ਤਪ ਕਰਨਾ, ਤਾਂ ਮੇਰਾ ਤਪ ਭੰਗ ਹੋ ਜਾਏਗਾ। ਮੈਂ ਸਮੇਂ ਤੋਂ ਪਹਿਲਾਂ ਹੀ ਜੇ ਛੱਡਾਂਗਾ ਤਾਂ ਠੀਕ ਨਹੀਂ ਹੋਵੇਗਾ। ਪਰ ਰਾਜਾ ਜਨਕ ਨੇ ਵੀ ਇਸ ਕਰਕੇ ਹੀ ਇਹ ਤਪੀ ਨੂੰ ਕਿਹਾ ਸੀ ਨਾ ਵੀ ਤੂੰ ਤਪ ਛੱਡ ਦੇ, ਕਿਉਂਕਿ ਉਹਦਾ ਹੱਠ ਸੀਗਾ। ਉਹ ਕਹਿੰਦੇ ਤੂੰ ਆਪਣਾ ਹੱਠ ਛੱਡ ਤੇ ਸਾਧ ਸੰਗਤ ਦੀ ਸੇਵਾ ਵਿੱਚ ਲੱਗ। ਸਾਧ ਸੰਗਤ ਦੀ ਸੇਵਾ ਵਿੱਚ ਤੈਨੂੰ ਮੁਕਤੀ ਮਿਲੇਗੀ। ਚੌਪੇ ਸੁਣ ਕੇ ਬੋਲਿਓ ਬਚਨ ਵਿਦੇਹੂ। ਉਸ ਵੇਲੇ ਕਹਿਣ ਲੱਗੇ, ਇਹ ਰਾਜਾ ਜਨਕ ਜਿਹੜੇ ਸਨ, ਇਹਨਾਂ ਨੇ ਜਦੋਂ ਮੇਰੀ ਬੇਨਤੀ ਨੂੰ ਸੁਣਿਆ ਤਾਂ ਫਿਰ ਉਹਨਾਂ ਨੇ ਕੀ ਕਿਹਾ, ਨੀਕੋ ਬਚਨ ਨਾ ਮਾਨਿਓ ਕੇਹੂ। ਰਾਜਾ ਜਨਕ ਨੇ ਕਹਿੰਦੇ ਮੈਨੂੰ ਇੱਕ ਗੱਲ ਕਹੀ ਕਿ ਮੈਂ ਤੈਨੂੰ ਚੰਗੇ ਬਚਨ ਕਹੇ ਹਨ, ਤੇਰੇ ਭਲੇ ਵਾਲੇ ਬਚਨ ਕਹੇ ਹਨ, ਤੈਨੂੰ ਮੁਕਤੀ ਦੇਣ ਵਾਸਤੇ ਮੈਂ ਇਹ ਬਚਨ ਤੈਨੂੰ ਕਹੇ ਸਨ, ਪਰ ਤੂੰ ਨਹੀਂ ਮੇਰੀ ਗੱਲ ਮੰਨੀ। ਯਾ ਤੇ ਹੋਇਆ ਜਲ ਜੀਵ ਬਿਸਾਲਾ। ਕਹਿਣ ਲੱਗੇ ਮੈਨੂੰ ਉਹਨਾਂ ਨੇ ਸ਼ਰਾਪ ਦੇ ਦਿੱਤਾ ਰਾਜਾ ਜਨਕ ਨੇ ਵੀ ਤੂੰ ਜਿਹੜਾ ਹੈ ਲੰਮੇ ਸਮੇਂ ਤੱਕ ਤੂੰ ਜਲ ਜੀਵ ਬਣ ਕੇ, ਜਲ ਦਾ ਜੰਤ ਬਣ ਕੇ ਤੂੰ ਪਾਣੀ 'ਚ ਹੀ ਰਹੇਗਾ। ਤੂੰ ਪਾਣੀ 'ਚ ਤੈਨੂੰ ਇੰਨਾ ਪ੍ਰੇਮ ਆ ਨਾ ਤਪ ਕਰਨ ਦਾ। ਕਹਿਣ ਲੱਗੇ ਹੁਣ ਤੂੰ ਜੂਨ ਵੀ ਉਹ ਧਾਰਨ ਕਰੇਗਾ ਜਿਹਦੇ ਕਰਕੇ ਤੂੰ ਹਮੇਸ਼ਾ ਹੀ ਪਾਣੀ 'ਚ ਰਹੇਗਾ। ਜਲ ਮੈਂ ਰਹੋ ਸਦੀਵ ਬਿਸਾਲਾ। ਕਹਿਣ ਲੱਗੇ ਫੇਰ ਤੇਰਾ ਜਿਹੜਾ ਹੈ ਤੇਰਾ ਜੀਵਨ ਹੀ ਜਲ ਹੋਵੇਗਾ। ਤੂੰ ਜਲ ਬਿਨਾ ਜੀਉ ਨਹੀਂ ਸਕੇਗਾ। ਤੂੰ ਰਹੇਗਾ ਵੀ ਪਾਣੀ ਵਿੱਚ ਹੀ ਰਹੇਗਾ ਸਾਰੀ ਉਮਰ। ਫਿਰ ਇਹ ਜੂਨ ਤੈਨੂੰ ਐਸੀ ਪ੍ਰਾਪਤ ਹੋਵੇਗੀ। ਸੁਣ ਕੇ ਬਚਨ ਡਰਿਓ ਔਰ ਮਾਹੀ। ਉਸ ਵੇਲੇ ਇਹ ਤਪੀ ਕਹਿੰਦਾ ਜਦੋਂ ਰਾਜਾ ਜਨਕ ਨੇ ਇਹ ਸਰਾਪ ਮੈਨੂੰ ਦੇ ਦਿੱਤਾ ਤਾਂ ਮੈਂ ਬੜਾ ਡਰਿਆ।
ਮੇਰੇ ਮਨ ਵਿੱਚ ਬਹੁਤ ਡਰ ਆਇਆ। ਸਰਾਪ ਅੰਤ ਬੂਝਤ ਪਾਤਾਹੀ। ਕਹਿਣ ਲੱਗੇ ਮੈਂ ਬੇਨਤੀ ਕੀਤੀ ਰਾਜਾ ਜਨਕ ਨੂੰ ਕਿ ਰਾਜਨ ਮੈਨੂੰ ਇਹ ਵੀ ਹੁਣ ਤੂੰ ਦੱਸ ਦੇ ਕਿ ਮੇਰਾ ਜਿਹੜਾ ਹੈ ਇਹ ਸਰਾਪ ਤੇਰਾ ਦਿੱਤਾ ਹੋਇਆ ਇਹਦਾ ਅੰਤ ਕਿਦੋਂ ਹੋਵੇਗਾ, ਇਹ ਜਿਹੜਾ ਹੈ ਤੇਰਾ ਸਰਾਪ ਕਿਦੋਂ ਮੁੱਕੇਗਾ, ਕਿਦੋਂ ਮੈਨੂੰ ਮੁਕਤੀ ਮਿਲੇਗੀ ਫਿਰ। ਬਨ ਕੇ ਬਨ ਕੋ ਜੀਵ ਬਹੋਰੀ। ਕਹਿਣਗੇ ਬਨ ਕੇ ਬਨ ਕੋ ਜੀਵ ਬਹੋਰੀ। ਕਹਿਣਗੇ ਰਾਜਾ ਜਨਕ ਕਹਿੰਦਾ ਹੁਣ ਤਾਂ ਬਚਨ ਹੋ ਗਿਆ, ਜੋ ਹੋਣਾ ਸੀ, ਤੂੰ ਜੀ ਜੰਤ ਬਣਨਾ ਹੀ ਬਣਨਾ। ਤੂੰ ਇਹ ਸਾਗਰ ਦੇ ਵਿੱਚ ਤੂੰ ਮੱਛੀ ਦਾ ਰੂਪ ਧਾਰਨ ਕਰੇਗਾ, ਪਰ ਫਿਰ ਜਦੋਂ ਇੱਕ ਸਮਾਂ ਕਲਯੁਗ ਦਾ ਆਵੇਗਾ ਹੋਏ ਕਿ ਨਹੀਂ ਮੁਕਤ ਕਬ ਮੋਰੀ। ਤੇ ਕਹਿਣ ਲੱਗਾ ਵੀ ਮੈਂ ਬਣ ਤਾਂ ਜਾਵਾਂਗਾ, ਪਰ ਕਹਿੰਦਾ ਮੇਰੀ ਮੁਕਤੀ ਕਿਵੇਂ ਹੋਵੇਗੀ। ਮੈਂ ਇਹ ਸਵਾਲ ਰਾਜਾ ਜਨਕ ਨੂੰ ਕੀਤਾ ਵੀ ਤੁਹਾਡੇ ਤਾਂ ਬਚਨ ਹੋ ਗਏ, ਮੈਨੂੰ ਤਾਂ ਹੁਣ ਮੱਛੀ ਬਣਨਾ ਹੀ ਪੈਣਾ ਵੀ ਤੁਹਾਡੇ ਬਚਨ ਹੁਣ ਝੂਠੇ ਨਹੀਂ ਹੋ ਸਕਦੇ, ਪਰ ਮੈਨੂੰ ਇੱਕ ਗੱਲ ਇਹ ਜ਼ਰੂਰ ਹੁਣ ਦੱਸ ਦਿਓ ਕਿ ਮੇਰੀ ਮੁਕਤੀ ਕਿਦੋਂ ਹੋਵੇਗੀ। ਬੋਲਿਓ ਜਨਕ ਆਏ ਕਲ ਕਾਲਾ। ਰਾਜਾ ਜਨਕ ਇਹ ਗੱਲ ਨੂੰ ਸੁਣ ਕਰਕੇ ਉਹਨਾਂ ਦੇ ਮਨ ਦੇ ਵਿੱਚ ਦਇਆ ਆ ਗਈ, ਤਰਸ ਆ ਗਿਆ। ਕਹਿੰਦੇ ਆਏ ਕਲ ਕਾਲਾ, ਕਹਿੰਦੇ ਕਲਯੁਗ ਦਾ ਸਮਾਂ ਆਵੇਗਾ, ਤਬ ਧਰ ਹੈ ਅਵਤਾਰ ਕਿਰਪਾਲਾ। ਕਹਿਣਗੇ ਉਸ ਵੇਲੇ ਜਿਹੜਾ ਹਨ ਤਬ ਧਰ ਹੈ ਅਵਤਾਰ ਕਿਰਪਾਲਾ, ਕਿਰਪਾ ਦੇ ਘਰ ਪਰਮੇਸ਼ਰ, ਉਹ ਪਾਰ ਬ੍ਰਹਮ ਪਰਮੇਸ਼ਰ ਆਪ ਗੁਰੂ ਨਾਨਕ ਬਣ ਕੇ ਆਉਣਗੇ ਸੰਸਾਰ ਵਿੱਚ। ਪਰਮੇਸ਼ਰ ਆਪ ਗੁਰੂ ਨਾਨਕ ਹੋ ਕੇ ਪ੍ਰਗਟ ਹੋਣਗੇ ਇਸ ਸੰਸਾਰ ਦੇ ਵਿੱਚ। ਜਿਨਕੇ ਚਰਨ ਛੁਹੈ ਜਬ ਆਈ। ਕਹਿਣਗੇ ਜਿਸ ਵੇਲੇ ਉਹਨਾਂ ਦੇ ਚਰਨ ਤੇਰੇ ਸਿਰ ਨੂੰ ਛੋਹਣਗੇ, ਟੱਚ ਕਰਨਗੇ ਤੇਰੇ ਸਿਰ ਨੂੰ, ਤਬ ਇਹ ਸਰਾਪ ਨਾਸ ਹੋਇਆ ਜਾਈ। ਉਸ ਵੇਲੇ ਇਹ ਸਰਾਪ ਦਾ ਨਾਸ ਹੋਵੇਗਾ। ਜਿੱਦਨ ਉਹ ਪਰਮੇਸ਼ਰ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਛੋਹ ਨੂੰ ਪ੍ਰਾਪਤ ਹੋਵੇਗੀ ਤਾਂ ਤੇਰੀ ਮੁਕਤੀ ਉਸ ਵੇਲੇ ਹੀ ਹੋਣੀ ਹੈ। ਬੁਝਿਓ ਜਨਕ ਲਖਿਓ ਮੈਂ ਕੈਸੇ। ਉਸ ਵੇਲੇ ਕਹਿੰਦੇ ਮੈਂ ਜਨਕ ਨੂੰ ਇੱਕ ਸਵਾਲ ਹੋਰ ਕੀਤਾ। ਤਪੀ ਕਹਿੰਦਾ ਵੀ ਮੈਨੂੰ ਫਿਰ ਕਿਵੇਂ ਪਤਾ ਲੱਗੇਗਾ ਵੀ ਕੌਣ ਗੁਰੂ ਨਾਨਕ ਹੈ, ਕੌਣ ਹੈ ਪਰਮੇਸ਼ਰ ਦਾ ਉਹ ਸਰੂਪ, ਉਹ ਪਰਮੇਸ਼ਰ ਦਾ ਆਪਣਾ ਸਰੂਪ ਕਿਹੜਾ ਹੈ, ਮੈਨੂੰ ਕਿਵੇਂ ਪਤਾ ਲੱਗੇਗਾ। ਭੇਦ ਸਰਬ ਸਮਝਾਬ ਹੋਤੈ ਸੇ। ਕਹਿਣ ਲੱਗੇ ਮੈਂ ਬੇਨਤੀ ਕੀਤੀ ਰਾਜਾ ਜਨਕ ਨੂੰ ਵੀ ਸਾਰੀ ਇਹ ਭੇਦ ਵਾਲੀ ਗੱਲ ਮੈਨੂੰ ਸਮਝਾ ਦਿਓ ਹੁਣ ਚੰਗੀ ਤਰ੍ਹਾਂ। ਸੁਨੋ ਮੁਨੀ ਜਬ ਮਿਲ ਹੈ ਆਈ। ਰਾਜਾ ਜਨਕ ਉਸ ਵੇਲੇ ਕਹਿੰਦੇ ਮੇਰੇ ਸਵਾਲ ਨੂੰ ਸੁਣ ਕਰਕੇ ਕਹਿਣ ਲੱਗਾ ਹੇ ਸੁਣੋ ਮੁਨੀ, ਹੇ ਮੁਨੀ ਸੁਣ। ਕਹਿਣਗੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਮੇਲ ਤੇਰੇ ਨਾਲ ਹੋਵੇਗਾ, ਚਰਨ ਛੋਤ ਸੁਧ ਹੋਇਆ ਤੁਝ ਤਾਈ। ਉਹਨਾਂ ਦੀ ਚਰਨ ਛੋਹ ਨੂੰ ਜਦੋਂ ਪ੍ਰਾਪਤ ਹੋਵੇਗੀ ਤਾਂ ਉਸ ਵੇਲੇ ਤੈਨੂੰ ਸੁੱਧ ਹੋ ਜਾਵੇਗੀ, ਤੈਨੂੰ ਸਾਰੀ ਖਬਰ ਹੋ ਜਾਏਗੀ, ਤੈਨੂੰ ਆਪਣੇ ਪਿਛਲੇ ਜਨਮ ਦਾ ਵੀ ਸਾਰਾ ਗਿਆਨ ਹੋ ਜਾਵੇਗਾ। ਮੁਕਤ ਕਰ ਹੈ ਪੁਨ ਜਾਏ ਅਗਾਰੀ। ਤੇ ਫਿਰ ਉਹ ਤੈਨੂੰ ਮੁਕਤੀ ਦੇ ਕਰਕੇ, ਤੈਨੂੰ ਮੁਕਤ ਕਰਕੇ ਫਿਰ ਅੱਗੇ ਜਾਣਗੇ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ। ਸੋ ਤੁਮ ਸ੍ਰੀ ਨਾਨਕ ਨਿਰੰਕਾਰੀ। ਹੁਣ ਇਹ ਤਪੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜੋ ਜਲ ਜੰਤ ਬਣ ਕੇ ਇਹ ਮੱਛੀ ਦੀ ਜੂਨ ਵਿੱਚ ਪਿਆ ਹੋਇਆ ਵਿਚਾਰਾ, ਇਹ ਹੁਣ ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੋ ਤੁਮ ਸ੍ਰੀ ਨਾਨਕ ਨਿਰੰਕਾਰੀ। ਕਹਿਣਗੇ ਉਹ ਤੁਸੀਂ ਹੋ ਨਾਨਕ ਨਿਰੰਕਾਰੀ, ਤੁਸੀਂ ਹੋ ਉਹ ਪਰਮੇਸ਼ਰ ਦੇ ਆਪਣੇ ਸਰੂਪ, ਤੁਸੀਂ ਹੋ ਉਹ ਪਰਮੇਸ਼ਰ ਦਾ ਸਰੂਪ ਜੋ ਕਲਯੁਗ ਵਿੱਚ ਪ੍ਰਗਟ ਹੋਏ ਹੋ। ਅਬ ਉਧਾਰ ਮੇਰਾ ਕਰ ਦੀਜੈ। ਕਹਿਣਗੇ ਹੇ ਸੱਚੇ ਪਾਤਸ਼ਾਹ ਹੁਣ ਮੇਰਾ ਉਧਾਰ ਕਰ ਦਿਓ। ਹੁਣ ਜਿਹੜਾ ਹੈ ਬਹੁਤ ਲੰਮੇ ਸਮੇਂ ਤੋਂ ਮੈਂ ਮੱਛੀ ਬਣਾ ਬੈਠਾ ਹਾਂ, ਪਤਾ ਨਹੀਂ ਕਿੰਨੇ ਹਜ਼ਾਰ ਸਾਲ ਬੀਤ ਗਏ ਹਨ, ਕਿਰਪਾ ਕਰਕੇ ਮੇਰੀ ਮੁਕਤੀ ਕਰ ਦਿਓ ਹੁਣ। ਸਰਨ ਸਰਨ ਮੈਂ ਸਰਨ ਰਖੀਜੈ। ਕਹਿਣਗੇ ਮੈਂ ਸ਼ਰਨ ਹਾਂ, ਮਨ ਕਰਕੇ ਸਰੀਰ ਕਰਕੇ ਮੈਂ ਆਪ ਜੀ ਦੀ ਸ਼ਰਨ ਵਿੱਚ ਹਾਂ। ਪਾਤਸ਼ਾਹ ਜੀ ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲੋ ਹੁਣ। ਤਹਿ ਕੇ ਬੈਨ ਸੁਨੇ ਗੁਣ ਖਾਨੀ। ਤਹਿ ਕੇ ਬੈਨ ਉਹਨਾਂ ਦੇ ਬਚਨ ਸੁਣ ਕਰਕੇ ਗੁਣਾਂ ਦੀ ਖਾਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੋਲੇ ਮధుਰ ਮ੍ਰਿਦੁਲ ਮੁਖਬਾਨੀ। ਮਹਾਰਾਜ ਨੇ ਬੜੀ ਮਿੱਠੀ ਆਵਾਜ਼ ਦੇ ਵਿੱਚ, ਕਿਰਪਾ ਵਾਲੀ ਆਵਾਜ਼, ਉਹ ਆਵਾਜ਼ ਜੋ ਮੁਕਤੀ ਦੇਣ ਵਾਲੀ ਹੈ, ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੋ ਮਿੱਠੇ ਬਚਨ ਮਹਾਰਾਜ ਨੇ ਬੋਲੇ। ਅਸਤੰਗ ਜਾਮ ਆਰ ਬਲ ਤੇਰੀ। ਮਹਾਰਾਜ ਨੇ ਇਹੀ ਬਚਨ ਕੀਤਾ ਕਿ ਹੇ ਤਪੀ ਤੇਰੀ ਬਾਕੀ ਉਮਰ ਜਿਹੜੀ ਹੈ 8 ਜਾਮ ਦੀ ਰਹਿੰਦੀ ਹੈ, ਤੂੰ 8 ਪਹਿਰਾਂ ਦਾ ਤੇਰਾ ਸਵਾਸ ਬਾਕੀ ਰਹਿੰਦੇ ਹਨ। ਮਤਲਬ ਕਿ 8 ਪਹਿਰ ਹੁੰਦੇ ਨੇ 1 ਡੇ, 24 ਘੰਟੇ, ਸੋ ਅਸ਼ਟਜਾਮ। ਕਹਿਣਗੇ 8 ਜਾਮ ਹਨ ਤੇਰੇ, ਹੁਣ ਇੱਕੋ ਦਿਨ ਹੈ। ਕਹਿਣਗੇ ਇਸੇ ਵਕਤ ਜਿਹੜਾ ਅੱਜ ਦਾ ਦਿਨ ਆ ਭਲਕੇ ਤੂੰ ਆਪਣਾ ਸਰੀਰ ਛੱਡ ਦੇਣਾ ਹੈ, ਤੇਰੇ ਕੋ 8 ਜਾਮ ਬਾਕੀ ਰਹਿ ਗਏ ਤੇਰੀ ਉਮਰ ਦੇ। ਪੁਨ ਛੂਟ ਹੈ ਝੱਖ ਦੇਹ ਬਡੇਰੀ। ਜੇ ਫੇਰ ਤੂੰ ਇਸ ਜਿਹੜਾ ਵੱਡਾ ਸਰੀਰ ਮੱਛ ਦਾ ਤੂੰ ਇਹਨੂੰ ਤਿਆਗ ਕਰਕੇ ਇਹਦੇ ਵਿੱਚੋਂ ਤੈਨੂੰ ਛੁਟਕਾਰਾ ਮੁਕਤੀ ਮਿਲ ਜਾਵੇਗੀ। ਵਾਹਿਗੁਰੂ ਸਿਮਰਹੁ ਤਬ ਤਾਈ। ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇਖੋ ਕੈਸੇ ਗੁਰੂ ਹਨ। ਮਹਾਰਾਜ ਨੇ ਮਨੁੱਖਾਂ ਨੂੰ ਵੀ ਤਾਰਿਆ,
ਰੇਤਾਂ ਨੂੰ ਵੀ ਤਾਰਿਆ, ਸਤਿਗੁਰੂ ਜੀ ਅੱਜ ਮੱਛੀ ਨੂੰ ਤਾਰ ਰਹੇ ਹਨ। ਮੱਛੀ ਨੂੰ ਜਿਹੜਾ ਹੈ ਉਪਦੇਸ਼ ਦਿੱਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਤੇਰੇ ਕੋਲ 24 ਘੰਟੇ ਹਨ, 24 ਆਵਰਸ ਹਨ, ਤੂੰ ਹੁਣ ਵਾਹਿਗੁਰੂ ਦਾ ਸਿਮਰਨ ਕਰ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾਮ ਦਾ ਦਾਨ ਦਿੱਤਾ ਉਸ ਮੱਛੀ ਨੂੰ, ਤੇ ਮੱਛੀ ਨੂੰ ਸਿੱਖ ਬਣਾਇਆ ਆਪਣੀ, ਤੇ ਉਸਨੂੰ ਇਹ ਨਾਮ ਦਾ ਦਾਨ ਦਿੱਤਾ, ਇਹ ਉਪਦੇਸ਼ ਗੁਰਮੰਤਰ ਦਾ ਦਿੱਤਾ ਕਿ ਤੂੰ ਵਾਹਿਗੁਰੂ ਜਪਣਾ ਕਰ। ਹੁਣ ਤੇਰੀ ਗਤ ਕਰ ਹੈ ਹਮ ਜਾਏ, ਤੇਰੀ ਗਤੀ ਕਰਕੇ ਅਸੀਂ ਫਿਰ ਇੱਥੋਂ ਅੱਗੇ ਚਲੇ ਜਾਣਾ ਹੈ। ਅਸਤ ਪਹਿਰ ਤਿਨ ਕੀਏ ਜਬ ਜਾਪੂ, ਉਸ ਵੇਲੇ ਇਹ ਮੱਛੀ ਨੇ 8 ਜਾਮ 24 ਘੰਟਿਆਂ ਵਾਸਤੇ ਵਾਹਿਗੁਰੂ ਦਾ ਸਿਮਰਨ ਕੀਤਾ। 8 ਪਹਿਰਾਂ ਵਾਸਤੇ ਉਹ ਮੱਛੀ ਨੇ ਆਪਣਾ ਧਿਆਨ ਵਾਹਿਗੁਰੂ ਦੇ ਸਿਮਰਨ ਵਿੱਚ ਲਾਇਆ ਤੇ ਨਿਰੰਤਰ ਸਮਾਧੀ ਵਿੱਚ ਰਿਹਾ। ਛੂਟਿਓ ਬਹਰ ਦੀਨ ਜੋ ਸਰਾਪੋ, ਫਿਰ ਬਸ ਉਹ ਸਮਾਂ ਆ ਗਿਆ ਜਦੋਂ ਉਹਨੇ ਆਪਣਾ ਸਰੀਰ ਛੱਡ ਦਿੱਤਾ ਤੇ ਉਸ ਨੂੰ ਮੁਕਤੀ ਪ੍ਰਾਪਤ ਹੋ ਗਈ ਉਸ ਮੱਛੀ ਨੂੰ। ਝੱਖ ਤਨ ਤਜ ਕੈ ਸੋ ਤੇ ਕਾਲਾ, ਤੇ ਉਹ ਜਿਹੜਾ ਮੱਛੀ ਦਾ ਸਰੀਰ ਛੱਡ ਕਰਕੇ ਉਹ ਤਪੀ ਜਿਹੜਾ ਸੀਗਾ, ਉਸ ਸਮੇਂ ਜਿਹੜਾ ਹੈ ਉਹਦਾ ਜਿਹੜਾ ਹਨ ਕਮਾਈ ਪੂਰੀ ਹੋ ਗਈ ਤੇ ਸਤਿਗੁਰਾਂ ਨੇ ਆਪਣੇ ਸਰੂਪ ਵਿੱਚ ਮੇਲ ਕਰਾ ਲਿਆ। ਭਾਇਓ ਚਤੁਰ ਭੁਜ ਰੂਪ ਵਿਸਾਲਾ, ਦੇਖੋ ਜਦੋਂ ਉਹ ਆਪਣੇ ਸਰੀਰ ਨੂੰ ਉਹਨੇ ਛੱਡਿਆ, ਭਾਈ ਬਾਲਾ ਜੀ ਕਹਿੰਦੇ ਉਹਨੇ ਚਤੁਰਭੁਜ ਸਰੀਰ ਧਾਰਨ ਕਰ ਲਿਆ, ਕਿਉਂਕਿ ਉਹਦਾ ਇਸ਼ਟ ਜਿਹੜਾ ਸੀਗਾ ਉਹਨੇ ਪਰਮੇਸ਼ਰ ਨੂੰ ਵਿਸ਼ਨੂੰ ਦਾ ਰੂਪ ਕਰਕੇ ਉਸ ਨੂੰ ਧਿਆਉਂਦਾ ਸੀਗਾ, ਉਸ ਦੇ ਵਿੱਚ ਸਮਾਧੀ ਜੋੜ ਕੇ ਰੱਖਦਾ ਸੀ। ਸੋ ਉਸਦੇ ਦਾ ਹੀ ਸਰੂਪ ਬਣ ਕੇ ਪ੍ਰਗਟ ਹੋਇਆ ਸਾਹਮਣੇ। ਕੁੰਡਲ ਕਰਨ ਬਰਨ ਜਿਹੇ ਸਿਆਮੋ, ਦੇਖੋ ਭਾਈ ਬਾਲੇ ਨੇ ਉਸ ਰੂਪ ਨੂੰ ਦੇਖਿਆ ਹੈ, ਇਸ ਕਰਕੇ ਗੁਰੂ ਅੰਗਦ ਸਾਹਿਬ ਜੀ ਨੂੰ ਦੱਸ ਰਹੇ ਹਨ, ਕਹਿੰਦੇ ਉਹਦੇ ਕੁੰਡਲ ਪਾਏ ਹੋਏ ਸਨ, ਬਰਨ ਉਸਦਾ ਜਿਹੜਾ ਸਿਆਮੋ ਸੀਗਾ, ਕਾਲੇ ਰੰਗ ਦਾ ਉਹ ਸਰੀਰ ਸੀਗਾ ਸਾਰਾ। ਸੁੰਦਰ ਦੇਹ ਦੁੱਤੇ ਜਨ ਕਾਮੋ, ਦੇਖੋ ਕਹਿੰਦੇ ਉਹਦੀ ਦੇਹ ਇੰਨੀ ਸੁੰਦਰ ਸੀ ਜਿਵੇਂ ਦੂਜਾ ਹੀ ਕਾਮਦੇਵ ਪ੍ਰਗਟ ਹੋ ਗਿਆ ਹੋਵੇ। ਉਸਤਤ ਕਰ ਬੈਕੁੰਠ ਸਿਧਾਰਿਓ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆ ਕੇ ਉਹਨੇ ਉਸਤਤ ਕੀਤੀ। ਉਸਤਤ ਕਰਦਿਆਂ ਹੋਇਆਂ ਫਿਰ ਉਹ ਬੈਕੁੰਠ ਉਹ ਪਰਮੇਸ਼ਰ ਦੇ ਸਰੂਪ ਵਿੱਚ ਲੀਨ ਹੋਇਆ। ਜੈ ਜੈ ਸਤਿਗੁਰੂ ਬਚਨ ਉਚਾਰਿਓ, ਜੈ ਜੈ ਸਤਿਗੁਰੂ, ਜੈ ਜੈਕਾਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਸ ਤਪੀ ਨੇ ਕੀਤੀ ਆਪਣੇ ਸੂਖਸ਼ਮ ਸਰੂਪ ਦੇ ਵਿੱਚ, ਤੇ ਐਸੇ ਬਚਨ ਮਹਾਰਾਜ ਦੇ ਉਸਤਤ ਦੇ ਗਾਉਂਦਾ ਰਿਹਾ। ਗੁਣ ਗਮਨੇ ਬੇਦੀ ਕੁਲ ਦੀਪਾ, ਗੁਣ ਗਮਨੇ ਫੇਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਗੇ ਜਾਣਾ ਕੀਤਾ। ਪਹੁੰਚੇ ਲੰਕਾ ਕੇਰ ਸਮੀਪਾ, ਮਹਾਰਾਜ ਜੀ ਹੁਣ ਪਹੁੰਚ ਗਏ ਹਨ ਉਹ ਲੰਕਾ ਦੇ ਕੋਲ, ਲੰਕਾ ਦੇ ਨੇੜੇ ਪਹੁੰਚ ਗਏ ਹਨ। ਤੇ ਇਹ ਲੰਕਾ ਦਾ ਜਿਹੜਾ ਹੈ ਜ਼ਿਕਰ ਜਿਹੜਾ ਹੈ ਬੜੀ ਜਿਹੜੀ ਹੈ ਇਸ ਦੀ ਖੋਜ ਕਾਫੀ ਲੋਕਾਂ ਨੇ ਕੀਤੀ ਹੈ। ਇੱਕ ਤਾਂ ਸ੍ਰੀ ਲੰਕਾ ਵੀ ਕਹਿੰਦੇ ਹਨ, ਕਈ ਇਸ ਨੂੰ ਸੁਮਾਤਰਾ ਵਿੱਚ ਕਹਿੰਦੇ ਹਨ, ਕਈ ਜਿਹੜੇ ਹਨ ਉੱਥੇ ਮਲਾਦੋ ਦੀਪ ਕੋਈ ਆਈਲੈਂਡ ਹੈ ਉਸ ਨੂੰ ਲੰਕਾ ਕਹਿੰਦੇ ਹਨ, ਜੋ ਸੁਮਾਤਰਾ ਦੇ ਆਈਲੈਂਡਸ ਦੇ ਕੋਲ ਹੈ। ਪਰ ਕਈਆਂ ਦਾ ਇਹ ਵੀ ਖਿਆਲ ਹੈ ਕਿ ਇਹ ਜਿਹੜਾ ਆਈਲੈਂਡ ਸੀਗਾ ਮਲੇਸ਼ੀਆ ਦੇ ਨਾਲ ਨਾਲ ਹੈ। ਸੋ ਮਲੇਸ਼ੀਆ ਦੇ ਏਰੀਆ ਦੇ ਵਿੱਚ ਇਹ ਲੰਕਾ ਸੀਗੀ ਰਾਵਣ ਦੀ। ਸੋ ਇਸ ਕਰਕੇ ਜਿਹੜਾ ਹੈ ਇਸ ਦੇ ਵਿੱਚ ਥੋੜੇ ਜਿਹੇ ਭੇਦ ਹਨ ਜੋ ਬੜੀ ਖੋਜ ਦੀ ਲੋੜ ਹੈ ਵੀ ਕਿੱਥੋਂ ਤੋਂ ਕਿੱਥੇ ਜਿਹੜਾ ਹੈ ਰਾਮਚੰਦਰ ਨੇ ਇਹ ਸੇਤ ਬ੍ਰਿਜ ਬਣਾ ਕੇ ਤੇ ਕਿਹੜੇ ਆਈਲੈਂਡ ਨੂੰ ਗਏ ਸਨ ਜਿਹਨੂੰ ਲੰਕਾ ਕਿਹਾ ਜਾਂਦਾ ਸੀਗਾ। ਪਰ ਜਿਹੜੇ ਸੁਮਾਤਰਾ ਦੇ ਵਿੱਚ ਇਹ ਆਈਲੈਂਡ ਦਾ ਜ਼ਿਕਰ ਕੀਤਾ ਜਾਂਦਾ ਹੈ, ਕਹਿੰਦੇ ਅੱਜ ਤੱਕ ਵੀ ਥੋੜੀਆਂ ਬਹੁਤੀਆਂ ਉੱਥੇ ਨਿਸ਼ਾਨੀਆਂ ਮਿਲਦੀਆਂ ਹਨ ਜੋ ਕਿ ਬਹੁਤ ਏਂਸ਼ੀਅੰਟ ਸਿਵਲਾਈਜੇਸ਼ਨ ਦੇ ਨਾਲ ਮਿਲਦੀਆਂ ਹਨ। ਸੋ ਇਸ ਦੀ ਜਿਹੜੀ ਹੈ ਬਹੁਤ ਖੋਜ ਦੀ ਲੋੜ ਹੈ ਕਿ ਇਹ ਲੰਕਾ ਹੈ ਕਿੱਥੇ। ਪਰ ਕਈ ਥਾਵਾਂ ਤੇ ਜਿਹੜਾ ਹੈ ਐਸੇ ਵੀ ਜਿਹੜੇ ਹਨ ਸੈਟੇਲਾਈਟ ਦੇ ਜਿਹੜੇ ਹਨ ਇਮੇਜਸ ਆਏ ਹਨ ਜਿੱਥੇ ਇਹ ਪੱਥਰ ਧਰਤੀ ਦੇ ਥੱਲੇ ਅੱਜ ਤੱਕ ਵੀ ਦਿਖਾਈ ਦੇ ਰਹੇ ਹਨ, ਪਰ ਇਹ ਸ੍ਰੀਲੰਕਾ ਦੇ ਏਰੀਆ ਵੱਲ ਦਿਖਾਈ ਦਿੰਦੇ ਹਨ ਵੀ ਉਹ ਪੱਥਰ ਜਿਹੜੇ ਸਨ ਸਾਰੇ ਧਰਤੀ ਦੇ ਥੱਲੇ ਜਿਹੜਾ ਹਨ ਸਮੁੰਦਰ ਦੇ ਥੱਲੇ ਜਿਹੜਾ ਹਨ ਬੇਸ ਦੇ ਵਿੱਚ ਜਾ ਟਿਕੇ ਸਨ। ਸੋ ਉਹ ਜਿਹੜਾ ਹੈ ਸੈਟੇਲਾਈਟ ਇਮੇਜਸ ਨਾਲ ਵੀ ਦਿਸ ਰਹੇ ਹਨ ਅੱਜ ਕੱਲ੍ਹ। ਸੋ ਇਉਂ ਕਰਕੇ ਇਹ ਜਿਹੜੀ ਹੈ ਇਹਨੂੰ ਕਿ ਮਿਥੋਲੋਜੀ ਆਪਾਂ ਨਹੀਂ ਕਹਿ ਸਕਦੇ, ਕਿਉਂਕਿ ਇਸ ਦਾ ਵਰਣਨ ਗੁਰਬਾਣੀ ਵਿੱਚ ਵੀ ਆਉਂਦਾ ਹੈ, ਕਿਉਂਕਿ ਗੁਰਬਾਣੀ ਨੇ ਜਿਹੜੀ ਗੱਲ ਨੂੰ ਕਿਹਾ ਉਹ ਸੱਚ ਹੈ। ਗੁਰਬਾਣੀ ਕੋਈ ਮਿਥੋਲੋਜੀ ਨਹੀਂ ਕਰਦੀ, ਬਾਣੀ ਜਿਹੜੀ ਹੈ ਉਹ ਸੱਚ ਦੱਸਦੀ ਹੈ। ਤੇ ਦੂਸਰੀ ਗੱਲ ਇਹ ਹੈ ਇਹ ਸਾਖੀ ਦੇ ਵਿੱਚ ਥੋੜਾ ਬਹੁਤਾ ਵੀ ਜਿਹੜਾ ਹੈ ਸ਼ੰਕਾ ਨਹੀਂ ਕਰਨਾ, ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿਹਨੂੰ ਮਰਜ਼ੀ ਵੀ ਮਿਲ ਸਕਦੇ ਹਨ, ਕਿਉਂਕਿ ਕਈ ਭਗਤ ਐਸੇ ਹਨ ਜਿਹੜੇ 5 ਖੰਡ ਮੰਨੇ ਹਨ। ਅਖੀਰਲਾ ਖੰਡ ਸੱਚਖੰਡ ਤੋਂ ਪਹਿਲਾਂ ਕਰਮ ਖੰਡ ਹੁੰਦਾ ਹੈ। ਕਰਮ ਖੰਡ ਦੇ ਵਿੱਚ ਕਈ ਜਿਹੜੇ ਹਨ ਭਗਤ ਉੱਥੇ ਰੁਕੇ ਹੋਏ ਹਨ ਜਿਨ੍ਹਾਂ ਨੂੰ ਜਿਹੜਾ ਹਨ ਸਤਿਗੁਰੂ ਜੀ ਆਪਣੀ ਕਿਰਪਾ ਕਰਕੇ ਉਹਨਾਂ ਨੂੰ ਸੱਚਖੰਡ ਵਿੱਚ ਲੈ ਕੇ ਜਾਂਦੇ ਹਨ। ਸੋ ਇਹ ਕਰਮ ਖੰਡ ਦੇ ਵਿੱਚ ਕਈ ਐਸੇ ਭਗਤ ਹਜੇ ਵੀ ਬੈਠੇ ਸਨ ਜਿਨ੍ਹਾਂ ਦੀ ਮੁਕਤੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀਤੀ। ਦੂਸਰੀ ਗੱਲ
ਇਹ ਹੈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਰਬ ਕਲਾ ਸਮਰੱਥ ਹਨ। ਉਹ ਅਕਾਲ ਰੂਪ ਹਨ। ਉਹ ਕੋਈ ਸਮੇਂ ਦੀ ਬੰਦਸ਼ ਵਿੱਚ ਨਹੀਂ ਆਉਂਦੇ। ਸਤਿਗੁਰ ਦੇ ਵਾਸਤੇ ਨਾ ਕੋਈ ਭੂਤਕਾਲ ਹੈ, ਨਾ ਜਿਹੜਾ ਹੈ ਵਰਤਮਾਨ ਹੈ, ਨਾ ਭਵਿੱਖਤਕਾਲ ਹੈ। ਉਹਨਾਂ ਵਾਸਤੇ ਸਾਰਾ ਹੀ ਸਮਾਂ ਇੱਕ ਜੈਸਾ ਹੈ। ਉਹਨਾਂ ਵਾਸਤੇ ਇਸ ਸਮੇਂ ਦੀ ਬੰਦਸ਼ ਨਹੀਂ ਲੱਗਦੀ। ਇਸ ਕਰਕੇ ਆਪਣੀ ਥੋੜੀ ਮਤ ਦੇ ਨਾਲ ਕੋਈ ਸੰਸਾ ਨਹੀਂ ਕਰਨਾ ਚਾਹੀਦਾ ਵੀ ਇਹ ਨਹੀਂ ਹੋ ਸਕਦਾ ਜੀ, ਇਹ ਕਿਵੇਂ ਹੋ ਗਿਆ ਜੀ, ਉਹ ਕਿਵੇਂ ਹੋ ਗਿਆ। ਸਮਾਂ ਇਹ ਆਪਾਂ ਸੋਚਣਾ ਹੈ, ਸ਼ਰਧਾ ਇਹ ਰੱਖਣੀ ਹੈ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਮਰੱਥ ਹਨ, ਉਹਨਾਂ ਤੋਂ ਕੀ ਨਹੀਂ ਹੋ ਸਕਦਾ। ਆਪਾਂ ਆਪਣੀ ਬਿਰਤੀ ਇੱਥੇ ਜੋੜਨੀ ਹੈ, ਕਿਉਂਕਿ ਜੇ ਇੱਥੇ ਜੋੜਾਂਗੇ ਤਾਂ ਉਸ ਪਰਮੇਸ਼ਰ ਦੇ ਰੂਪ ਵਿੱਚ ਤਾਂ ਹੀ ਤਾਂ ਆਪਾਂ ਸਮਾਵਾਂਗੇ ਨਾ। ਜੇ ਆਪਾਂ ਆਪਣੇ ਹੀ ਕੰਡੀਸ਼ਨਸ, ਆਪਣੀਆਂ ਹੀ ਸ਼ਰਤਾਂ ਰੱਖਾਂਗੇ ਤਾਂ ਆਪਣਾ ਜਿਹੜਾ ਹੈ ਆਪਾਂ ਉੱਥੇ ਹੀ ਰੁਕ ਜਾਵਾਂਗੇ। ਜਿਸ ਤਰ੍ਹਾਂ ਕਿ ਕਈ ਭਗਤ ਕਰਮਖੰਡ ਵਿੱਚ ਰੁਕੇ ਹੋਏ ਹਨ। ਦੇਖੋ ਭਗਤ ਕਿੰਨੀ ਭਗਤੀ ਕਰਦਾ ਹੈ, ਪਰ ਜਦੋਂ ਤੱਕ ਉਹਨੂੰ ਗੁਰੂ ਨਾਨਕ ਵਰਗਾ ਗੁਰੂ ਨਾ ਮਿਲੇ ਉਹ ਫਿਰ ਵੀ ਅਟਕ ਜਾਂਦਾ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਮਰੱਥ ਹਨ, ਆਪ ਪਰਮੇਸ਼ਰ ਹਨ। ਫਿਰਤ ਬ੍ਰਿੰਦ ਤਹਿ ਦੀਰਘ ਦਾਨੋ। ਦੇਖੋ ਫਿਰਤ ਕਹਿੰਦੇ ਕਿ ਪਹੁੰਚ ਕੇ ਲੰਕਾ ਦੇ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕੀ ਦੇਖਦੇ ਹਨ, ਉੱਥੇ ਬੜੇ ਦੈਂਤ, ਵੱਡੇ ਵੱਡੇ ਆਕਾਰਾਂ ਵਾਲੇ, ਵੱਡੇ ਵੱਡੇ ਸਰੀਰਾਂ ਵਾਲੇ, ਕਾਲੇ ਰੰਗ ਦੇ ਉੱਥੇ ਆਮ ਤੁਰੇ ਫਿਰਦੇ ਹਨ। ਯਰ ਕੱਜਲ ਕੇ ਬਿਚਰਤ ਮਾਨੋ। ਦੇਖੋ ਕਿ ਭਾਈ ਬਾਲਾ ਜੀ ਕਹਿੰਦਾ ਉਹਨਾਂ ਦੇ ਸਰੀਰ ਤਾਂ ਇਸ ਤਰ੍ਹਾਂ ਲੱਗਦੇ ਸਨ ਜਿਵੇਂ ਕੱਜਲ, ਜਿਵੇਂ ਸੁਰਮੇ ਦੇ ਪਹਾੜ ਹੁੰਦੇ ਹਨ, ਕਾਲੇ ਕਾਲੇ ਪਹਾੜ ਜਿਵੇਂ ਤੁਰੇ ਫਿਰਦੇ ਹਨ। ਇਸ ਤਰ੍ਹਾਂ ਕਰਕੇ ਉਹ ਦੈਂਤ ਉੱਥੇ ਖੁੱਲੇ ਤੁਰੇ ਫਿਰਦੇ ਹਨ। ਤਿਨਹਿ ਬਿਲੋਕ ਡਰਿਓ ਮਰਦਾਨਾ। ਉਹਨਾਂ ਨੂੰ ਦੇਖ ਕਰਕੇ ਭਾਈ ਮਰਦਾਨਾ ਫੇਰ ਡਰ ਗਿਆ। ਉਹਨਾਂ ਨੂੰ ਡਰ ਆ ਗਿਆ ਵੀ ਇਹ ਆਪਾਂ ਕਿੱਥੇ ਆ ਗਏ, ਇਹ ਤਾਂ ਜਿਹੜੇ ਹਨ ਕਾਲੇ ਕਾਲੇ ਬੰਦੇ, ਦੈਂਤ ਵੱਡੇ ਵੱਡੇ ਸਰੀਰਾਂ ਵਾਲੇ, ਇਹ ਸਾਡਾ ਜਿਹੜਾ ਹੈ ਸਾਨੂੰ ਛੱਡਣਗੇ ਇਹ ਕਿ ਨਹੀਂ। ਹੋਏ ਅਧੀਰਜ ਬਚਨ ਬਖਾਨਾ। ਜਦੋਂ ਉਹ ਅਧੀਰਜ ਨੂੰ ਧਾਰਨ ਕੀਤਾ, ਭਾਈ ਮਰਦਾਨਾ ਜੋ ਅਧੀਰਜ ਹੋਇਆ, ਜਦੋਂ ਉਹਨਾਂ ਨੇ ਹੌਸਲਾ ਛੱਡਿਆ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਬੇਨਤੀ ਕਰਨ ਲੱਗਿਆ। ਰਾਖਸ ਗਹਿ ਆਨ ਹਮ ਤਾਈ। ਕਹਿੰਦੇ ਪਾਤਸ਼ਾਹ ਜੀ ਇਹ ਰਾਖਸ਼ ਸਾਰੇ ਖੁੱਲੇ ਤੁਰੇ ਫਿਰਦੇ ਹਨ, ਇੱਥੇ ਪਤਾ ਨਹੀਂ ਕਿਹਨੇ ਆ ਕੇ ਸਾਨੂੰ ਫੜ ਲੈਣਾ ਹੈ। ਅਸੀਂ ਤਾਂ ਇਹਨਾਂ ਦੇ ਇੱਕ ਮੁੱਠ 'ਚ ਤਿੰਨਾਂ ਨੇ ਆ ਜਾਣਾ ਹੈ। ਇਹਨਾਂ ਦੇ ਸਰੀਰ ਤਾਂ ਏਡੇ ਵੱਡੇ ਵੱਡੇ ਹਨ ਤੇ ਇਹਨਾਂ ਦੇ ਮੂੰਹ ਇੰਨੇ ਭਿਆਨਕ ਹਨ, ਕਹਿੰਦੇ ਇਹ ਨਹੀਂ ਸਾਨੂੰ ਛੱਡਣਗੇ ਹੁਣ। ਭਖਿਆ ਨ ਕਰੈ ਨਾ ਬਿਲਮ ਲਗਾਈ। ਦੇਖੋ ਇਹਨਾਂ ਨੇ ਖਾਂਦਿਆਂ ਹੋਇਆਂ ਕੋਈ ਦੇਰੀ ਨਹੀਂ ਲਾਉਣੀ, ਬਸ ਇੱਕ ਹੀ ਜਿਹੜਾ ਹਨ ਮੂੰਹ 'ਚ ਪਾਉਣੇ ਹਨ ਤੇ ਇਹਨਾਂ ਨੇ ਸਾਨੂੰ ਚੱਬ ਕੇ ਖਾ ਜਾਣਾ ਹੈ। ਇਹਨਾਂ ਸਮੀਪ ਨਹਿ ਚਲੋ ਗੁਸਾਈ। ਪਾਤਸ਼ਾਹ ਜੀ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਤੁਰੇ ਜਾਂਦੇ ਹਨ। ਉਹ ਕਹਿੰਦੇ ਪਾਤਸ਼ਾਹ ਜੀ ਅੱਗੇ ਨਾ ਜਾਓ, ਹੁਣ ਮਹਾਰਾਜ ਇੱਥੇ ਹੀ ਬਹਿ ਜੀ, ਆਪਾਂ ਦੂਰ ਹੋ ਕੇ ਜੇ ਨੇੜੇ ਚਲੇ ਗਏ ਤਾਂ ਉਹਨਾਂ ਨੇ ਦੇਖ ਲੈਣਾ ਸਾਨੂੰ, ਜੇ ਦੇਖ ਲਿਆ ਤਾਂ ਉਹਨਾਂ ਨੇ ਖਾ ਵੀ ਜਾਣਾ ਹੈ। ਅਪਰ ਸਥਾਨ ਬਿਲੋਕ ਹੋ ਜਾਏ। ਪਾਤਸ਼ਾਹ ਜੀ ਲੰਕਾ ਨੂੰ ਰਹਿਣੇ ਦਿਓ, ਕਿਉਂਕਿ ਭਾਈ ਮਰਦਾਨੇ ਨੇ ਕਿਹਾ ਸੀ ਨਾ ਵੀ ਲੰਕਾ ਦੇਖਣੀ ਹੈ। ਉਹਨਾਂ ਨੇ ਇੱਛਾ ਤਾਂ ਭਾਈ ਮਰਦਾਨੇ ਨੇ ਕੀਤੀ ਸੀਗੀ। ਹੁਣ ਗੁਰੂ ਨਾਨਕ ਸਾਹਿਬ ਜੀ ਲੰਕਾ ਲੈ ਗਏ। ਹੁਣ ਭਾਈ ਮਰਦਾਨਾ ਕਹੇ ਮਹਾਰਾਜ ਕੋਈ ਨਹੀਂ, ਮਹਾਰਾਜ ਰਹਿੰਦੀ ਹੈ ਲੰਕਾ ਨੂੰ, ਮੈਂ ਨਹੀਂ ਹੁਣ ਲੰਕਾ ਦੇਖਣੀ, ਆਪਾਂ ਇੱਥੋਂ ਹੋਰ ਕਿਤੇ ਚੱਲੀਏ। ਹਾਂਜੀ ਆਪਾਂ ਸੋਹਣੇ ਕੋਈ ਹੋਰ ਥਾਂ ਤੇ ਚੱਲੀਏ। ਸੁਣ ਕੇ ਬੋਲੇ ਪਰਮ ਪੁਨੀਤਾ। ਇਹ ਜਿਹੜੇ ਹਨ ਡਰ ਵਾਲੇ ਬਚਨ, ਭੈਦਾਇਕ ਬਚਨ ਜੋ ਭਾਈ ਮਰਦਾਨੇ ਨੇ ਕੀਤੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੁਣ ਕੇ ਜੋ ਪਰਮ ਪੁਨੀਤਾ, ਜੋ ਸ੍ਰਿਸ਼ਟ ਕਰਕੇ ਪਵਿੱਤਰ ਹਨ ਗੁਰੂ ਨਾਨਕ ਸਾਹਿਬ ਜੀ। ਪੜਤ ਸੁਨਤ ਰਹਤਾ ਤੂੰ ਨੀਤਾ। ਹੁਣ ਭਾਈ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਮਰਦਾਨਿਆ ਤੂੰ ਪੜਦਾ ਵੀ ਰਹਿਣਾ ਹਾਂ, ਤੂੰ ਸੁਣਦਾ ਵੀ ਰਹਿਣਾ ਹਾਂ ਹਰ ਵੇਲੇ। ਹਿਰਦੈ ਵਿਚਾਰ ਏਕ ਨਹਿ ਆਇਓ। ਦੇਖੋ ਤੂੰ ਗੁਰਬਾਣੀ ਨੂੰ ਪੜ੍ਹ ਕੇ ਤੂੰ ਜਿਹੜਾ ਹਨ ਰਾਗਾਂ ਵਿੱਚ ਗਾਉਂਦਾ ਵੀ ਹੈ, ਤੂੰ ਗੁਰਬਾਣੀ ਦੀ ਵਿਚਾਰ ਵੀ ਸਾਤੋਂ ਪੁੱਛਦਾ ਰਹਿਣਾ ਹਾਂ, ਪਰ ਕਹਿੰਦੇ ਹਿਰਦੇ ਵਿਚਾਰ ਏਕ ਨਹਿ ਆਇਓ। ਤੇਰੇ ਮਨ ਵਿੱਚ ਹਜੇ ਇਜਰੇ ਹਿਰਦੇ ਵਿੱਚ ਹਜੇ ਇੱਕ ਵੀ ਵਿਚਾਰ ਨਹੀਂ ਆਈ। ਕਿਉਂ ਤੇਰਾ ਭਰੋਸਾ ਨਹੀਂ ਬਣਿਆ ਮਰਦਾਨਿਆ? ਮਾਰਨ ਵਾਲਾ, ਜਿਉਣ ਵਾਲਾ ਉਹ ਪਰਮਾਤਮਾ ਆਪ ਹੈ। ਉਹ ਮਨੁੱਖ ਦੇ ਹੱਥ ਵਿੱਚ ਕੀ ਹੈ? ਕਹਿਣਗੇ ਹਜੇ ਵੀ ਤੇਰੇ ਮਨ 'ਚ ਕੋਈ ਸ਼ੰਕਾ ਹੈ, ਹਜੇ ਵੀ ਤੂੰ ਨਹੀਂ ਮੰਨਦਾ। ਇੰਨੀ ਤੂੰ ਗੁਰਬਾਣੀ ਪੜ੍ਹਦਾ ਹਾਂ, ਇੰਨਾ ਤੈਨੂੰ ਗਿਆਨ ਹੋ ਗਿਆ, ਤੂੰ ਹਜੇ ਵੀ ਡਰਦਾ ਹਾਂ। ਮਹਾ ਮੋਹ ਮੈਂ ਮਨ ਬਿਰਮਾਇਓ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਮਰਦਾਨਿਆ ਇਹ ਡਰ ਸਿਰਫ ਇੱਕ ਗੱਲ ਕਰਕੇ ਆਉਂਦਾ ਹੈ, ਜਦੋਂ ਬੰਦੇ ਨੂੰ ਮਹਾ ਮੋਹ ਹੁੰਦਾ ਹੈ। ਇਹ ਮਹਾ ਮੋਹ ਕੀ ਆ? ਮਾਇਆ ਦਾ ਮੋਹ। ਇਹ ਜਿਹੜਾ ਮਹਾ ਮੋਹ ਹੈ, ਵੱਡਾ ਮੋਹ, ਜਿਹਦੇ ਕਰਕੇ ਜਿਹੜੀ ਚੀਜ਼ ਆਪਣੇ ਸਰੀਰ ਨਾਲ ਜੁੜੀ ਹੁੰਦੀ ਹੈ, ਜਾਂ ਆਪਣੇ ਸਰੀਰ ਨਾਲ ਹੀ ਮੋਹ ਕਰੀ ਜਾਣਾ, ਆਪਣੇ ਸਰੀਰ ਨਾਲ ਅਟੈਚਮੈਂਟ ਰੱਖਣਾ ਬਹੁਤ ਤਕੜਾ। ਕਹਿਣਗੇ ਇਸ ਕਰਕੇ ਮਨ ਜਿਹੜਾ ਹੈ ਫਿਰ ਬੰਦੇ ਨੂੰ ਪਰਮਾਤਮਾ ਵੱਲੋਂ ਭੁਲਾ ਦਿੰਦਾ ਹੈ, ਸੱਚਾਈ ਵੱਲੋਂ ਬੰਦਾ ਮੂੰਹ ਮੋੜ ਲੈਂਦਾ ਹੈ, ਕਿਉਂਕਿ ਉਹਨੂੰ ਮੋਹ ਹੋ ਜਾਂਦਾ ਹੈ, ਉਹ ਸੈਲਫਿਸ਼ ਬਣ ਜਾਂਦਾ ਹੈ, ਉਹਨੂੰ ਜਿਹੜੀ ਹੈ ਆਪਣੇ ਸਰੀਰ ਦੀ ਪੈ ਜਾਂਦੀ ਹੈ ਕਿ ਮੈਂ ਆਪਣੇ ਸਰੀਰ ਨੂੰ ਬਚਾ ਲਵਾਂ। ਇਸ ਕਰਕੇ ਗੁਰੂ ਨਾਨਕ
ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਜਦੋਂ ਤੱਕ ਆਤਮ ਵਿਚਾਰ ਬੰਦਾ ਨਹੀਂ ਕਰਦਾ, ਇਹ ਡਰ ਨਹੀਂ ਜਾਂਦਾ। ਇਹ ਡਰ ਉਦੋਂ ਜਾਏਗਾ ਜਦੋਂ ਮਹਾ ਮੋਹ ਅੰਦਰੋਂ ਟੁੱਟੇਗਾ। ਲਗਾ ਭੂਤ ਤੁਝ ਤਨ ਅਭਿਮਾਨਾ। ਕਹਿਣ ਲੱਗੇ ਇਹ ਜਿਹੜਾ ਹੈ ਮੋਹ ਜਿਹੜਾ ਹੈ ਇੱਕ ਭੂਤ ਹੈ, ਇੱਕ ਭੂਤ। ਹੁਣ ਦੇਖੋ, ਮੋਹ ਕਰਕੇ ਹੰਕਾਰ ਆ ਜਾਣਾ ਹੈ। ਇਹ ਹੰਕਾਰ ਮੋਹ ਦੇ ਨਾਲ ਹੀ ਹੁੰਦਾ ਹੈ। ਸੋ ਇਹ ਲੱਗਾ ਭੂਤ, ਕਹਿਣ ਲੱਗੇ ਭੂਤ ਹੰਕਾਰ ਦਾ ਤੈਨੂੰ ਲੱਗਿਆ ਹੋਇਆ ਹੈ। ਇਸ ਕਰਕੇ ਇਹ ਤਨ ਅਭਿਮਾਨਾ, ਇਹ ਸਰੀਰ ਦਾ ਹੰਕਾਰ, ਸਰੀਰ ਨੂੰ ਰੱਖਣਾ, ਸਰੀਰ ਨੂੰ ਆਪਣਾ ਮੰਨਣਾ, ਇਹ ਤੈਨੂੰ ਭੂਤ ਚੜਿਆ ਹੋਇਆ ਹੈ। ਜਾਂ ਤੇ ਮਨ ਨਹਿ ਭਰਮ ਮਿਟਾਨਾ। ਇਸ ਕਰਕੇ ਤੇਰੇ ਮਨ ਦਾ ਭਰਮ ਨਹੀਂ ਮਿਟ ਸਕਦਾ ਮਰਦਾਨਿਆਂ। ਇਹ ਜਿਹੜਾ ਹੈ ਮੋਹ ਨੂੰ ਛੱਡ, ਜਿਹਦੇ ਕਰਕੇ ਹੰਕਾਰ ਜਿਹੜਾ ਤਨ ਦੇ ਨਾਲ ਜੁੜਿਆ ਹੋਇਆ ਹੈ ਇਹ ਦੂਰ ਹੋਵੇਗਾ, ਤੇ ਫਿਰ ਜਿਹੜਾ ਇਹ ਭਰਮ ਜਾਏਗਾ। ਨਹੀਂ ਤਾਂ ਇਹ ਭਰਮ ਨਹੀਂ ਜਾਣਾ। ਦੇਖੋ ਨਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜਾ ਸੋਹਣਾ ਉਪਦੇਸ਼ ਦਿੱਤਾ। ਪਹਿਲੀ ਗੱਲ, ਜਦੋਂ ਬੰਦਾ ਵਿਚਾਰ ਨਹੀਂ ਕਰਦਾ ਬਾਣੀ ਤੇ, ਭਰੋਸਾ ਨਹੀਂ ਕਰਦਾ, ਤਾਂ ਫਿਰ ਜਿਹੜਾ ਉਹਨੂੰ ਕੀ ਹੁੰਦਾ ਹੈ, ਉਹਨੂੰ ਜਿਹੜਾ ਆਪਣੇ ਸਰੀਰ ਦਾ ਮੋਹ ਆਉਂਦਾ ਹੈ। ਸਰੀਰ ਦੇ ਮੋਹ ਕਰਕੇ ਹੰਕਾਰ ਆਉਂਦਾ ਹੈ, ਹੰਕਾਰ ਦੇ ਨਾਲ ਭਰਮ ਬਣਦਾ ਹੈ, ਫੇਰ ਭਰਮ ਆ ਜਾਂਦਾ ਹੈ। ਸੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਸਮਝਾਈ ਮਰਦਾਨੇ ਨੂੰ, ਕਹਿਣਗੇ ਜਿਸ ਕਰਕੇ ਤੇਰਾ ਇਹ ਭਰਮ ਕਿਉਂ ਨਹੀਂ ਮਿਟਦਾ, ਕਿਉਂਕਿ ਇਹ ਸਾਰੀਆਂ 5 ਚੀਜ਼ਾਂ ਹੁਣ ਅੱਗੇ ਆ ਗਈਆਂ। ਇਹ ਸਾਰਾ ਜਿਹੜਾ ਹੈ ਕੰਮ ਮੁੱਕੇਗਾ ਜਦੋਂ ਆਤਮ ਵਿਚਾਰ ਅੰਦਰ ਆਉਣੀ ਹੈ, ਜਦੋਂ ਬੰਦੇ ਨੂੰ ਇਹ ਪਤਾ ਲੱਗਣਾ, ਭਰੋਸਾ ਆਉਣਾ ਹੈ ਕਿ ਮੇਰੇ ਵਿੱਚ ਪਰਮਾਤਮਾ ਆਪ ਵਰਤਦਾ ਹੈ। ਉਹੀ ਪਰਮਾਤਮਾ ਦਾ ਸਰੂਪ ਹੀ ਹੈ ਜੋ ਸਾਰੇ ਕਿਤੇ ਵਰਤਦਾ ਹੈ। ਉਹ ਤੋਂ ਬਿਨਾ ਕੋਈ ਨਹੀਂ ਹੈਗਾ, ਨਾ ਕੋਈ ਹੋ ਸਕਦਾ ਹੈ। ਇਹ ਭਰੋਸਾ ਜਦੋਂ ਤੱਕ ਨਹੀਂ ਬਣਦਾ ਤਾਂ ਭਰਮ ਰਹਿ ਜਾਂਦਾ ਹੈ। ਜਿਹ ਕੋ ਭੂਤ ਲਗਤ ਹੈ ਆਏ। ਦੇਖੋ, ਜਿਨ੍ਹਾਂ ਨੂੰ ਇਹ ਹੰਕਾਰ ਦਾ ਭੂਤ ਲੱਗਿਆ ਰਹਿੰਦਾ ਹੈ, ਸੋ ਸਰੂਪ ਨਿਜ ਦੇਤ ਭੁਲਾਏ। ਉਹ ਫਿਰ ਆਪਣਾ ਨਿਜ ਸਰੂਪ ਜੋ ਆਤਮਾ ਸਰੂਪ ਹੈ ਉਹਨੂੰ ਭੁਲਾ ਦਿੰਦਾ ਹੈ। ਇਹ ਭਰਮ ਐਸੀ ਚੀਜ਼ ਹੈ। ਸੋ ਇਹ ਭਰਮ ਜਿਹੜਾ ਹੁੰਦਾ ਹੈ ਕਿ ਆਪਣੇ ਆਤਮਾ ਸਰੂਪ ਨੂੰ ਬੰਦੇ ਨੂੰ ਭੁਲਾ ਦਿੰਦਾ ਵੀ ਉਹ ਅਸਲ ਵਿੱਚ ਹੈ ਕੀ। ਉਹ ਆਪਣੇ ਆਪ ਨੂੰ ਸਰੂਪ ਜਿਹੜਾ ਹਨ ਭਰਮ ਕਰਕੇ ਆਪਣੇ ਆਪ ਨੂੰ ਸਰੀਰ ਮੰਨੀ ਬੈਠਾ ਹੈ। ਆਪ ਭੂਤ ਨਾ ਹੋਵਤ ਸੋ। ਦੇਖੋ, ਆਪ ਭੂਤ ਨਾ ਹੋਵਤ ਸੋ ਕਹਿਣ ਲਗੇ ਆਪ ਜਿਹੜਾ ਹੈ, ਕਹਿਣ ਲਗੇ ਇਹ ਹੰਕਾਰ ਜਿਹੜਾ ਹੈ ਇਹੀ ਭੂਤ ਹੈ। ਇਹ ਭੂਤ ਜਿਹੜਾ ਹੈ ਕਹਿੰਦੇ ਹੋਵਤ ਸੋ, ਕਹਿੰਦੇ ਉਹੀ ਹੁੰਦਾ ਹੈ। ਮੰਤਰਨ ਸੋ ਝਾਰੈ ਜੋ ਕੋ। ਕਹਿੰਦੇ ਮੰਤਰਨ ਸੋ ਝਾਰੈ ਜੋ ਕੋ। ਇਹ ਦੂਰ ਜਿਹੜਾ ਹੈ ਉਦੋਂ ਹੁੰਦਾ ਹੈ ਜਦੋਂ ਕਿਤੇ ਗੁਰੂ ਮੰਤਰ ਨੂੰ ਆਪਕੇ ਧਾਰਨ ਕਰਦਾ ਹੈ। ਨਹੀਂ ਤਾਂ ਬੰਦਾ ਆਪਣੇ ਆਪ ਹੀ ਭੂਤ ਬਣਿਆ ਫਿਰਦਾ ਹੈ। ਬੰਦੇ ਨੂੰ ਹੋਰ ਕਿਸੇ ਦਾ ਡਰ ਨਹੀਂ ਹੁੰਦਾ, ਉਹਨੂੰ ਆਪਣੇ ਆਪ ਦਾ ਹੀ ਡਰ ਸ਼ੁਰੂ ਹੋ ਜਾਂਦਾ ਹੈ। ਉਹ ਆਪਣਾ ਆਪ ਕੀ ਹੰਕਾਰ ਕਰਕੇ ਉਹਨੂੰ ਜਿਹੜਾ ਭਰਮ ਹੁੰਦਾ ਹੈ, ਉਹ ਭਰਮ ਕਿਉਂ ਹੁੰਦਾ ਹੈ, ਉਹ ਆਪਣੇ ਆਪ ਨੂੰ ਗਵਾਉਣਾ ਨਹੀਂ ਚਾਹੁੰਦਾ। ਇਸ ਕਰਕੇ ਉਹ ਆਪ ਹੀ ਭੂਤ ਬਣ ਜਾਂਦਾ ਹੈ। ਸੋ ਇਸ ਕਰਕੇ ਬੰਦਾ ਹੋਰ ਭੂਤਾਂ ਤੋਂ ਤਾਂ ਬਚਾ ਕਰ ਸਕਦਾ ਹੈ। ਜੇ ਉਹ ਆਪਣੇ ਆਪ ਨੂੰ ਹੀ ਭੂਤ ਬਣਾ ਲਵੇ ਤਾਂ ਕਿਹਦੇ ਤੋਂ ਬਚੇਗਾ? ਉਹਨੇ ਡਰ ਤਾਂ ਆਪਣੇ ਅੰਦਰੋਂ ਹੀ ਪੈਦਾ ਕਰ ਲਿਆ। ਸੋ ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹੇ ਮੰਤਰਨ ਸੋ ਝਾਰੈ ਜੋ ਕੋ। ਜੇ ਕੋਈ ਗੁਰੂ ਮਹਾਰਾਜ ਨੂੰ ਧਾਰਨ ਕਰੇਗਾ, ਗੁਰੂ ਨਾਨਕ ਨੂੰ ਆਪਣਾ ਗੁਰੂ ਬਣਾਵੇਗਾ, ਗੁਰੂ ਮੰਤਰ ਦਿੱਤਾ ਹੋਇਆ ਮੂਲ ਮੰਤਰ ਨੂੰ ਜਾਪ ਕਰੇਗਾ, ਤਾਂ ਉਹਦੇ ਵਿੱਚੋਂ ਇਹ ਜਿਹੜਾ ਇਹ ਮੰਤਰਾਂ ਦੇ ਕਰਕੇ ਉਦੋਂ ਝਾੜਨ ਹੋਵੇਗਾ, ਤਾਂ ਇਹ ਭੂਤ ਉਤਰੇਗਾ ਉਹਦੇ ਵਿੱਚੋਂ, ਹੰਕਾਰ ਭਰਮ ਦਾ। ਇੱਕ ਸਹਿ ਭੂਤ ਵਹਿਰ ਸੁਧ ਜਨ ਹੈ। ਦੇਖੋ, ਫੇਰ ਜਦੋਂ ਇਹ ਭੂਤ ਝਾੜਨ ਕਰਕੇ ਮੰਤਰਾਂ ਦੇ ਜਾਪ ਕਰਕੇ ਦੂਰ ਹੋਵੇਗਾ ਤਾਂ ਸੁਧ ਜਾਣੇ, ਉਦੋਂ ਫਿਰ ਗਿਆਨ ਹੋਣਾ ਹੈ। ਉਦੋਂ ਫਿਰ ਆਤਮ ਦੀ ਸੋਝੀ ਪੈਣੀ ਹੈ ਕਿ ਹੇ ਪਰਮਾਤਮਾ ਹੀ ਸਭ ਕੁਝ ਸੀਗਾ, ਮੈਂ ਤਾਂ ਕੁਝ ਵੀ ਨਹੀਂ ਸੀਗਾ ਜੋ ਮੈਂ ਆਪਣੇ ਆਪ ਨੂੰ ਸਮਝੀ ਬੈਠਾ ਸੀ ਹੁਣ ਤੱਕ। ਨਿਜ ਸਰੂਪ ਕੋ ਤਬਹਿ ਪਛਾਨ ਹੈ। ਫੇਰ ਆਪਣੇ ਨਿਜ ਸਰੂਪ ਦੀ ਪਹਿਚਾਣ ਹੁੰਦੀ ਹੈ। ਜਿਵੇਂ ਹਨੇਰੇ ਦੇ ਵਿੱਚ ਪਈ ਰੱਸੀ ਵੀ ਸੱਪ ਦਾ ਜਿਹੜਾ ਹੈ ਉਹ ਸੱਪ ਕਰਕੇ ਦਿਖਾਈ ਦਿੰਦੀ ਹੈ, ਸੱਪ ਦਾ ਭੈ ਦੇ ਦਿੰਦੀ ਹੈ। ਪਰ ਜੇ ਬੱਤੀ ਜਗਾ ਕੇ ਜਾਂ ਲਾਈਟ ਵਿੱਚ ਦੇਖੀਏ ਤਾਂ ਰੱਸੀ ਹੈ, ਫਿਰ ਰੱਸੀ ਤੋਂ ਡਰ ਨਹੀਂ ਕੋਈ ਵੀ ਲੱਗਦਾ। ਇਸ ਕਰਕੇ ਇਹ ਜਿਹੜਾ ਅੰਦਰੋਂ ਜਿਹੜਾ ਹੈ, ਜਦੋਂ ਤੱਕ ਆਪਣੇ ਅੰਦਰ ਅਗਿਆਨਤਾ ਹੈ, ਜਿਹਦੇ ਕਰਕੇ ਹੰਕਾਰ ਤੇ ਭਰਮ ਹੈ, ਉਹਦੇ ਕਰਕੇ ਆਪਾਂ ਨੂੰ ਡਰ ਲੱਗਿਆ ਰਹਿੰਦਾ ਹੈ। ਸੋ ਜਦੋਂ ਅੰਦਰ ਗਿਆਨ ਦਾ ਚਾਨਣ ਹੁੰਦਾ ਹੈ, ਉਸ ਚਾਨਣ ਨਾਲ ਦੇਖਿਆ ਜਾਵੇ ਤਾਂ ਆਤਮ ਹੀ ਸਭ ਕੁਝ ਹੈ, ਪਰਮੇਸ਼ਰ ਹੀ ਸਭ ਪਾਸੇ ਹੈ। ਇਸ ਕਰਕੇ ਫਿਰ ਸਾਰਾ ਹੀ ਭਰਮ ਦੂਰ ਹੋ ਜਾਂਦਾ ਤੇ ਆਪਣੇ ਸਰੂਪ ਦੀ ਪਹਿਚਾਣ ਹੋ ਜਾਂਦੀ ਹੈ। ਦ ਰੀਅਲਾਈਜੇਸ਼ਨ ਆਫ ਦ ਰੀਅਲ ਸੈਲਫ ਉਹ ਆ ਜਾਂਦਾ ਹੈ। ਜਬ ਲਗ ਭੂਤ ਲੱਗੈ ਦੁਖ ਪਾਵ ਹੈ। ਜਦੋਂ ਤੱਕ ਇਹ ਹੰਕਾਰ ਭਰਮ ਦਾ ਭੂਤ ਲੱਗਿਆ ਰਵੇ ਤਾਂ ਬੰਦਾ ਦੁੱਖ ਪਾਉਂਦਾ ਹੈ। ਸਿਰਫ ਇਹ ਜਨਮ 'ਚ ਨਹੀਂ, ਉਹਨੇ ਮਰ ਕੇ ਵੀ ਅਗਲੀ ਜਨਮ ਵੀ ਜਿਹੜਾ ਧਾਰਨ ਕਰੇਗਾ ਉਹਦੇ ਵਿੱਚ ਵੀ ਦੁੱਖ ਪਾਵੇਗਾ।
ਇਹ ਦੁੱਖ ਕਿਤੇ ਵੀ ਨਹੀਂ ਮੁੱਕਣਾ ਜਦੋਂ ਤੱਕ ਇਹ ਭਰਮ ਦਾ ਭੂਤ ਉਤਰ ਨਾ ਜਾਵੇ, ਉਦੋਂ ਤੱਕ ਬੰਦਾ ਦੁੱਖ ਪਾਉਂਦਾ ਹੈ। ਨਿਕ ਸਹਿ ਵਹਿਰ ਆਨੰਦ ਸਮਾਵਹਿ। ਦੇਖੋ ਜਦੋਂ ਇਹ ਭੂਤ ਜਿਹੜਾ ਹਨ ਭਰਮ ਦਾ ਭੂਤ ਦੂਰ ਹੋ ਜਾਵੇ ਤਾਂ ਫਿਰ ਉਹ ਜੀਵ ਜਿਹੜਾ ਹੈ ਆਨੰਦ ਵਿੱਚ ਸਮਾ ਜਾਂਦਾ ਹੈ। ਸਤ ਚੇਤਨ ਸਰੂਪ ਜੋ ਪਰਮਾਤਮਾ ਹੈ ਉਹਦੇ ਵਿੱਚ ਉਹ ਸਮਾ ਜਾਂਦਾ, ਉਹਦੇ ਨਾਲ ਮਿਲ ਜਾਂਦਾ ਹੈ। ਤਨ ਹੰਤਾ ਤੁਝ ਲਾਗਿਓ ਭੂਤੰ। ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਮਰਦਾਨਿਆ ਤੈਨੂੰ ਤਨ ਹੰਤਾ ਤੁਝ ਲਾਗਿਓ ਭੂਤੰ, ਤੈਨੂੰ ਭੂਤ ਚੜਿਆ ਹੈ ਤਨ ਹੰਤਾ ਦਾ, ਤਨ ਅਭਿਮਾਨ ਦਾ, ਤੈਨੂੰ ਆਪਣੇ ਸਰੀਰ ਦਾ ਫਿਕਰ ਵੀ ਮੈਨੂੰ ਖਾ ਜਾਏਗਾ, ਮੈਂ ਮਰ ਜਾਵਾਂਗਾ। ਇਹੀ ਡਰ, ਇਹੀ ਜਿਹੜਾ ਹੈ ਇੱਕ ਭਰਮ ਹੈ ਜਿਹਦੇ ਕਰਕੇ ਬੰਦਾ ਪਰਮਾਤਮਾ ਨੂੰ ਪਛਾਣਨ ਤੋਂ ਰਹਿ ਜਾਂਦਾ ਹੈ, ਉਹ ਨਹੀਂ ਪਛਾਣ ਕਰ ਸਕਦਾ। ਨਿਜ ਸਰੂਪ ਭੁੱਲਿਓ ਅਤ ਭੂਤੰ। ਦੇਖੋ ਜਦੋਂ ਇਹ ਜਿਹੜਾ ਬੜਾ ਪਵਿੱਤਰ ਹੈ ਉਹ ਪਰਮਾਤਮਾ ਦਾ ਸਰੂਪ, ਉਹ ਤੋਂ ਬੰਦਾ ਭੁੱਲ ਜਾਂਦਾ ਹੈ। ਮੰਤਰ ਸਤਿਗੁਰ ਸ਼ਬਦ ਸੁਜਾਨਾ। ਇਸ ਕਰਕੇ ਜੋ ਮੰਤਰ ਗੁਰ ਮੰਤਰ ਤੇ ਮੂਲ ਮੰਤਰ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਿੱਤੇ, ਬੀਜ ਮੰਤਰ ਦਿੱਤਾ, ਮਹਾ ਮੰਤਰ ਦਿੱਤਾ, ਮੂਲ ਮੰਤਰ ਦਿੱਤਾ, ਗੁਰ ਮੰਤਰ ਦਿੱਤਾ, ਤੇ ਜਿਹੜਾ ਹੈ ਸਤਿਗੁਰਾਂ ਨੇ ਜਿਹੜਾ ਹੈ ਐਸੇ ਜਿਹੜੇ ਮੰਤਰ ਦਿੱਤੇ ਹਨ। ਹੁਣ ਦੇਖੋ 4 ਮੰਤਰ ਤਾਂ ਐਸੇ ਹਨ ਜੋ ਬੀਜ ਮੰਤਰ ਹੈ, ਮਹਾ ਮੰਤਰ ਹੈ, ਮੂਲ ਮੰਤਰ ਹੈ, ਮਾਲਾ ਮੰਤਰ ਹੈ, ਉਸ ਤੋਂ ਜਿਹੜਾ ਹਨ 5ਵਾਂ ਗੁਰ ਮੰਤਰ ਹੈ। ਸੋ 5 ਮੰਤਰ ਇਹ ਸਤਿਗੁਰਾਂ ਨੇ ਆਪਾਂ ਨੂੰ ਬਖਸ਼ੇ ਹਨ। ਜਦੋਂ ਇਹਨਾਂ ਦੇ ਨਾਲ ਜਿਨ੍ਹਾਂ ਦਾ ਜਾਪ ਗੁਰੂ ਨੂੰ ਧਾਰਨ ਕਰਨ ਤੋਂ ਬਾਅਦ ਮਿਲਦਾ ਹੈ, ਕਿਉਂਕਿ ਗੁਰੂ ਮਹਾਰਾਜ ਆਪਾਂ ਨੂੰ ਨਾਮ ਦਾ ਦਾਨ ਦਿੰਦੇ ਹਨ, ਇਸ ਕਰਕੇ ਸਿੱਖ ਨੂੰ ਅੰਮ੍ਰਿਤ ਛਕਣਾ ਬਹੁਤ ਜ਼ਰੂਰੀ ਹੈ। ਕਿਉਂਕਿ ਜੇ ਅੰਮ੍ਰਿਤ ਛਕਾਂਗੇ ਤਾਂ ਹੀ ਤਾਂ ਆਪਾਂ ਗੁਰੂ ਦੇ ਸਿੱਖ ਬਣਾਂਗੇ ਨਾ, ਤਾਂ ਹੀ ਤਾਂ ਫਿਰ ਆਪਾਂ ਗੁਰੂ ਨੂੰ ਧਾਰਨ ਕਰਦੇ ਹਾਂ। ਜੋ ਗੁਰੂ ਨੂੰ ਧਾਰਨ ਕਰਦੇ ਫਿਰ ਗੁਰੂ ਗੁਰਮੰਤਰ ਦਿੰਦਾ ਹੈ, ਉਹ ਗੁਰਮੰਤਰ ਦਾ ਜਾਪ ਕਰਕੇ ਹੀ ਆਪਣੀ ਮੁਕਤੀ ਹੁੰਦੀ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਮੰਤਰ ਸਤਿਗੁਰੂ ਸ਼ਬਦ ਸੁਝਾਣਾ। ਗੁਰੂ ਮਹਾਰਾਜ ਦਾ ਇੱਕ ਹੋਰ ਮੰਤਰ ਜੋ ਗੁਰੂ ਸ਼ਬਦ ਹੈ, ਗੁਰਬਾਣੀ ਹੈ, ਉਸ ਦੇ ਨਾਲ ਹੀ ਆਪਣੀ ਮੁਕਤੀ ਹੋਣੀ ਹੈ। ਹਿਰਦੈ ਬਸੈ ਮਿਟਹਿ ਤਨ ਮਾਨਾ। ਦੇਖੋ ਜਦੋਂ ਗੁਰਬਾਣੀ, ਜਦੋਂ ਗੁਰੂ ਦਾ ਉਪਦੇਸ਼, ਗੁਰੂ ਦੇ ਦਿੱਤੇ ਹੋਏ ਮੰਤਰ ਹਿਰਦੇ ਵਿੱਚ ਵਸਣਗੇ ਤਾਂ ਹੀ ਫਿਰ ਇਹ ਜਿਹੜਾ ਹਨ ਅਭਿਮਾਨ, ਸਰੀਰ ਦਾ ਹੰਕਾਰ, ਸਰੀਰ ਦਾ ਜਿਹੜਾ ਹੈ ਇਹ ਤਨ ਹੰਤਾ ਜਿਹੜੀ ਇਹ ਤਾਂ ਹੀ ਮਿਟੇਗੀ, ਨਹੀਂ ਤਾਂ ਇਹ ਨਹੀਂ ਮਿਟਣੀ। ਇਹਦੀ ਦਵਾਈ ਸਿਰਫ ਇੱਕੋ ਹੀ ਹੈ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੇ ਇਕੱਠਾਏ, ਇਹ ਗੱਲ ਹੋ ਜਾਂਦੀ ਹੈ। ਤਨ ਹੰਤਾ ਜਬ ਸਰਬ ਗਵਾਏ। ਜਦੋਂ ਇਹ ਹੰਕਾਰ ਬੰਦਾ ਛੱਡਦਾ ਹੈ, ਜਦੋਂ ਤਨ ਹੰਤਾ ਇਹ ਤਨ ਦਾ ਹੰਕਾਰ ਜਦੋਂ ਮਿਟ ਜਾਂਦਾ ਹੈ, ਜਾਂ ਇਹ ਤਨ ਦਾ ਹੰਕਾਰ ਕਿ ਆਪਣੇ ਆਪ ਨੂੰ ਮੰਨਣਾ ਕਿ ਮੈਂ ਕੁਝ ਹਾਂ ਤੇ ਮੈਂ ਇਹ ਹਾਂ, ਮੈਂ ਸਰੀਰ ਹਾਂ, ਮੈਂ ਬਾਂਹ ਹਾਂ, ਮੈਂ ਲੱਤ ਹਾਂ, ਮੈਂ ਇਹ ਹਾਂ, ਮੈਂ ਉਹ ਹਾਂ, ਇਹ ਸਰੀਰ ਦੇ ਅੰਗਾਂ ਨੂੰ ਆਪਣੇ ਆਪ ਸਮਝਣਾ। ਕਹਿੰਦੇ ਤਨ ਹੰਤਾ ਜਬ ਸਰਬ ਗਵਾਈ, ਜਦੋਂ ਇਹ ਤਨ ਹੰਤਾ ਬੰਦਾ ਗਵਾ ਲੈਂਦਾ ਹੈ, ਨਿਜ ਸਰੂਪ ਗਇਓ ਲਖਾਏ। ਫੇਰ ਆਪਣੇ ਨਿਜ ਸਰੂਪ ਦੀ ਉਹਨੂੰ ਗਿਆਨ ਹੁੰਦਾ ਹੈ, ਉਹਨੂੰ ਆਪਣੇ ਸਰੂਪ ਦਾ ਗਿਆਨ ਹੁੰਦਾ ਵੀ ਮੈਂ ਹੈ ਕੀ ਅਸਲ ਵਿੱਚ, ਮੈਂ ਕਿੱਥੋਂ ਆਇਆ ਹਾਂ, ਮੈਂ ਕੀ ਹਾਂ। ਤਬ ਹੀ ਪਾਵ ਹੈ ਮੁਕਤ ਆਨੰਦਾ। ਬਸ ਇਹੀ ਹੈ ਮੁਕਤੀ ਦਾ ਰਸਤਾ। ਜਦੋਂ ਬੰਦੇ ਨੂੰ ਆਪਣੇ ਨਿਜ ਸਰੂਪ ਦਾ ਗਿਆਨ ਹੁੰਦਾ ਤਾਂ ਹੀ ਫਿਰ ਮੁਕਤੀ ਮਿਲਦੀ ਹੈ, ਨਹੀਂ ਤਾਂ ਮੁਕਤੀ ਨਹੀਂ ਕਿਤੇ ਵੀ ਮਿਲਦੀ। ਬੰਦਾ ਕਿੰਨੇ ਹੀ ਲੱਖਾਂ ਕਰੋੜਾਂ ਜਨਮਾਂ ਦੇ ਵਿੱਚ, ਰੀਇਨਕਾਰਨੇਸ਼ਨ ਦੇ ਵਿੱਚ ਬੰਦਾ ਜਿਹੜਾ ਹੈ ਜੰਮਦਾ ਮਰਦਾ ਰਹਿੰਦਾ ਹੈ, ਉਹਨੂੰ ਕਿਤੇ ਵੀ ਮੁਕਤੀ ਨਹੀਂ ਮਿਲਦੀ। ਪਰ ਜਦੋਂ ਤੱਕ ਉਹਨੂੰ ਜਿਹੜਾ ਇਹ ਗਿਆਨ ਨਾ ਹੋਵੇ, ਇਸ ਕਰਕੇ ਇਹ ਗਿਆਨ ਲੈਣ ਵਾਸਤੇ, ਗਿਆਨ ਦੀ ਪ੍ਰਾਪਤੀ ਵਾਸਤੇ ਗੁਰੂ ਜ਼ਰੂਰੀ ਹੈ। ਤੇ ਗੁਰੂ ਜੋ ਉਪਦੇਸ਼ ਦਿੰਦਾ ਹੈ ਉਸ ਦਾ ਜਿਹੜਾ ਹੈ ਉਸ ਜਿਵੇਂ ਗੁਰੂ ਉਪਦੇਸ਼ ਕਰੇ ਉਵੇਂ ਹੀ ਸਿੱਖ ਨੂੰ ਕਰਨਾ ਚਾਹੀਦਾ ਹੈ, ਤਾਂ ਹੀ ਤਾਂ ਮੁਕਤੀ ਹੋਵੇਗੀ। ਬੰਧਨ ਡਾਰ ਮਿਟੈ ਜਮ ਫੰਦਾ। ਦੇਖੋ ਬੰਧਨ ਡਾਰ, ਇਹ ਬੰਧਨ ਜਿਹੜੇ ਮੋਹ ਦੇ ਹਨ ਇਹਨਾਂ ਨੂੰ ਡਾਰ ਕੇ ਸੱਟ ਕੇ ਜਿਹੜਾ ਹਨ ਮਿਟੇ ਜਮ ਫੰਦਾ, ਫੇਰੇ ਜਮਾਂ ਦੀ ਫੰਦੀ ਵੀ ਜਿਹੜੀ ਹੈ, ਜਮਾਂ ਦੀ ਨੂਸ ਜਿਹੜੀ ਹੈ ਉਹ ਮਿਟੇਗੀ। ਨਹੀਂ ਤਾਂ ਜਿਹੜੇ ਐਂਜਲਸ ਆਫ ਡੈਥ ਜਿਹੜੇ ਹੁੰਦੇ ਨੇ, ਜਮਦੂਤ ਹੁੰਦੇ ਨੇ, ਉਹ ਗਲ ਵਿੱਚ ਰੱਸਾ ਪਾ ਕੇ ਫਿਰ ਬੰਦੇ ਨੂੰ ਬੜਾ ਦੁੱਖ ਦਿੰਦੇ ਨੇ। ਸੋ ਮੌਤ ਵੇਲੇ ਬੜਾ ਦੁੱਖ ਹੁੰਦਾ ਹੈ। ਕਹਿੰਦੇ ਜਦੋਂ ਤੱਕ ਆਪਾਂ ਮੋਹ ਦੇ ਬੰਧਨ ਨਹੀਂ ਛੱਡਦੇ ਤਾਂ ਉਹ ਜਮਾਂ ਦੀ ਫੰਦੀ ਜਿਹੜੀ ਹੈ ਉਹ ਵੀ ਨਹੀਂ ਟੁੱਟਣੀ। ਜੈਸੇ ਸਾਪ ਕੰਚ ਕੀ ਡਾਰ ਹੈ। ਦੇਖੋ ਕਹਿੰਦੇ ਇਸ ਤਨ ਹੰਤਾ ਨੂੰ ਕਿਸ ਤਰ੍ਹਾਂ ਛੱਡਣਾ, ਗੁਰੂ ਨਾਨਕ ਸਾਹਿਬ ਜੀ ਇੱਕ ਐਗਜ਼ਾਮਪਲ ਦਿੰਦੇ ਨੇ। ਕਹਿੰਦੇ ਜਿਵੇਂ ਸੱਪ ਆਪਣੀ ਸਕਿਨ ਨੂੰ ਛੱਡਦਾ ਹੈ, ਸੋ ਜਿਹੜੇ ਹਨ ਕੰਚ ਜਿਹੜੀ ਹੁੰਦੀ ਹੈ, ਕੰਚ ਕੀ ਵੀ ਕਹਿੰਦੇ ਹਨ, ਇਹ ਸੱਪ ਜਿਹੜਾ ਆਪਣੀ ਸਕਿਨ ਨੂੰ ਪਿੱਛੇ ਛੱਡ ਜਾਂਦਾ, ਪ੍ਰਾਣੀ ਨੂੰ ਛੱਡ ਜਾਂਦਾ ਹੈ। ਸੋ ਜਿਵੇਂ ਕਹਿੰਦੇ ਸੱਪ ਆਪਣੇ ਜਿਹੜੇ ਹਨ ਆਪਣੇ ਜਿਹੜਾ ਹਨ ਆਪਣੇ ਸਕਿਨ ਨੂੰ ਛੱਡ ਕੇ ਅੱਗੇ ਚਲਿਆ ਜਾਂਦਾ ਹੈ, ਉਹ ਕਿਤੇ ਮੋਹ ਨਹੀਂ ਕਰਦਾ, ਉਹ ਪਿੱਛੇ ਨਹੀਂ ਦੇਖਦਾ। ਤਿਉ ਹਟ ਕੇ ਨਹਿ ਬਹੁਰ ਸੰਭਾਰ ਹੈ। ਦੇਖੋ ਉਹ ਪਿੱਛੇ ਹਟ ਕੇ ਉਹ ਜਿਹੜੀ ਕੰਚ ਕੀ ਸੀਗੀ ਉਹਨੂੰ ਮੁੜ ਕੇ ਨਹੀਂ ਸੰਭਾਲਦਾ, ਉਹਨੂੰ ਛੱਡ ਜਾਂਦਾ ਹੈ
ਤੇ ਇੱਕ ਵਾਰੀ ਉਹਦੇ ਸਰੀਰ ਤੋਂ ਜਿਹੜੀ ਲੈ ਗਈ, ਕਿਉਂਕਿ ਨਵੀਂ ਆ ਜਾਣੀ ਹੈ, ਉਹਨੇ ਪਿਛਲੀ ਛੱਡ ਕੇ ਤੇ ਅੱਗੇ ਚਲਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਇਨਸਾਨ ਨੂੰ ਆਪਣੀ ਤਨ ਦਾ ਹੰਕਾਰ ਛੱਡ ਦੇਣਾ ਚਾਹੀਦਾ ਹੈ। ਤਨ ਕੋ ਮੋਹ ਨਾ ਕਬਹੀ ਲਹੀ, ਇਸ ਕਰਕੇ ਕਦੇ ਵੀ ਆਪਣੇ ਸਰੀਰ ਦਾ ਮੋਹ ਨਹੀਂ ਕਰਨਾ ਚਾਹੀਦਾ। ਮ੍ਰਿਤ ਕਿਦੋਂ ਜੀਵਤ ਬਹੁ ਰਹੀ, ਕਹਿਣ ਲੱਗੇ ਦੇਖੋ ਮ੍ਰਿਤ ਕਿਦੋਂ ਜੀਵਤ ਬਹੁ ਰਹੀ, ਕਹਿਣ ਲੱਗੇ ਜੇ ਜਿਹੜਾ ਹੈ ਮ੍ਰਿਤ ਕਿਦੋਂ, ਕਹਿੰਦੇ ਜਿੱਦੇ ਆਪਾਂ ਭਾਵੇਂ ਮਰ ਵੀ ਜਾਈਏ, ਹਾਂਜੀ ਕਹਿਣ ਲੱਗੇ ਭਾਵੇਂ ਬਹੁਤਾ ਚਿਰ ਜਿਉਂਦੇ ਵੀ ਰਹੀਏ, ਪਰ ਕਹਿੰਦੇ ਫੇਰ ਵੀ ਤਾਂ ਮੌਤ ਆਉਣੀ ਹੋਈ ਹੈ, ਇੱਕ ਦਿਨ ਤਾਂ ਮੁੱਕਣਾ ਹੀ ਹੈ ਕੰਮ। ਨਾਸਵੰਤ ਨਿਤ ਲਖੈ ਸਰੀਰਾ, ਇਸ ਕਰਕੇ ਇਸ ਸਰੀਰ ਨੂੰ ਨਾਸਵੰਤ ਜਾਣੋ, ਭਾਵੇਂ ਉਮਰ ਲੰਮੀ ਹੋਵੇ ਭਾਵੇਂ ਛੋਟੀ ਹੋਵੇ, ਪਰ ਸਰੀਰ ਨੂੰ ਹਰ ਵੇਲੇ ਜਿਹੜਾ ਨਾਸਵੰਤ ਹੀ ਮੰਨਣਾ ਚਾਹੀਦਾ ਹੈ। ਜਿਵੇਂ ਸਤਿਗੁਰੂ ਨੇ ਕਿਹਾ ਹੈ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਸਤਿਗੁਰੂ ਦਾ ਇਹੀ ਉਪਦੇਸ਼ ਹੈ ਕਿ ਇਹਨੂੰ ਨਾਸਵੰਤ ਮੰਨੋ, ਇਸ ਦਾ ਫਿਕਰ ਨਾ ਕਰੋ, ਕਿਉਂਕਿ ਜੀਵਨ ਤੇ ਮਰਨ ਤਾਂ ਜਿਹੜਾ ਹੈ ਸਤਿਗੁਰਾਂ ਦੇ ਆਪਣੇ ਹੱਥ ਵਿੱਚ ਹੈ। ਮਰਨ ਲਿਖਾਏ ਮੰਡਲ ਮੈਂ ਆਏ, ਮਰਨਾ ਤਾਂ ਪਹਿਲਾਂ ਲਿਖਾਇਆ, ਜੀਵਨ ਤਾਂ ਬਾਅਦ ਵਿੱਚ ਹੀ ਮਿਲਿਆ ਹੈ। ਨਹੀਂ ਕਦਾਚਿਤ ਮਨ ਹੈ ਪੀਰਾ, ਦੇਖੋ ਕਿਤੇ ਵੀ ਆਪਣੇ ਸਰੀਰ ਦੀ ਪੀੜ ਨੂੰ ਮੰਨਣਾ ਨਹੀਂ, ਕਿਉਂਕਿ ਸਰੀਰ ਦੀ ਪੀੜ ਤਾਂ ਸਰੀਰ ਤੱਕ ਹੀ ਸੀਮਤ ਰਹਿ ਜਾਂਦੀ ਹੈ, ਪਰ ਇਹ ਸਰੀਰ ਦੀ ਪੀੜ ਆਪਾਂ ਨੂੰ ਕਿਦੋਂ ਮਹਿਸੂਸ ਹੁੰਦੀ ਹੈ, ਜਦੋਂ ਇਹਦੇ ਨਾਲ ਆਪਾਂ ਮੋਹ ਕਰਦੇ ਹਾਂ। ਜਦੋਂ ਮੋਹ ਛੁੱਟ ਜਾਵੇ ਤਾਂ ਸਰੀਰ ਦੀ ਪੀੜ ਵੀ ਆਪਾਂ ਨੂੰ ਦੁਖੀ ਨਹੀਂ ਕਰਦੀ। ਸੋ ਇਹਨੂੰ ਜਿਹੜਾ ਹੈ ਹਮੇਸ਼ਾ ਅਲੱਗ ਜਾਣਨਾ ਹੈ ਵੀ ਆਪਣਾ ਸਰੂਪ ਨਹੀਂ। ਇਹ ਤਾਂ ਸਿਰਫ ਜਿਵੇਂ ਕੋਈ ਬੰਦਾ ਆਪਣੇ ਮੋਟਰ ਕਾਰ 'ਚ ਬੈਠ ਕੇ, ਗੱਡੀ ਵਿੱਚ, ਕਾਰ ਵਿੱਚ ਬਹਿ ਕੇ ਇੱਕ ਥਾਂ ਤੋਂ ਦੂਜੇ ਥਾਂ ਜਾਂਦਾ ਹੈ, ਇਹ ਵੀ ਇੱਕ ਗੱਡੀ ਹੈ, ਇੱਕ ਜਿਹੜਾ ਸਰੀਰ ਇੱਕ ਵਹੀਕਲ ਹੈ ਜਿਹਦੇ ਵਿੱਚ ਆਪਾਂ ਟਰੈਵਲ ਕਰਕੇ ਆਪਾਂ ਮੁਕਤੀ ਤੱਕ ਪਹੁੰਚਣਾ ਹੈ, ਗੁਰੂ ਦਾ ਉਪਦੇਸ਼ ਆਪਾਂ ਕਮਾਉਣਾ ਹੈ। ਸੁਨ ਮਰਦਾਨੇ ਗਿਰਾ ਬਖਾਨੀ, ਇਹ ਜਿਹੜਾ ਉਪਦੇਸ਼ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸੁਣ ਕੇ ਭਾਈ ਮਰਦਾਨਾ ਜੀ ਨੇ ਕਿਹਾ, ਸਭ ਸੁਭ ਯੋਗ ਆਪ ਗੁਣ ਖਾਨੀ, ਮਹਾਰਾਜ ਆਪ ਜੀ ਗੁਣਾ ਦੀ ਖਾਨ ਹੋ, ਆਪ ਜੀ ਟ੍ਰੈਸ਼ਰ ਹੋ ਆਫ ਆਲ ਵਰਚੂਸ, ਸਾਰੇ ਗੁਣਾ ਦੀ ਖਾਨ ਆਪ ਜੀ ਹੋ, ਤੇ ਆਪਨੇ ਜੋ ਉਪਦੇਸ਼ ਦਿੱਤਾ ਬਹੁਤ ਯੋਗ ਹੈ, ਚੰਗਾ ਹੈ। ਮਮ ਪਰ ਕਿਰਪਾ ਹੋਏ ਤੁਮ ਜਬ ਹੀ, ਕਹਿੰਦੇ ਕਿ ਮੈਨੂੰ ਤਾਂ ਇਹ ਜਿਹੜੀ ਪ੍ਰਾਪਤੀ ਉਦੋਂ ਹੀ ਹੋਵੇਗੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਜਦੋਂ ਆਪ ਜੀ ਕਿਰਪਾ ਕਰੋਗੇ। ਭਾਈ ਮਰਦਾਨਾ ਕਹਿੰਦੇ ਗੁਰ ਪ੍ਰਸਾਦ ਦੀ ਅਵਸਥਾ ਹੈ ਨਾ ਪਾਤਸ਼ਾਹ ਜੀ, ਜੋ ਤੁਸੀਂ ਕਿਰਪਾ ਕਰੋਗੇ ਨਾ ਤਾਂ ਉਦੋਂ ਹੀ ਤਾਂ ਮੈਨੂੰ ਆਪਣੇ ਨਿੱਜ ਸਰੂਪ ਦਾ ਪਛਾਣ ਹੋਣੀ ਹੈ। ਮੈਂ ਆਪਣੇ ਨਿੱਜ ਸਰੂਪ ਨੂੰ ਉਦੋਂ ਹੀ ਜਾਣਾਂਗਾ ਨਾ ਜੋ ਤੁਸੀਂ ਕਿਰਪਾ ਕਰੋਗੇ। ਨਿਜ ਸਰੂਪ ਲਖ ਸਕਹੁ ਤਬ ਹੀ, ਮੈਂ ਉਦੋਂ ਹੀ ਆਪਣੇ ਨਿੱਜ ਸਰੂਪ ਨੂੰ ਜਾਣੂਗਾ ਜਦੋਂ ਤੁਸੀਂ ਕਿਰਪਾ ਕਰਦੇ ਹੋ, ਮਿਹਰਬਾਨ ਹੋ ਕੇ। ਇਸ ਬਿਦ ਕਰਤ ਬਰਸ ਪਰ ਜਹਵਾ, ਜਦੋਂ ਜਿਹੜਾ ਭਾਈ ਮਰਦਾਨਾ ਤੇ ਗੁਰੂ ਨਾਨਕ ਸਾਹਿਬ ਜੀ ਇਸ ਤਰ੍ਹਾਂ ਜਿਹੜਾ ਹਨ ਆਪਸ ਵਿੱਚ ਜਿਹੜੇ ਹਨ ਬਚਨ ਬਿਲਾਸ ਕਰ ਰਹੇ ਸਨ, ਦੋਏ ਦੈਂਤ ਆਏ ਚਲ ਤਹਵਾ, ਉਸ ਸਮੇਂ ਤੱਕ ਦੋ ਦੈਂਤ ਚੱਲ ਕਰਕੇ ਆ ਗਏ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਬੈਠੇ ਸਨ। ਹਾਂਡੇ ਹੋਏ ਬੂਝਤ ਭੇ ਐਸੇ, ਖੜੇ ਹੋ ਕੇ ਉਹ ਜਿਹੜੇ ਹਨ ਦੈਂਤ ਉਹ ਪੁੱਛਣ ਲੱਗੇ, ਕਹਤੇ ਆਏ ਕਿਉਂ ਤੁਮ ਵੈਸੇ, ਉਹਨਾਂ ਨੇ ਇਹ ਗੱਲ ਪੁੱਛੀ ਤੇ ਤੁਸੀਂ ਕਿੱਥੋਂ ਆਏ ਹੋ, ਤੇ ਜਿਹੜਾ ਹਨ ਕਿਉਂ ਤੁਮ ਵੈਸੇ, ਇੱਥੇ ਤੁਸੀਂ ਕਿਉਂ ਆ ਕੇ ਬੈਠ ਗਏ। ਸ੍ਰੀ ਗੁਰ ਕਹੈ ਦੂਤ ਹਮ ਰਾਮੂ, ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਹੇ ਦੂਤ ਹਮ ਰਾਮੂ, ਕਹਿਣ ਲੱਗੇ ਅਸੀਂ ਰਾਮ ਹਾਂ। ਮਹਾਰਾਜ ਨੇ ਆਪਣੇ ਆਪ ਨੂੰ ਰਾਮ ਕਿਹਾ ਕਿਉਂਕਿ ਉਸ ਲੰਕਾ ਦੇ ਵਿੱਚ ਰਾਮਚੰਦਰ ਦੀ ਪੂਜਾ ਕਰਿਆ ਕਰਦੇ ਸਨ, ਉਹ ਰਾਮਚੰਦਰ ਨੂੰ ਹੀ ਮੰਨਿਆ ਕਰਦੇ ਸਨ। ਉਹ ਤ੍ਰੇਤੇ ਯੁੱਗ ਤੋਂ ਉੱਥੇ ਰਾਮਚੰਦਰ ਦਾ ਹੀ ਜਿਹੜੀ ਹਨ ਭਗਤੀ ਚੱਲਦੀ ਸੀਗੀ। ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ, ਹੇ ਦੂਤ ਮੈਂ ਉਹ ਰਾਮ ਹਾਂ, ਮੈਨੂੰ ਉਹ ਪਰਮੇਸ਼ਰ ਦਾ ਸਰੂਪ ਜਾਣੋ ਜਿਹਨੂੰ ਤੁਸੀਂ ਰਾਮਚੰਦਰ ਕਰਕੇ ਜਾਣਦੇ ਹੋ। ਮਿਲਨ ਵਿਭੀਖਣ ਕੋ ਹੈ ਕੰਮ, ਤੇ ਸਾਡਾ ਕੰਮ ਕੀ ਹੈ ਇੱਥੇ ਆਉਣ ਦਾ। ਕਹਿੰਦੇ ਵਿਭੀਸ਼ਣ ਜਿਹੜਾ ਸੀਗਾ, ਜਾਂ ਵਿਭੀਖਣ ਇੱਥੇ ਨਾਮ ਆਇਆ ਹੈ। ਵਿਭੀਸ਼ਣ ਜਿਹੜਾ ਸੀਗਾ ਕਹਿੰਦੇ ਜੋ ਰਾਵਣ ਦਾ ਛੋਟਾ ਭਰਾ ਸੀਗਾ, ਜਿਹਨੂੰ ਰਾਮਚੰਦਰ ਰਾਜ ਦੇ ਕੇ ਗਏ ਸਨ ਲੰਕਾ ਦਾ, ਕਹਿੰਦੇ ਅਸੀਂ ਉਹਨੂੰ ਮਿਲਣ ਵਾਸਤੇ ਆਏ ਹਾਂ। ਬਹਿਰ ਨਿਕਸ ਕਹਿ ਆਵ ਹੈ ਪਾਸੋ, ਇਸ ਕਰਕੇ ਵਿਭੀਸ਼ਣ ਨੂੰ ਜਾ ਕੇ ਕਹੋ ਕਿ ਉਹ ਬਾਹਰ ਆਪਣੇ ਮਹਿਲਾਂ ਵਿੱਚੋਂ ਨਿਕਲ ਕਰਕੇ ਬਾਹਰ ਆਵੇ ਤੇ ਸਾਨੂੰ ਮਿਲੇ ਆ ਕੇ। ਮਿਲ ਹੈ ਤਬ ਨਹਿ ਜਾਏ ਅਵਾਸੋ, ਕਹਿਣਗੇ ਉਹਨੂੰ ਅਸੀਂ ਮਿਲਣਾ ਹੈ, ਉਹਨੂੰ ਮਿਲਣ ਤੱਕ ਅਸੀਂ ਇੱਥੇ ਹੀ ਬਹਿਣਾ ਹੈ, ਅਸੀਂ ਇੱਥੇ ਬੈਠੇ ਰਵਾਂਗੇ ਕਿਉਂਕਿ ਵਿਭੀਸ਼ਣ ਨੂੰ ਅਸੀਂ ਮਿਲਣ ਆਏ ਹਾਂ ਤੇ ਉਹਨੂੰ ਮਿਲਣ ਤੋਂ ਬਗੈਰ ਅਸੀਂ ਕਿਤੇ ਨਹੀਂ ਜਾਣਾ ਇੱਥੋਂ। ਹੁਣ ਦੋਹਰਾ ਅਸੁਰ ਸੁਨਤ ਗਮਨੇ ਨਗਰ ਨਿਜ ਪਤ ਕੋ ਸੁਧ ਦੀਨ, ਉਸ ਵੇਲੇ ਇਹ ਦੈਂਤਾਂ ਨੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਹ ਬਚਨ ਸੁਣੇ, ਉਹਨਾਂ ਨੇ ਕੀ ਕੀਤਾ, ਵਾਪਸ ਨਗਰ ਵੱਲ ਉਹ ਮੁੜ ਗਏ।
ਉਹ ਮਹਿਲਾਂ ਵੱਲ ਗਏ ਜਿੱਥੇ ਭਪੀਸ਼ਨ ਦਾ ਮਹਿਲ ਸੀਗਾ, ਪੈਲਸ ਸੀਗਾ, ਕਿਉਂਕਿ ਉਹ ਰਾਜਾ ਸੀਗਾ ਉਸ ਥਾਂ ਦਾ। ਨੀਕੇ ਉਪਬਨ ਕੇ ਬਿਖੈ ਬੈਠੇ ਮਾਨੁਖ ਤੀਨ। ਤੇ ਉਹਨਾਂ ਨੇ ਜਾ ਕੇ ਭਪੀਸ਼ਨ ਨੂੰ ਇਹ ਗੱਲ ਦੱਸੀ, ਕਹਿੰਦੇ ਵੀ ਇੱਕ ਸੁੰਦਰ ਬਾਗ ਦੇ ਵਿੱਚ, ਜਿਵੇਂ ਅਸ਼ੋਕ ਬਾਗ ਸੀਗਾ ਨਾ, ਉਹਦਾ ਜ਼ਿਕਰ ਆਇਆ ਜਿੱਥੇ ਸੀਤਾ ਨੂੰ ਰੱਖਿਆ ਸੀ। ਸੋ ਕਹਿੰਦੇ ਅਸ਼ੋਕ ਬਾਗ, ਕਹਿੰਦੇ ਨੀਕੇ ਉਪਬਨ, ਕਹਿੰਦੇ ਬਹੁਤ ਸੁੰਦਰ ਇੱਕ ਬਾਗ ਦੇ ਵਿੱਚ 3 ਮਨੁੱਖ ਬੈਠੇ ਹਨ। ਉਹ ਦੱਸ ਰਹੇ ਹਨ ਵੀ ਗੁਰੂ ਨਾਨਕ ਸਾਹਿਬ, ਭਾਈ ਮਰਦਾਨਾ ਤੇ ਭਾਈ ਬਾਲਾ ਜੀ ਹਨ। ਚੌਪੇ ਹਮ ਹੈ ਰਾਮ ਦੂਤ ਇਉਂ ਕਹੇ। ਉਹਨਾਂ ਨੇ ਇਹ ਸਾਨੂੰ ਗੱਲ ਕਹੀ, ਅਸੀਂ ਪੁੱਛਿਆ ਵੀ ਤੁਸੀਂ ਕੌਣ ਹੋ? ਕਹਿੰਦੇ ਅਸੀਂ ਰਾਮ ਹਨ। ਉਹਨਾਂ ਨੇ ਸਾਨੂੰ ਰਾਮ ਕਿਹਾ, ਕਹਿਣਗੇ ਵੀ ਉਹ ਰਾਮ ਜੀ ਹਨ, ਉਹ ਰਾਮ ਆਪ ਆ ਗਏ ਹਨ, ਸੰਗ ਆਪ ਕੇ ਮਿਲਣੋ ਚਾਹੇ, ਤੇ ਆਪ ਜੀ ਨੂੰ ਮਿਲਣਾ ਚਾਹੁੰਦੇ ਹਨ। ਉਹ ਉਠਿਓ ਵਿਭੀਖਣ ਕਰ ਪਗ ਨੰਗੇ। ਜਦੋਂ ਭਪੀਸ਼ਨ ਨੇ ਸੁਣਿਆ ਕਿ ਰਾਮ ਜੀ ਆਏ ਹਨ ਤਾਂ ਉਹ ਨੰਗੇ ਪੈਰੀ ਉੱਠ ਕਰਕੇ ਉਸੇ ਵੇਲੇ ਖੜੇ ਪੈਰ ਤੁਰ ਪਿਆ। ਰਾਖਸ ਚਲੇ ਬਹੁਤ ਤਹਿ ਸੰਗੇ। ਤੇ ਭਪੀਸ਼ਨ ਰਾਜਾ ਸੀਗਾ, ਜਦੋਂ ਉਹ ਤੁਰਿਆ ਆਪਣੇ ਮਹਿਲਾਂ ਤੋਂ ਬਾਹਰ ਤਾਂ ਬੜੇ ਸਾਰੇ ਜਿਹੜੇ ਹਨ ਦੈਂਤ ਉਹਦੇ ਨਾਲ ਚੱਲ ਪਏ। ਵੱਡ ਆਕਾਰ ਗਿਰ ਬੱਪ ਹੈ ਜੈਸੇ। ਦੇਖੋ ਵੱਡੇ ਵੱਡੇ ਉਹਨਾਂ ਦੇ ਆਕਾਰ ਹਨ, ਜਿਵੇਂ ਪਹਾੜ ਹੀ ਤੁਰੇ ਆ ਰਹੇ ਹਨ। ਨਾਸਾਂ ਕਰਨ ਕੰਦਰਾ ਤੈਸੇ। ਦੇਖੋ ਉਹਨਾਂ ਦੀਆਂ ਨਾਸਾਂ ਜਿਹੜੀਆਂ ਸੀਗੀਆਂ, ਜਾਂ ਉਹ ਜਿਹੜਾ ਹਨ ਉਹਨਾਂ ਦੀਆਂ ਜਿਹੜਾ ਨਾਸਾਂ ਸਨ, ਜਿਹਨੇ ਐਸਾ ਸਨ ਜਿਵੇਂ ਕੇਫ ਹੁੰਦੀਆਂ ਹਨ, ਜਿਵੇਂ ਇੱਕ ਪਹਾੜ ਦੇ ਵਿੱਚ ਕੰਧਰਾਂ ਹੁੰਦੀਆਂ ਹਨ। ਸੋ ਇਸ ਤਰ੍ਹਾਂ ਕਰਕੇ ਉਹਨਾਂ ਦੀਆਂ ਨਾਸਾਂ ਵੱਡੀਆਂ ਵੱਡੀਆਂ ਹਨ। ਦੋਨੋਂ ਰਾਖਸ ਅਗਰਜ ਕਰਕੇ। 2 ਰਾਖਸ਼ ਭਪੀਸ਼ਨ ਦੇ ਸਾਹਮਣੇ ਸਾਹਮਣੇ ਅੱਗੇ ਤੁਰਦੇ ਹਨ। ਆਇਓ ਨਿਕਟ ਭਾਓ ਔਰ ਧਰ ਕੇ। ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨੇੜੇ ਆਏ, ਧਰੀ ਉਪਾਇਨ ਆਗੈ ਨੀਕੀ। ਕਹਿਣ ਲੱਗੇ ਆ ਕਰਕੇ ਭਪੀਸ਼ਨ ਨੇ ਆਪਣਾ ਗੁਰੂ ਜਾਣ ਕੇ ਉਹਨੇ ਖਾਲੀ ਹੱਥ ਨਾ ਆਇਆ। ਉਹਨੇ ਨਹੀਂ ਜਿਹੜਾ ਹੈ ਆਪਣੇ ਹੱਥ ਵਿੱਚ ਕੁਝ ਕੁ ਭੇਟਾ ਲੈ ਕੇ ਆਇਆ। ਬੰਦਨ ਕਿਆ ਸਰਦਾ ਧਰ ਜੀ ਕੀ। ਵੰਦਨਾ ਕੀਤੀ, ਆਕੇ ਮੱਥਾ ਟੇਕਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬੜੀ ਸ਼ਰਧਾ ਨੂੰ ਧਾਰਨ ਕਰਕੇ। ਰਾਮ ਨਾਮ ਕਹਿ ਬੈਠ ਸਮੀਪਾ। ਰਾਮ ਰਾਮ ਕਹਿੰਦਾ ਹੋਇਆ ਭਪੀਸ਼ਨ ਜਿਹੜਾ ਸੀਗਾ ਸਤਿਗੁਰਾਂ ਦੇ ਕੋਲ ਬੈਠ ਗਿਆ। ਕੁਸਲ ਬੂਝ ਬੇਦੀ ਕੁਲਦੀਪਾ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਹਾਲ ਪੁੱਛਿਆ, ਕਹਿਣ ਲੱਗੇ ਹਾਲ ਚਾਲ ਪੁੱਛਿਆ ਵੀ ਹਾਂ ਦੱਸ ਵੀ ਤੂੰ ਕਿਸ ਤਰ੍ਹਾਂ ਹੈ। ਬੋਲੇ ਬਹੁਰ ਸੁਨਹੋ ਲੰਕੇਸਾ। ਕਹਿਣਗੇ ਬੋਲੇ ਬਹੁਰ। ਫੇਰ ਸਤਿਗੁਰਾਂ ਜੀ ਬੋਲੇ, ਮਹਾਰਾਜ ਨੇ ਕਿਹਾ ਹੇ ਲੰਕੇਸ਼ਵਰ, ਹੇ ਲੰਕਾ ਦੇ ਰਾਜੇ। ਭਇਓ ਬਿਰਹਿ ਚਿਰਕਾਲ ਰਗਵੇਸਾ। ਕਹਿਣਗੇ ਭਇਓ ਬਿਰਹਿ, ਕਹਿਣਗੇ ਬੜੇ ਸਮੇਂ ਦਾ ਤੂੰ ਬਿਰਹਿ, ਤੈਨੂੰ ਦੁੱਖ ਹੈ ਵਿਛੋੜੇ ਦਾ। ਰਾਮਚੰਦਰ ਦਾ ਵਿਛੋੜਾ ਤੂੰ ਬਹੁਤ ਮਹਿਸੂਸ ਕਰ ਰਿਹਾ ਹਾਂ। ਬੜੇ ਲੰਮੇ ਸਮੇਂ ਤੋਂ ਤੂੰ ਉਹਨਾਂ ਦੀ ਉਡੀਕ ਕਰ ਰਿਹਾ, ਭਗਤੀ ਕਰ ਰਿਹਾ ਹਾਂ। ਮੇਲ ਫੇਰ ਕੀਨੋ ਕਹਿ ਨਾਹੀ। ਫੇਰ ਗੁਰੂ ਨਾਨਕ ਸਾਹਿਬ ਜੀ ਪੁੱਛਦੇ ਹਨ ਭਪੀਸ਼ਨ ਨੂੰ, ਤੇਰਾ ਮੇਲ ਮੁੜ ਕੇ ਹੋਇਆ ਕਿ ਨਹੀਂ ਰਾਮਚੰਦਰ ਦੇ ਨਾਲ, ਜਦੋਂ ਇੱਕ ਵਾਰ ਉਹ ਇੱਥੋਂ ਚਲੇ ਗਏ ਸਨ। ਮਹਾ ਭਗਤ ਤੂੰ ਦੈਂਤਨ ਮਾਹੀ। ਦੇਖੋ ਭਪੀਸ਼ਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਹੇ ਭਪੀਸ਼ਨ ਤੂੰ ਮਹਾ ਭਗਤ ਹੈ, ਤੂੰ ਉਹ ਪਰਮੇਸ਼ਰ ਦਾ ਭਗਤ ਹੈ। ਇਹ ਦੈਂਤਾਂ ਦੇ ਵਿੱਚ ਤੇਰਾ ਜਨਮ ਹੋਇਆ ਜਿਵੇਂ ਪ੍ਰਹਿਲਾਦ ਦਾ ਹੋਇਆ ਸੀ। ਕਹਿੰਦੇ ਤੂੰ ਵੀ ਦੈਂਤਾਂ ਦੇ ਘਰ ਵਿੱਚ ਜਨਮ ਲੈ ਕੇ ਤੂੰ ਭਗਤੀ ਪਰਮੇਸ਼ਰ ਦੀ ਕੀਤੀ। ਲਖੇ ਵਿਭੀਖਣ ਸੰਤ ਸੋ ਪੂਰੇ। ਉਸ ਵੇਲੇ ਭਪੀਸ਼ਨ ਨੇ ਜਾਣ ਲਿਆ ਵੀ ਇਹ ਪੂਰੇ ਸੰਤ ਨੇ, ਜਿਨ੍ਹਾਂ ਨੇ ਮੇਰੀ ਮਨ ਦੀ ਗੱਲ ਬੁੱਝ ਲਈ। ਹੱਥ ਬੰਦ ਬੋਲਿਓ ਬਚ ਰੂਰੇ। ਹੱਥ ਬੰਨ ਕਰਕੇ ਨਿਮਰਤਾ ਦੇ ਵਿੱਚ ਭਪੀਸ਼ਨ ਜੀ ਬੋਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ, ਸੁਨੋ ਸੰਤ ਜਬ ਕਾ ਮੈਂ ਵਿਛਰਾ। ਕਹਿੰਦੇ ਸੁਣੋ ਸੰਤ ਜੀ। ਹੁਣ ਸੰਤ ਜੀ ਕਹਿੰਦੇ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਕਹਿੰਦੇ ਜਦੋਂ ਦਾ ਮੈਂ ਵਿਛੜਿਆ ਹਾਂ ਰਾਮਚੰਦਰ ਤੋਂ, ਤਬ ਕਾ ਰਾਮ ਨਾਮ ਔਰ ਧਰਾ। ਉਸ ਵੇਲੇ ਤੋਂ ਲੈ ਕੇ ਹੁਣ ਤੱਕ ਰਾਮ ਦਾ ਨਾਮ ਹੀ ਮੈਂ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੈ। ਹੁਣ ਤੱਕ ਉਹ ਰਾਮ ਦੇ ਨਾਮ ਨੂੰ ਹੀ ਮੈਂ ਜਪਦਾ ਹਾਂ। ਮੈਂ ਉਸੇ ਦੇ ਵਿੱਚ ਹੀ ਆਪਣੇ ਧਿਆਨ ਨੂੰ ਜੋੜ ਕੇ ਸਮਾਧੀ ਵਿੱਚ ਬਹਿੰਦਾ ਹਾਂ। ਨਹਿ ਵਿਛੜਿਓ ਮੈਂ ਜਾਣੋ ਤਿਨ ਕੋ। ਕਹਿਣ ਲੱਗੇ ਨਹਿ ਵਿਛੜਿਓ, ਕਹਿਣ ਲੱਗੇ ਮੈਂ ਇਸ ਕਰਕੇ ਉਹਨਾਂ ਤੋਂ ਵਿਛੜਿਆ ਨਹੀਂ, ਕਿਉਂਕਿ ਉਹਨਾਂ ਦਾ ਨਾਮ ਮੈਂ ਹਮੇਸ਼ਾ ਜਪਦਾ ਹਾਂ। ਮੈਂ ਉਸ ਰਾਮ ਨੂੰ ਹਮੇਸ਼ਾ ਆਪਣੇ ਹਿਰਦੇ ਵਿੱਚ ਉਹਨਾਂ ਦੇ ਦਰਸ਼ਨ ਕਰਦਾ ਹਾਂ, ਇਸ ਕਰਕੇ ਮੈਂ ਉਹਨਾਂ ਤੋਂ ਵਿਛੜਿਆ ਨਹੀਂ ਹੈਗਾ। ਚਿਤ ਮਹਿ ਨਾਮ ਬਸਤ ਨਿਤ ਜਿਨ ਕੋ। ਕਹਿਣ ਲੱਗੇ ਜਿਹੜਾ ਹਾਂ ਚਿੱਤ ਵਿੱਚ ਜਿਸ ਦਾ ਨਾਮ ਵਸਿਆ ਹੋਵੇ ਉਹਦੇ ਨਾਲੋਂ ਵਿਛੋੜਾ ਨਹੀਂ ਹੁੰਦਾ। ਹਿਰਦੈ ਧਰ ਕੇ ਧਿਆਨ ਮੁਕੰਦਾ। ਮੈਂ ਉਸ ਦਾ ਧਿਆਨ ਧਾਰਦਾ ਹਾਂ ਆਪਣਾ ਮੁਕਤੀ ਦਾ ਦਾਤਾ ਜਾਣ ਕੇ, ਮੈਂ ਆਪਣਾ ਵੱਡਾ ਜਾਣ ਕੇ ਰਾਮਚੰਦਰ ਵਿੱਚ ਮੈਂ ਆਪਣਾ ਧਿਆਨ ਜੋੜ ਕੇ ਕਨਸੈਂਟਰੇਸ਼ਨ ਕਰਦਾ ਹਾਂ। ਪਿਤਾ ਪ੍ਰਤੀ ਹੋ ਮਗਨ ਆਨੰਦਾ। ਮੈਂ ਹਮੇਸ਼ਾ ਹੀ ਉਹਨਾਂ ਦੇ ਨਾਮ ਨੂੰ ਜਪ ਕਰਕੇ ਆਨੰਦ ਵਿੱਚ ਮੈਂ ਮਗਨ ਰਹਿੰਦਾ ਹਾਂ। ਦੋਹਰਾ ਮੇਲ ਸਰੀਰਨ ਕੋ ਬਨਿਓ ਵਿਛਰਨ ਹੈ ਇਨ ਅੰਤ। ਦੇਖੋ ਮੇਲ ਜਿਹੜਾ ਹੈ ਸਰੀਰਾਂ ਦਾ ਜਿਹੜਾ ਹੈ ਬਣਦਾ ਹੈ, ਉਹ ਬਣ ਕੇ ਫਿਰ ਵਿਛੜਦਾ ਹੈ। ਇਹ ਸਰੀਰਾਂ ਦਾ ਮੇਲ ਹਮੇਸ਼ਾ ਨਹੀਂ ਰਹਿੰਦਾ।
ਇਹ ਤਾਂ ਇੱਕ ਜਿਹੜਾ ਹੈ ਬਣ ਕੇ ਫੇਰ ਵਿਛੜ ਜਾਈਦਾ ਹੈ। ਮਿਲੇ ਨਾ ਵਿਛੜ ਹੈ ਜੇ ਸਦਾ ਜਿਨ ਔਰ ਨਾਮ ਸੋ ਮੰਤ। ਹੁਣ ਜੇ ਕਹਿੰਦੇ ਜਿਹੜਾ ਨਾਮ ਦੇ ਨਾਲ ਜਿਹੜਾ ਜੁੜ ਜਾਵੇ, ਨਾਮ ਦੇ ਨਾਲ ਮੇਲ ਹੋ ਜਾਵੇ, ਫਿਰ ਕਿਤੇ ਉਹ ਵਿਛੜੀਦਾ ਨਹੀਂਗਾ। ਵੀ ਜਿਹਦਾ ਨਾਮ ਆਪਾਂ ਧਾਰਨ ਕਰ ਲਈਏ ਹਿਰਦੇ ਦੇ ਵਿੱਚ, ਫੇਰ ਉਹਦੇ ਨਾਲੋਂ ਵਿਛੋੜਾ ਨਹੀਂ ਹੁੰਦਾ। ਚੌਪੇ ਜਬ ਸ੍ਰੀ ਰਾਮ ਲੰਕ ਛੱਡ ਆਇਓ। ਕਹਿ ਲਗੇ ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਭੀਸ਼ਣ ਕਹਿੰਦਾ, ਜਦੋਂ ਰਾਮਚੰਦਰ ਜੀ ਇਸ ਲੰਕਾ ਤੇ ਚੜ ਕੇ ਆਏ ਸਨ, ਇਸ ਲੰਕਾ ਤੇ ਅਟੈਕ ਕਰਨ ਵਾਸਤੇ ਆਏ ਸਨ, ਧਾਵਾ ਬੋਲ ਕੇ 10 ਸਿਰ ਕੋ ਮੈਂ ਤਬ ਸਮਝਾਇਓ। ਮੈਂ ਉਸ ਵੇਲੇ ਆਪਣੇ ਭਰਾ ਰਾਵਣ ਨੂੰ ਮੈਂ ਬਹੁਤ ਸਮਝਾਇਆ। ਸੀਤਾ ਦੇ ਮਿਲਹੋ ਰਘੁਨਾਥ। ਮੈਂ ਉਹਨਾਂ ਨੂੰ ਇਹੀ ਜਿਹੜਾ ਹੈ ਸਲਾਹ ਦਿੱਤੀ ਵੀ ਤੁਸੀਂ ਜਿਹੜਾ ਹਨ ਰਘੁਨਾਥ ਰਾਮਚੰਦਰ ਨਾਲ ਮੇਲ ਕਰ ਲਓ, ਤੁਸੀਂ ਉਹਨਾਂ ਨਾਲ ਸੁਲਹ ਸਫਾਈ ਕਰ ਲਓ ਤੇ ਸੀਤਾ ਉਹਨਾਂ ਨੂੰ ਵਾਪਸ ਦੇ ਦਿਓ, ਕਿਉਂਕਿ ਉਹਨਾਂ ਦੀ ਘਰ ਵਾਲੀ ਹੈ। ਰਾਜ ਕਰੋ ਬੈਠੇ ਸੁਖ ਸਾਥ। ਤੇ ਆਪ ਤੁਸੀਂ ਰਾਜ ਕਰੋ। ਮੈਂ ਤਾਂ ਇਹ ਸਲਾਹ ਦਿੱਤੀ ਰਾਵਣ ਨੂੰ ਵੀ ਤੂੰ ਜਿਹੜਾ ਹੈ ਆਰਾਮ ਦੇ ਨਾਲ ਆਪਣਾ ਰਾਜ ਕਰ, ਜਿਸ ਤਰ੍ਹਾਂ ਤੂੰ ਕਰਦਾ ਸੀ। ਸੀਤਾ ਵਾਪਸ ਰਾਮਚੰਦਰ ਨੂੰ ਦੇ ਦੇ। ਕਰਿਓ ਕ੍ਰੋਧ ਤਿਨ ਲਾਤ ਪ੍ਰਹਾਰੀ। ਉਸ ਵੇਲੇ ਕਹਿੰਦੇ ਰਾਵਣ ਮੇਰੇ ਭਰਾ ਨੇ ਬੜਾ ਗੁੱਸਾ ਕੀਤਾ ਮੇਰੀ ਗੱਲ ਸੁਣ ਕੇ। ਉਹਨਾਂ ਨੇ ਗੁੱਸੇ ਦੇ ਵਿੱਚ ਭੀਸ਼ਣ ਕਹਿੰਦਾ ਮੈਨੂੰ ਲੱਤ ਮਾਰੀ, ਜ਼ੋਰ ਦੀ ਮੇਰੇ ਲੱਤ ਮਾਰੀ। ਮੈਂ ਉਹਨਾਂ ਦੇ ਜਿਹੜਾ ਹਨ ਤਖਤ ਤੋਂ ਡਿੱਗ ਕੇ ਥੱਲੇ ਆ ਗਿਆ। ਕੀਨ ਅਨਾਦਰ ਸਭਾ ਮਝਾਰੀ। ਕਹਿੰਦੇ ਸਭਾ ਭਰੀ ਸਭਾ ਦੇ ਵਿੱਚ ਉਹਨਾਂ ਨੇ ਮੇਰੀ ਜਿਹੜੀ ਹੈ ਬੇਇੱਜ਼ਤੀ ਕੀਤੀ। ਮੈਨੂੰ ਜਿਹੜਾ ਲੱਤ ਮਾਰ ਕੇ ਉਹਨਾਂ ਨੇ ਬਾਹਰ ਕੱਢਿਆ ਆਪਣੇ ਦਰਬਾਰ ਵਿੱਚੋਂ। ਲਾਤ ਪ੍ਰਹਾਰ ਕਸ਼ਟ ਸਹਿ ਤਬ ਹੀ। ਉਸ ਵੇਲੇ ਇਹ ਲੱਤ ਦਾ ਜਿਹੜਾ ਹੈ ਕਸ਼ਟ ਦੁੱਖ ਨੂੰ ਸਹਾਰ ਕਰਕੇ ਦਹਿ ਦਿਸ ਦੀਨ ਭਇਓ ਮੈਂ ਤਬ ਹੀ। ਸੋ ਦਹਿ ਦਿਸ ਦੀਨ ਭਇਓ ਮੈਂ ਤਬ ਹੀ। ਕਹਿਣਗੇ ਉਸ ਵੇਲੇ ਮੈਂ ਜਿਹੜਾ ਹਾਂ ਦਹਿ ਦਿਸ ਦਸਾਂ ਦਿਸ਼ਾ ਵਿੱਚੋਂ ਮੈਂ ਦੇਖਿਆ ਵੀ ਮੇਰਾ ਆਸਰਾ ਕੋਈ ਨਹੀਂ ਰਿਹਾ। ਮੇਰੇ ਭਰਾ ਨੇ ਆਪ ਮੈਨੂੰ ਲੱਤ ਮਾਰ ਕੇ ਦਰਬਾਰ ਵਿੱਚੋਂ ਕੱਢ ਦਿੱਤਾ। ਦੂਸਰਾ ਮੇਰੀ ਗੱਲ ਨਹੀਂ ਸੁਣ ਰਿਹਾ ਤੇ ਰਾਮਚੰਦਰ ਨੇ ਤਾਂ ਆ ਕੇ ਜਿਹੜਾ ਹੈ ਧਾਵਾ ਕਰਕੇ ਸਭ ਕੁਝ ਖਤਮ ਕਰ ਦੇਣਾ। ਲੰਕਾ ਦਾ ਤਾਂ ਕੁਝ ਰਹਿਣਾ ਵੀ ਨਹੀਂ ਹੈ, ਕਿਉਂਕਿ ਜੇ ਪਰਮੇਸ਼ਰ ਦਾ ਜਿਹੜਾ ਹਨ ਭੇਜੇ ਹੋਏ ਵਿਸ਼ਨੂੰ ਦਾ ਅਵਤਾਰ ਆਪ ਧਾਵਾ ਕਰਕੇ ਆਵੇ ਤਾਂ ਉਹਨੂੰ ਕੌਣ ਬਚਾ ਸਕਦਾ ਹੈ। ਇਸ ਕਰਕੇ ਕਹਿੰਦਾ ਮੈਂ ਜਾਣ ਲਿਆ ਵੀ ਹੁਣ ਕੋਈ ਵੀ ਆਸਰਾ, ਕੋਈ ਵੀ ਹੁਣ ਜਿਹੜਾ ਹੈ ਉਪਚਾਰ ਨਹੀਂ ਰਹਿ ਗਿਆ। ਰਾਮਚੰਦ ਕੀ ਤੱਕੀ ਸਰਨਾ। ਮੈਂ ਉਸ ਵੇਲੇ ਭੀਸ਼ਣ ਕਹਿੰਦਾ ਮੈਂ ਭੱਜਿਆ, ਮੈਂ ਰਾਮਚੰਦਰ ਦੀ ਜਾ ਕੇ ਸ਼ਰਨ ਲੈ ਲਈ। ਤੇ ਛਿਨ ਭਇਓ ਹਿਰਦੈ ਅਸ ਫੁਰਨਾ। ਤੇ ਉਸ ਵੇਲੇ ਮੇਰੇ ਮਨ ਵਿੱਚ ਐਸਾ ਫੁਰਨਾ ਆਇਆ, ਟੁੱਟ ਆਇਆ। ਗੱਡ ਲੰਕਾ ਕੋ ਮਾਰ ਹੈ ਜਬ ਹੀ। ਕਹਿਣਗੇ ਗੱਡ ਲੰਕਾ ਕੋ ਮਾਰ ਹੈ ਜਬ ਹੀ। ਕਹਿਣਗੇ ਜਦੋਂ ਮੈਂ ਰਾਮਚੰਦਰ ਬਾਰੇ ਸੋਚਿਆ ਨਾ ਵੀ ਮੈਂ ਉਹਨਾਂ ਦੀ ਸ਼ਰਨ ਲੈ ਲਵਾਂ, ਮੇਰੇ ਮਨ ਵਿੱਚ ਇੱਕ ਸੰਕਲਪ ਆ ਗਿਆ, ਮੇਰੇ ਮਨ ਵਿੱਚ ਇੱਕ ਇੱਛਾ ਜਾਗੀ। ਵਿਜੈ ਹੋਏ ਰਘੁਪਤ ਕੀ ਤਬ ਹੀ। ਕਹਿਣ ਲਗੇ ਜਦੋਂ ਰਾਮਚੰਦਰ ਜੀ ਜਿੱਤ ਹੋਵੇਗੀ ਲੰਕਾ ਦੇ ਉੱਤੇ, ਜਦੋਂ ਇਹ ਲੰਕਾ ਦਾ ਜਿਹੜਾ ਲੰਕੇਸ਼ਵਰ ਰਾਵਣ ਹਾਰੇਗਾ, ਵਿਜੈ ਰਾਜ ਦੇ ਲੰਕ ਸਮੇਤਾ। ਮੇਰੇ ਮਨ ਵਿੱਚ ਇਹ ਸੰਕਲਪ ਆਇਆ ਕਿ ਰਾਮਚੰਦਰ ਦੀ ਰਾਜ ਮੰਨੂ ਦੇ ਦੇਣ, ਮੈਨੂੰ ਇਹ ਲੰਕਾ ਦਾ ਰਾਜਾ ਬਣਾ ਦੇਣ, ਥਾਪ ਦੇਣ। ਇਉਂ ਵਿਚਾਰ ਕਰ ਚਲਿਓ ਨਿਕੇਤਾ। ਮੈਂ ਇਹ ਗੱਲ ਸੁਣ ਕਰਕੇ ਆਪਣੇ ਘਰ ਨੂੰ ਮੁੜ ਗਿਆ। ਭੀਸ਼ਣ ਕਹਿੰਦਾ ਗਮਨਿਓ ਸਨਮੁਖ ਹੋਏ ਅਨਾਥਾ। ਫਿਰ ਮੈਂ ਰਾਮਚੰਦਰ ਦੇ ਅੱਗੇ ਜਾ ਕੇ ਉਹਨਾਂ ਦੇ ਜਾ ਕੇ ਦਰਸ਼ਨ ਕੀਤੇ ਤੇ ਮੈਂ ਅਨਾਥਾ ਹੋਏ। ਅਨਾਥਾ ਮੇਰਾ ਨਾਥ ਕੋਈ ਨਹੀਂ ਸੀ, ਸਵਾਮੀ ਮੇਰਾ ਕੋਈ ਨਹੀਂ ਸੀ। ਮੈਂ ਰਾਮਚੰਦਰ ਦੇ ਸ਼ਰਨਾਂ ਦੇ ਵਿੱਚ ਪਹੁੰਚ ਗਿਆ। ਜਾਏ ਦਰਸ ਦੇਖਿਓ ਰਘੁਨਾਥ। ਮੈਂ ਜਾ ਕੇ ਦਰਸ਼ਨ ਕੀਤੇ ਫਿਰ ਰਾਮਚੰਦਰ ਜੀ ਦੇ। ਰਾਜ ਚਾਹੇ ਤੇ ਛਿਨ ਮਿਟ ਗਈ। ਕਹਿਣਗੇ ਰਾਜ ਉਹਨਾਂ ਦੇ ਦਰਸ਼ਨ ਜਦੋਂ ਮੈਂ ਕੀਤੇ ਨਾ ਰਾਮਚੰਦਰ ਦੇ, ਕਹਿੰਦੇ ਜਿਹੜਾ ਹਨ ਦਰਸ਼ਨ ਕਰਦਿਆਂ ਜਿਹੜਾ ਹਨ ਉਹੀ ਇੰਸਟੈਂਸ ਦੇ ਵਿੱਚ, ਉਹੀ ਸਮੇਂ ਦੇ ਵਿੱਚ ਰਾਜ ਦੀ ਇੱਛਾ ਮੇਰੇ ਵਿੱਚੋਂ ਮੁੱਕ ਗਈ। ਕਹਿਣਗੇ ਉਹਨਾਂ ਦੇ ਦਰਸ਼ਨਾਂ ਦਾ ਪ੍ਰਤਾਪ ਐਸਾ ਮੇਰੇ ਤੇ ਵਰਤਿਆ ਕਿ ਮੈਨੂੰ ਹੁਣ ਰਾਜ ਦੀ ਇੱਛਾ ਬਿਲਕੁਲ ਨਹੀਂ ਰਹੀ। ਮੇਰੀ ਉਹ ਰਾਜ ਦੀ ਇੱਛਾ ਸਾਰੀ ਚਲੀ ਗਈ, ਕਿਉਂਕਿ ਉਹਨਾਂ ਦੇ ਦਰਸ਼ਨ ਕਰਕੇ ਮੇਰਾ ਮਨ ਸਵੱਛ ਹੋ ਗਿਆ। ਇਉਂ ਵਿਚਾਰ ਔਰ ਮੈਂ ਸੁਭ ਭਈ। ਤੇ ਮੇਰੇ ਮਨ ਦੇ ਵਿੱਚ ਚੰਗੀ ਵਿਚਾਰ ਆ ਗਈ, ਮੇਰੇ ਮਨ ਦੇ ਵਿੱਚ ਚੰਗੀ ਇੱਛਾ ਜਾਗ ਪਈਆਂ ਪਰਮੇਸ਼ਰ ਦੀ ਭਗਤੀ ਵਾਲੀਆਂ। ਰਾਜ ਵੱਡੋ ਦੁੱਖ ਸਾਗਰ ਹੇਰਾ। ਦੇਖੋ ਰਾਜ ਵੱਡੋ, ਕਹਿੰਦੇ ਰਾਜ ਵੱਡੋ ਦੁੱਖ ਸਾਗਰ ਹੇਰਾ। ਉਸ ਵੇਲੇ ਜਦੋਂ ਮੈਨੂੰ ਸੋਝੀ ਆਈ ਨਾ ਉਹਨਾਂ ਦੇ ਦਰਸ਼ਨ ਕਰਕੇ ਰਾਮਚੰਦਰ ਦੇ, ਭੀਸ਼ਣ ਕਹਿੰਦਾ ਮੈਨੂੰ ਇਹ ਅਹਿਸਾਸ ਹੋਇਆ ਉਸ ਵੇਲੇ ਵੀ ਰਾਜ ਤਾਂ ਵੱਡਾ ਦੁੱਖ ਦੇਣ ਵਾਲਾ ਹੈ। ਇਹ ਰਾਜ ਜਿਹੜਾ ਹੈ ਜੰਜਾਲ ਹਨ ਸੰਸਾਰ ਦੇ, ਮੈਂ ਇਹਨਾਂ 'ਚ ਕਾਹਨੂੰ ਫਸਣਾ ਹੈ, ਮੈਂ ਇਹਨਾਂ 'ਚ ਕਿਉਂ ਫਸਾਂ।
ਜੇ ਜਿਹੜਾ ਹੈ ਜਿਵੇਂ ਮੈਂ ਪਰਮਾਤਮਾ ਦੀ ਭਗਤੀ ਕਰਾਂ ਤਾਂ ਪਰਮਾਤਮਾ ਦੀ ਭਗਤੀ ਕਰਕੇ ਮੇਰੀ ਮੁਕਤੀ ਹੋ ਜਾਏਗੀ। ਮੈਂ ਇਹਨਾਂ ਜੰਜਾਲਾਂ 'ਚ ਕਿਉਂ ਫਸਾਂ? ਜਗਤ ਧੰਦ ਕੋ ਗਰਤ ਬਡੇਰਾ। ਹਾਂ ਦੇਖੋ, ਜਗਤ ਦੇ ਧੰਦੇ ਜਿਹੜੇ ਹਨ ਇਹ ਤਾਂ ਅੰਨਾ ਖੂਹ ਹੈ, ਇੱਕ ਵੱਡਾ ਟੋਆ ਹੈ। ਜਦੋਂ ਬੰਦਾ ਡਿੱਗ ਪੈਂਦਾ ਹੈ ਤਾਂ ਨਿਕਲਣ ਦਾ ਰਸਤਾ ਨਹੀਂ ਮਿਲਦਾ। ਬੰਦਾ ਇਹ ਟੋਏ ਦੇ ਵਿੱਚ ਆਪਣੇ ਆਪ ਨੂੰ ਵੀ ਗਵਾ ਲੈਂਦਾ ਹੈ। ਇਸ ਕਰਕੇ ਇਹ ਦੁੱਖਾਂ ਦਾ ਇੱਕ ਖੂਹ ਹੈ ਇਹ ਸੰਸਾਰ। ਅਵਲੋਕੇ ਹੋਇਆ ਕਰ ਨਹਿ ਕਾਮੋ। ਸੋ ਅਵਲੋਕੇ ਹੋਏ ਕਹਿ ਲਗੇ ਉਸ ਵੇਲੇ ਮੈਂ ਇਹ ਗੱਲ ਮੈਨੂੰ ਸੋਝੀ ਜਦੋਂ ਆਈ, ਮੈਨੂੰ ਇਹ ਗਿਆਨ ਆਇਆ ਤਾਂ ਮੈਂ ਸੋਚ ਲਿਆ ਕਿ ਮੈਂ ਹੁਣ ਇਹ ਕਾਮਨਾ ਨਹੀਂ ਕਰਨੀ ਰਾਜ ਦੀ। ਮੈਨੂੰ ਹੁਣ ਰਾਜ ਨਹੀਂ ਚਾਹੀਦਾ। ਹੁਣ ਮੈਂ ਰਾਜ ਤੋਂ ਮੈਂ ਕੀ ਲੈਣਾ ਹੈ? ਬੰਦਨ ਕੀਨ ਚਰਨ ਸ੍ਰੀ ਰਾਮੋ। ਮੈਂ ਜਿਹੜਾ ਹੈ ਜਾ ਕਰਕੇ ਉਸ ਰਾਮਚੰਦਰ ਦੇ ਚਰਨਾਂ ਤੇ ਜਾ ਕੇ ਮੱਥਾ ਟੇਕਿਆ। ਕਰੁਣਾ ਨਿਧ ਸ੍ਰੀ ਅੰਤਰਯਾਮੀ। ਦੇਖੋ ਉਹ ਕਰਨਾ ਨਿਧ ਸੀਗੇ, ਉਹ ਕਰਨਾ ਦੇ ਖਜ਼ਾਨੇ ਹਨ ਰਾਮਚੰਦਰ ਜੀ। ਕਹਿੰਦੇ ਉਹ ਅੰਤਰਜਾਮੀ ਸਨ, ਉਹਨਾਂ ਨੇ ਮੇਰੇ ਮਨ ਦੀ ਬੁੱਝ ਲਈ। ਪੂਰਬ ਫੁਰਨਾ ਲਖ ਕਰ ਸੁਆਮੀ। ਦੇਖੋ ਉਹ ਮੇਰਾ ਸੁਆਮੀ ਰਾਮਚੰਦਰ ਨੇ ਮੇਰਾ ਪਹਿਲਾ ਜਿਹੜਾ ਫੁਰਨਾ, ਜਿਹੜਾ ਜਿਵੇਂ ਮਨ 'ਚ ਜਿਹੜੀ ਇੱਛਾ ਜਾਗੀ ਸੀ ਨਾ ਰਾਜ ਲੈਣ ਦੀ, ਉਹ ਉਹਨਾਂ ਨੇ ਜਾਣ ਲਈ। ਦੋਹਰਾ ਬੋਲੇ ਸ੍ਰੀ ਮੁਖ ਤੇ ਬਚਨ ਆਓ ਬੈਠ ਲੰਕੇਸ। ਦੇਖੋ ਰਾਮਚੰਦਰ ਨੇ ਜਦੋਂ ਮੈਨੂੰ ਨਵਾਜਣਾ ਚਾਹਿਆ, ਉਹਨਾਂ ਨੇ ਮੇਰੇ ਵਾਸਤੇ ਇੱਕ ਬਚਨ ਕਿਹਾ। ਭਵਿਸ਼ਣ ਕਹਿੰਦਾ ਰਾਮਚੰਦਰ ਮੈਨੂੰ ਕੀ ਕਹਿੰਦੇ? ਕਹਿੰਦੇ ਆਓ ਬੈਠ ਲੰਕੇਸਾ। ਉਹਨੇ ਮੈਨੂੰ ਕਿਹਾ ਕਿ ਆ ਬੈਠ ਹੇ ਲੰਕਾ ਦੇ ਰਾਜੇ। ਉਹਨਾਂ ਨੇ ਇਹ ਬਚਨ ਕਰਤਾ। ਕਹਿਣਗੇ ਉਹਨਾਂ ਮੇਰਾ ਸੰਕਲਪ ਪਹਿਲਾਂ ਦਾ ਜਾਣ ਲਿਆ ਵੀ ਇਹਨੇ ਪਹਿਲਾ ਸੰਕਲਪ ਇਹ ਕੀਤਾ ਸੀ ਆਉਣ ਦੇ ਸਮੇਂ ਕਿ ਰਾਜ ਲੈਣਾ ਹੈ। ਇਸ ਕਰਕੇ ਕਹਿੰਦੇ ਆਓ ਬੈਠ ਲੰਕੇਸਾ, ਮੈਨੂੰ ਇਹ ਬਚਨ ਕਰਤਾ ਵੀ ਆ ਬੈਠ ਹੇ ਲੰਕਾ ਦੇ ਰਾਜੇ। ਬਿਨੈ ਕਰੀ ਕਰ ਬੰਦ ਮੈਂ ਚਾਹੇ ਨਾ ਰਾਜ ਸੋ ਦੇਸ। ਉਸ ਵੇਲੇ ਮੈਂ ਜਿਹੜਾ ਹਨ ਬਿਨੈ ਕਰੀ, ਮੈਂ ਬੇਨਤੀ ਕੀਤੀ, ਮੈਂ ਉਹਨਾਂ ਦੇ ਅੱਗੇ ਜਿਹੜਾ ਹੈ ਇਹ ਫੁਰਨਾ ਦਾ ਜਿਹੜਾ ਹੈ ਮੁਆਫੀ ਵੀ ਮੰਗੀ। ਮੈਂ ਇਹ ਵੀ ਕਿਹਾ ਕਿ ਮੈਨੂੰ ਰਾਜ ਦੀ ਹੁਣ ਇੱਛਾ ਨਹੀਂ ਰਹਿ ਗਈ। ਚੌਪੇ ਸੁਨ ਸ੍ਰੀ ਰਘੁਪਤ ਬਹੁਰ ਉਚਾਰਾ। ਇਹ ਮੇਰੀ ਗੱਲ ਨੂੰ ਸੁਣ ਕਰਕੇ ਰਾਮਚੰਦਰ ਨੇ ਮੈਨੂੰ ਇਹ ਕਿਹਾ, ਨਿਜ ਘਰ ਤੇ ਤੂੰ ਜਬੈ ਪਧਾਰਾ। ਕਹਿਣਗੇ ਦੇਖ ਭਪੀਸ਼ਨ, ਜਦੋਂ ਤੂੰ ਆਪਣੇ ਘਰ ਤੋਂ ਤੁਰਿਆ ਸੀ ਨਾ ਸਾਡੇ ਵੱਲ ਆਉਣ ਵਾਸਤੇ, ਤਬੈ ਕਾਮਨਾ ਹਿਰਦੈ ਉਠਾਈ। ਉਸ ਵੇਲੇ ਤੂੰ ਇੱਕ ਕਾਮਨਾ ਇੱਛਾ ਕੀਤੀ ਸੀ ਆਪਣੇ ਮਨ ਦੇ ਵਿੱਚ ਕਿ ਤੂੰ ਰਾਜ ਲੈਣਾ ਹੈ, ਤੂੰ ਰਾਜਾ ਬਣਨਾ ਹੈ। ਲੰਕਾ ਦੇਹ ਰਾਮ ਮੁਝ ਤਾਈ। ਕਹਿਣਗੇ ਲੰਕਾ ਦੇਹ, ਕਹਿਣਗੇ ਵੀ ਰਾਮਚੰਦਰ ਜੀ ਮੈਨੂੰ ਲੰਕਾ ਦਾ ਰਾਜ ਦੇ ਦੇਣ। ਇਹ ਤੇਰਾ ਫੁਰਨਾ ਸੀ ਤੇਰੇ ਘਰ ਤੋਂ ਤੁਰਨ ਸਮੇਂ। ਬਿਰਦ ਹਮਾਰਾ ਜਨ ਹੋ ਐਸਾ। ਦੇਖੋ ਕਹਿੰਦੇ ਭਪੀਸ਼ਨ ਮੇਰਾ ਵੀ ਬਿਰਦ ਹੈ। ਜਿਹੜਾ ਹਨ ਕੋਈ ਜਿਹੜੀ ਕੋਈ ਇੱਛਾ ਕਰਦਾ ਹੈ ਨਾ ਉਹਨੂੰ ਪੂਰੀ ਕਰਨ ਦਾ ਮੇਰਾ ਵੀ ਬਿਰਦ ਹੈ। ਹੁਣ ਮੇਰੀ ਵੀ ਇਹ ਮਰਿਆਦਾ ਹੈ। ਤੇ ਰਾਮਚੰਦਰ ਜੀ ਕਹਿੰਦੇ ਤੋਸੋ ਕਹੋ ਭਪੀਖਨ ਤੈਸਾ। ਹਾਂ ਤੋਸੋ ਕਹੋ ਭਪੀਖਨ ਤੈਸਾ। ਕਹਿਣਗੇ ਉਹ ਵੈਸਾ ਹੀ ਮੈਂ ਤੈਨੂੰ ਕਹਾਂਗਾ ਜੇ ਤੇਰੀ ਮਨ ਦੀ ਇੱਛਾ ਹੈ। ਮੈਂ ਤੈਨੂੰ ਉਹੀ ਤੇਰੀ ਇੱਛਾ ਪੂਰੀ ਕਰਾਂਗਾ ਜਿਹੜੀ ਪਹਿਲਾਂ ਤੇਰੇ ਮਨ ਵਿੱਚ ਜਾਗੀ ਸੀ। ਧਾਰ ਕਾਮਨਾ ਜੋ ਜਗਿਆਸੀ। ਕਹਿਣਗੇ ਜੋ ਕਾਮਨਾ ਧਾਰ ਕੇ ਕੋਈ ਜਗਿਆਸਾ ਨੂੰ ਧਾਰਨ ਕਰਦਾ। ਜਗਿਆਸਾ ਉਹ ਹੁੰਦਾ ਹੈ ਜਿਹਦੇ ਮਨ ਦੇ ਵਿੱਚ ਪਰਮੇਸ਼ਰ ਪ੍ਰਤੀ ਪ੍ਰੇਮ ਜਾਗਦਾ ਹੈ ਤੇ ਇਹ ਜਿਹੜਾ ਹੈ ਪ੍ਰੇਮ ਦੇ ਕਰਕੇ ਉਹ ਕੋਈ ਗੁਰੂ ਨੂੰ ਜਾ ਕੇ ਧਾਰਨ ਕਰਦਾ ਹੈ। ਜਿਹੜੇ ਗੁਰੂ ਦਾ ਉਪਦੇਸ਼ ਜਿਹੜਾ ਹੈ ਕਮਾ ਕਰਕੇ ਉਹ ਮੁਕਤੀ ਦੇ ਰਸਤੇ ਤੁਰਦਾ ਹੈ, ਉਹਨੂੰ ਜਗਿਆਸਾ ਕਹਿੰਦੇ ਹਾਂ। ਕਹਿੰਦੇ ਇਹ ਜਗਿਆਸਾ ਜਿਹੜੀ ਹੈ, ਜਿਹੜੀ ਕਾਮਨਾ ਕਰਕੇ ਜਗਿਆਸਾ ਨੂੰ ਧਾਰਨ ਕੀਤਾ ਜਾਂਦਾ ਹੈ। ਘਰ ਤਜ ਆਵਤ ਹੈ ਮੁਝ ਪਾਸੇ। ਕਹਿਣਗੇ ਤੂੰ ਆਪਣਾ ਘਰ ਛੱਡ ਕੇ ਤੂੰ ਮੇਰੇ ਕੋਲ ਆਇਆ, ਹੁਣ ਮੇਰਾ ਵੀ ਤਾਂ ਫਰਜ਼ ਬਣਦਾ ਹੈ ਨਾ ਤੇ ਤੇਰੀ ਇੱਛਾ ਨੂੰ ਮੈਂ ਪੂਰੀ ਕਰਨਾ, ਕਿਉਂਕਿ ਤੂੰ ਛੱਡ ਕੇ ਆਇਆ ਹਾਂ। ਤੂੰ ਉਹ ਸਭ ਕੁਝ ਛੱਡ ਕੇ ਤੂੰ ਸਾਡੀ ਸ਼ਰਨ ਵਿੱਚ ਆਇਆ ਹੈ। ਹੁਣ ਤੇਰੀ ਇੱਛਾ ਪੂਰੀ ਕਰਨੀ ਸਾਡਾ ਬਿਰਧ ਹੈ, ਸਾਡਾ ਸੁਭਾਅ ਹੈ। ਕਰੋ ਕਾਮਨਾ ਪੂਰਬ ਪੂਰੀ। ਹਾਂ ਮੈਂ ਹੁਣ ਤੁਹਾਡੀ ਪਹਿਲੀ ਕਾਮਨਾ ਜਿਹੜੀ ਉਹ ਪੂਰੀ ਕਰਾਂਗਾ ਰਾਜ ਦੇਣ ਦੀ। ਤੂੰ ਰਾਜ ਮੰਗਿਆ ਸੀ, ਮੈਂ ਤੈਨੂੰ ਰਾਜ ਦਿਆਂਗਾ। ਰਾਮਚੰਦਰ ਜੀ ਕਹਿੰਦੇ ਕਿਉਂਕਿ ਪਹਿਲੀ ਤੇਰੀ ਇੱਛਾ ਉਹੀ ਸੀ। ਪੁੰਨ ਦਿਓ ਪਦਵੀ ਕੇਵਲ ਰੂਰੀ। ਮੈਂ ਫੇਰ ਜਿਹੜਾ ਹੈ ਤੈਨੂੰ ਕੇਵਲ ਜਿਹੜੀ ਕੇਵਲ ਮੁਕਤੀ ਹੈ, ਜੋ ਮੁਕਤੀ ਦੀ ਜਿਹੜੀ ਹਨ ਪਦਵੀ ਜਿਹੜੀ ਹੈ ਉਹ ਮੈਂ ਤੈਨੂੰ ਜਿਹੜਾ ਹਨ ਬਾਅਦ ਵਿੱਚ ਤੈਨੂੰ ਮਿਲੇਗੀ, ਕਿਉਂਕਿ ਉਹਨੂੰ ਦੇਣ ਵਾਲਾ ਤਾਂ ਪਰਮੇਸ਼ਰ ਹੈ। ਰਾਮਚੰਦਰ ਜੀ ਕਹਿੰਦੇ ਮੈਂ ਤੇਰੀ ਇੱਛਾ ਮਨ ਦੀ ਪੂਰੀ ਕਰ ਦਿਆਂਗਾ, ਪਰ ਕੇਵਲ ਮੁਕਤੀ ਤਾਂ ਤੈਨੂੰ ਪਰਮੇਸ਼ਰ ਦੇਗਾ। ਉਹ ਪਰਮੇਸ਼ਰ ਹੀ ਦੇਣ ਵਾਲਾ ਹੈ। ਇਸ ਕਰਕੇ ਉਹ ਪਰਮੇਸ਼ਰ ਦੇ ਅੱਗੇ ਹੀ ਮੇਰੀ ਪ੍ਰਾਰਥਨਾ ਹੋਵੇਗੀ ਕਿ ਉਹ ਆਪ ਪਾਰ ਬ੍ਰਹਮ ਪਰਮੇਸ਼ਰ ਤੈਨੂੰ ਮੁਕਤ ਕਰੇ। ਹੈ ਐਸੇ ਸ੍ਰੀ ਰਾਮ ਉਧਾਰਾ। ਭਪੀਸ਼ਨ ਕਹਿੰਦਾ ਐਸਾ ਬਚਨ ਰਾਮਚੰਦਰ ਜੀ ਨੇ ਮੇਰੇ ਨਾਲ ਕੀਤਾ। ਅਸਤ ਪਹਿਰ ਜਿਨ ਨਾਮ ਆਧਾਰਾ। ਦੇਖੋ 8 ਪਹਿਰ ਮੈਨੂੰ ਉਹਨਾਂ ਦਾ ਨਾਮ ਦਾ ਹੀ ਆਸਰਾ ਹੈ। ਸੁਨ ਸ੍ਰੀ ਨਾਨਕ ਕਹਿ ਮ੍ਰਿਦ ਬਾਣੀ। ਇਹ ਉਹਦੀ ਗੱਲ ਸੁਣ ਕੇ ਭਪੀਸ਼ਨ ਦੀ ਸਾਰੀ ਗੱਲ ਨੂੰ ਸੁਣ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬੜੇ ਬਚਨ ਮਿੱਠੇ ਬਚਨਾਂ ਦੇ ਵਿੱਚ ਸਤਿਗੁਰਾਂ ਨੇ ਇਹ ਜਿਹੜਾ ਹਨ ਉਪਦੇਸ਼ ਦਿੱਤਾ। ਧੰਨ ਭਪੀਖਨ ਸੁਭ ਗੁਣ ਖਾਨੀ। ਭਪੀਸ਼ਨ ਤੂੰ ਧੰਨ ਹੈ, ਤੂੰ ਜਿਹੜਾ ਹੈ ਗ੍ਰੇਟ ਹੈ,
ਤੇਰੀ ਸੋਚਣੀ ਬਹੁਤ ਉੱਚੀ ਹੈ, ਬਹੁਤ ਉੱਚੀ ਅਵਸਥਾ ਦਾ ਮਾਲਕ ਹੈ ਤੂੰ। ਗੁਣਾ ਦੀ ਜਿਹੜਾ ਹਨ ਸ਼ੁਭ ਗੁਣ ਖਾਨੀ, ਕਹਿਣਗੇ ਤੂੰ ਗੁਣਾ ਦੀ ਖਾਨ ਹੈ। ਚਿਰੰਜੀਵ ਪਦਵੀ ਤੈਂ ਪਾਈ। ਦੇਖੋ ਉਹ ਭਗਤੀ ਕਰਕੇ ਤੂੰ ਚਿਰੰਜੀਵੀ ਪਾਲੀ, ਤੂੰ ਤ੍ਰੇਤੇ ਯੁੱਗ ਤੋਂ ਲੈ ਕੇ ਹੁਣ ਤੱਕ ਤੂੰ ਜਿਉਂਦਾ ਹਾਂ। ਤੂੰ ਇਹ ਚਿਰੰਜੀਵੀ ਸਦਾ ਵਾਸਤੇ ਜਿਉਂਦੇ ਰਹਿਣ ਵਾਲੀ ਪਦਵੀ ਤੈਨੂੰ ਮਿਲ ਗਈ ਹੈ, ਤੂੰ ਇਹ ਪਦਵੀ ਨੂੰ ਪਾਇਆ ਹੈ। ਮਨ ਕੀ ਨਾਮ ਬਿਖੈ ਲਿਵਲਾਈ। ਤੇ ਮਨ ਜਿਹੜਾ ਮਨ ਕੀ ਨਾਮ ਬਿਖੈ, ਮਨ ਦੀਆਂ ਬਿਰਤੀਆਂ ਨੂੰ ਤੂੰ ਨਾਮ ਦੇ ਵਿੱਚ ਜੋੜ ਕੇ ਲਿਵ ਲਾ ਕੇ ਰੱਖਿਆ ਹੈ। ਡਰਤ ਰਹਿਤ ਰਾਖਸ ਭੈ ਤੇਰੇ। ਦੇਖਿਆ ਡਰਤ ਰਹਿਤ ਕਹਿਣ ਲੱਗੇ ਜਿਹੜਾ ਹੈ ਰਾਖਸ਼ ਭੈ ਤੇਰੇ, ਸਾਰੇ ਜਿਹੜੇ ਰਾਖਸ਼ ਇੱਥੇ ਰਹਿੰਦੇ ਨੇ ਤੇਰਾ ਡਰ ਵੀ ਉਹ ਆਪਣੇ ਹਿਰਦੇ ਵਿੱਚ ਮੰਨਦੇ ਨੇ, ਮਤਲਬ ਤੇਰਾ ਰੈਸਪੈਕਟ ਕਰਦੇ ਨੇ ਵੀ ਤੂੰ ਉਹਨਾਂ ਦਾ ਰਾਜਾ ਹਾਂ, ਉਹ ਤੇਰਾ ਸਤਿਕਾਰ ਕਰਦੇ ਹਨ। ਆਏ ਸਮਾਨ ਭਏ ਸਭ ਚੇਰੇ। ਇਸ ਕਰਕੇ ਤੇਰੇ ਚੇਲੇ ਬਣ ਕੇ ਤੇਰੀ ਹਰ ਇੱਕ ਆਗਿਆ ਨੂੰ ਮੰਨਦੇ ਹਨ ਇਹ ਰਾਖਸ਼ ਸਾਰੇ। ਕਾਹੋ ਨਾ ਕਰੈ ਦਿਖਾਵਨ ਕੋ। ਹਾਂ ਦੇਖੋ ਉਹ ਕਿਸੇ ਨੂੰ ਵੀ ਜਿਹੜਾ ਹੈ ਦਿਖਾਉਣਾ ਨਹੀਂ ਕਰਦੇ, ਕਾਹੂ ਕੋ ਨਾ ਕਰੇ। ਤੂੰ ਆਪਣੀ ਅਵਸਥਾ ਨੂੰ ਕਿਸੇ ਅਗਰ ਜ਼ਾਹਰ ਨਹੀਂ ਕਰਦਾ, ਤੂੰ ਆਪਣੇ ਵਿੱਚ ਸਮੇਟ ਕੇ ਰੱਖਦਾ ਹਾਂ। ਤੂੰ ਇਹਦਾ ਜਿਹੜਾ ਹੈ ਦੂਜਿਆਂ ਤੇ ਪ੍ਰਭਾਵ ਵੀ ਨਹੀਂ ਪਾਉਂਦਾ, ਪਰ ਆਪਣੇ ਆਪ ਸਾਰੀ ਤੇਰੀ ਗੱਲ ਮੰਨਦੇ ਹਨ ਕਿਉਂਕਿ ਤੇਰੇ ਕੋਲ ਪਰਮੇਸ਼ਰ ਦਾ ਨਾਮ ਹੈ। ਭਾਉ ਭਗਤ ਮਹਿ ਸਰਦਾ ਹੋਈ। ਦੇਖੋ ਇਸ ਕਰਕੇ ਕਿਉਂਕਿ ਪ੍ਰੇਮਾ ਭਗਤੀ ਵਿੱਚ ਤੇਰੀ ਸ਼ਰਧਾ ਹੈ, ਤੂੰ ਪ੍ਰੇਮਾ ਭਗਤੀ ਵਿੱਚ ਆਪਣਾ ਜੀਵਨ ਬਤੀਤ ਕੀਤਾ ਹੈ। ਸੁਨਤ ਭੀਖਨ ਬੈਨ ਉਚਾਰੇ। ਜਦੋਂ ਐਸੇ ਬਚਨ ਕਿਰਪਾ ਭਰੇ ਬਚਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਭਪੀਸ਼ਨ ਨੇ ਸੁਣੇ। ਬੇਮੁਖ ਦੈਂਤ ਰਾਮ ਸਭ ਮਾਰੇ। ਦੇਖੋ ਕਹਿੰਦੇ ਉਹ ਬੇਮੁਖ ਜਿਹੜੇ ਭੈੜੇ ਦੈਂਤ ਸਨ, ਜਿਹੜੇ ਬੇਮੁਖ ਸਨ ਪਰਮੇਸ਼ਰ ਤੋਂ, ਜੋ ਰਾਵਣ ਨੂੰ ਹੀ ਰੱਬ ਮੰਨਦੇ ਸਨ, ਕਹਿੰਦੇ ਉਹ ਤਾਂ ਸਾਰੇ ਮਾਰੇ ਗਏ। ਰਾਮਚੰਦਰ ਨੇ ਇੱਥੇ ਆ ਕੇ ਸਾਰੇ ਉਹ ਭੈੜੇ ਤਾਂ ਮਾਰ ਦਿੱਤੇ। ਤੈ ਕੈ ਰਾਜ ਅਯੁੱਧਿਆ ਗਏ। ਤੇ ਸਾਨੂੰ ਇਹ ਰਾਜ ਦੇ ਕੇ ਲੰਕਾ ਦਾ ਆਪ ਅਯੁੱਧਿਆ ਨੂੰ ਵਾਪਸ ਚਲੇ ਗਏ ਸਨ ਰਾਮਚੰਦਰ ਜੀ। ਮਮ ਸਮੇਤ ਬਾਂਦਰ ਦਲ ਲਏ। ਕਹਿਣਗੇ ਮਮ ਸਮੇਤ, ਕਹਿਣਗੇ ਮੇਰੇ ਸਮੇਤ ਜਿਹੜੀਆਂ ਬਾਂਦਰ ਦੀਆਂ ਦਲ ਸਨ ਉਹ ਲਏ, ਉਹ ਉਹਨਾਂ ਨੂੰ ਨਾਲ ਲੈ ਕੇ ਚਲੇ ਗਏ ਵਾਪਸ। ਉਹ ਵਾਨਰ ਸੈਨਾ ਜਿਹੜੀ ਸੀ ਸਾਰੀ ਉਹਨਾਂ ਦੇ ਨਾਲ ਹੀ ਚਲੀ ਗਈ। ਦੋਹਰਾ ਤਹਾਂ ਜਾਏ ਮੋਕੋ ਤਬ ਹੈ ਇਹ ਉਪਦੇਸ਼ ਬਤਾਏ। ਦੇਖੋ ਭਪੀਸ਼ਨ ਕਹਿੰਦਾ ਜਦੋਂ ਰਾਮਚੰਦਰ ਜੀ ਵਾਪਸ ਅਯੁੱਧਿਆ ਗਏ ਨਾ, ਕਹਿੰਦੇ ਮੇਰਾ ਰਾਜ ਅਭਿਸ਼ੇਕ ਕਰਕੇ, ਮੇਰਾ ਕੋਰੋਨੇਸ਼ਨ ਕਰਕੇ, ਮੈਨੂੰ ਰਾਜਾ ਬਣਾ ਕੇ ਮੈਨੂੰ ਆਪਣੇ ਨਾਲ ਹੀ ਲੈ ਗਏ ਅਯੁੱਧਿਆ ਨੂੰ। ਰਾਮਚੰਦਰ ਜੀ ਨਾਲ ਵਾਨਰ ਸੈਨਾ ਵੀ ਸੀ, ਉਹ ਵੀ ਨਾਲ ਚਲੇ ਗਏ। ਕਹਿੰਦੇ ਅਸੀਂ ਸਾਰੇ ਇਕੱਠੇ ਹੋ ਕੇ ਰਾਮਚੰਦਰ ਦੇ ਨਾਲ ਅਯੁੱਧਿਆ ਗਏ। ਕਹਿੰਦੇ ਉੱਥੇ ਜਦੋਂ ਗਏ ਤਹਾਂ ਜਾਏ ਮੋਕੋ ਤਬ ਹੈ, ਕਹਿਣਗੇ ਉਸ ਵੇਲੇ ਜਦੋਂ ਰਾਮਚੰਦਰ ਜੀ ਮੈਨੂੰ ਅਯੁੱਧਿਆ ਦੇ ਵਿੱਚ ਲੈ ਗਏ ਤਾਂ ਉਸ ਵੇਲੇ ਇਹ ਉਪਦੇਸ਼ ਰਾਮਚੰਦਰ ਜੀ ਨੇ ਮੈਨੂੰ ਦਿੱਤਾ। ਨਮਿਤ ਮਾਤਰ ਅਵਤਾਰ ਧਰ ਈਸ਼ਵਰ ਧਰਨੀ ਆਏ। ਦੇਖੋ ਕਹਿੰਦੇ ਮੈਨੂੰ ਉਪਦੇਸ਼ ਦਿੱਤਾ ਕਿ ਜਿਹੜੇ ਕਿ ਦੇਵਤੇ ਹਨ, ਕਹਿਣਗੇ ਉਹਨਾਂ ਦੇ 6 ਅਵਤਾਰ ਹੋਇਆ ਕਰਦੇ ਹਨ। ਉਹ ਜਿਹੜੇ ਹਨ ਅੰਸਾ ਅਵਤਾਰ ਜਿਹੜੇ ਅੰਸ਼ ਹਨ, ਜਿਵੇਂ ਮਨੂ ਰਾਜਾ ਹੋਇਆ, ਸੋ ਕਹਿੰਦੇ ਉਹ ਅੰਸ਼ ਰਾਜੇ ਦੀ ਅੰਸ਼ ਵਿੱਚ ਆ ਕੇ ਦੁਨੀਆ ਦਾ ਭਲਾ ਕਰਦੇ ਨੇ, ਦੁਨੀਆ ਨੂੰ ਮੈਨੇਜ ਕਰਦੇ ਨੇ। ਦੂਜਾ ਅਵੇਸ਼ਾ ਅਵਤਾਰ ਜਿਹੜੇ ਕਿ ਉਹ ਸ਼ਕਤੀ ਦਾ ਅਵੇਸ਼ ਕਰਦੇ ਹਨ, ਥੋੜੇ ਸਮੇਂ ਥੋੜਾ ਕੰਮ ਕਰਨ ਵਾਸਤੇ ਉਹ ਸ਼ਕਤੀ ਨੂੰ ਧਾਰਨ ਕਰਕੇ ਫਿਰ ਅਲੋਪ ਹੋ ਜਾਂਦੇ ਹਨ। ਜਿਵੇਂ ਨਰਸਿੰਘ ਹੋਇਆ ਹੈ ਅਵਤਾਰ, ਉਹਨਾਂ ਨੇ ਪ੍ਰਹਿਲਾਦ ਦੀ ਰੱਖਿਆ ਕਰਕੇ ਉਹ ਨਰਸਿੰਘ ਰੂਪ ਤੋਂ ਫਿਰ ਆਪਣੇ ਸਰੂਪ ਤੋਂ ਚਲੇ ਗਏ, ਉਹ ਅਵੇਸ਼ਾ ਅਵਤਾਰ ਹੈ। ਤੀਜੇ ਹਨ ਨਿਤ ਅਵਤਾਰ ਉਹ ਮਹਾਪੁਰਸ਼ ਹੋਇਆ ਕਰਦੇ ਨੇ ਜੋ ਦੁਨੀਆ ਦੇ ਵਿੱਚ ਪਰਮੇਸ਼ਰ ਦੀ ਭਗਤੀ ਦਾ ਪ੍ਰਚਾਰ ਕਰਦੇ ਹਨ। ਸੋ ਨਮਿਤ ਅਵਤਾਰ ਜਿਵੇਂ ਪਰਸ਼ੂਰਾਮ ਜੀ ਹੋਏ, ਉਹ ਨਮਿਤ ਕੋਈ ਖਾਸ ਵਜ੍ਹਾ ਨੂੰ ਲੈ ਕੇ ਉਹ ਜਿਹੜਾ ਹੈ ਆਪਣਾ ਕਾਰਜ ਕਰਦੇ ਹਨ, ਸੋ ਉਹ ਨਮਿਤ ਅਵਤਾਰ ਹੋ ਗਏ। ਸੋ ਜਿਹੜਾ ਹਨ ਅੱਗੇ ਹੁੰਦੇ ਕਲਾ ਅਵਤਾਰ, ਜੋ ਕੁਝ ਕਲਾ ਲੈ ਕੇ ਸੰਸਾਰ ਵਿੱਚ ਆਉਂਦੇ ਨੇ, ਜਿਹੜਾ ਹਨ ਆਪਣਾ ਕਾਰਜ ਸੰਸਾਰ ਨੂੰ ਪਰਮੇਸ਼ਰ ਦੀ ਭਗਤੀ ਵਿੱਚ ਲਾਉਣ ਵਾਸਤੇ, ਪਰਮੇਸ਼ਰ ਦੀ ਰਸਤੇ ਵਿੱਚ ਤੋਰਨ ਵਾਸਤੇ, ਸੰਸਕ੍ਰਿਤੀ ਤੇ ਪ੍ਰਕਿਰਤੀ ਨੂੰ ਜਿਹੜਾ ਹੈ ਸਵਾਰਨ ਵਾਸਤੇ। ਤੇ ਅੱਗੇ ਆਉਂਦੇ ਨੇ ਪੂਰਨ ਅਵਤਾਰ ਜਿਹੜੇ ਹਨ, ਜਿਵੇਂ ਰਾਮਚੰਦਰ ਜੀ 14 ਕਲਾ ਸੰਪੂਰਨ ਹਨ, ਤੇ ਅੱਗੇ ਕ੍ਰਿਸ਼ਨ ਭਗਵਾਨ ਜੀ ਜੋ ਦੁਆਪਰ ਵਿੱਚ ਆ ਉਹ 16 ਕਲਾ ਸੰਪੂਰਨ ਹੋਏ। ਸੋ ਉਹ ਹੋਏ। ਸੋ ਇਹ 6 ਤਰ੍ਹਾਂ ਦੇ ਅਵਤਾਰ ਹੋਇਆ ਕਰਦੇ ਹਨ। ਜੋ ਈਸ਼ਵਰ ਹੁੰਦਾ ਹੈ, ਜਦੋਂ ਪਰਮੇਸ਼ਰ ਸੰਸਾਰ ਬਣਾਉਂਦਾ ਹੈ, ਈਸ਼ਵਰ ਦਾ ਮਤਲਬ ਹੈ ਕਿ ਇਹ ਸੰਸਾਰ ਦਾ ਮਾਲਕ ਕੌਣ ਹੈ, ਉਹਨੂੰ ਈਸ਼ਵਰ ਕਹਿੰਦੇ। ਉਹ ਪਰਮੇਸ਼ਰ ਈਸ਼ਵਰ ਰੂਪ ਹੁੰਦਾ ਹੈ ਜੋ ਸੰਸਾਰ ਨੂੰ ਤੋਰਦਾ ਹੈ, ਤੇ ਉਹ ਈਸ਼ਵਰ ਹੀ ਹੈ ਜੋ ਇਹ 6 ਤਰ੍ਹਾਂ ਦੇ ਅਵਤਾਰ ਧਾਰ ਕੇ ਸੰਸਾਰ ਤੇ ਆਉਂਦਾ ਹੈ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹ 6ਵਾਂ ਵਿੱਚੋਂ ਨਹੀਂ ਹਨ। ਪਰਮੇਸ਼ਰ ਜਿਹੜਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਹਨ। ਉਹ ਕੋਈ ਅਵਤਾਰ ਨਹੀਂ ਹਨ ਵੀ ਪਰਮਾਤਮਾ ਦਾ ਅਵਤਾਰ ਧਾਰ ਕੇ, ਨਹੀਂ, ਉਹ ਸਾਖਸ਼ਾਤ ਆਪ ਪਰਮੇਸ਼ਰ ਆਏ ਹਨ, ਉਹ ਪਰਮੇਸ਼ਰ ਆਪ ਆਪਣਾ ਪ੍ਰਗਟ ਹੋਏ ਹਨ। ਇਸ ਕਰਕੇ ਕਹਿੰਦੇ ਇਹ ਧਰਤੀ ਤੇ
ਜਿਹੜੇ ਹਨ ਜਿੰਨੇ ਵੀ ਪ੍ਰੋਫਿਟਸ ਆਉਂਦੇ ਨੇ ਉਹ ਆਪਣਾ ਕਾਰਜ ਲੈ ਕੇ ਤੇ ਕਾਰਜ ਸੰਪੂਰਨ ਕਰਕੇ ਚਲੇ ਜਾਂਦੇ ਹਨ। ਚੌਪੇ ਕਾਰਜ ਕਰ ਬੈਕੁੰਠ ਸੋ ਜਾਵੇ। ਦੇਖੋ ਉਹ ਆਪਣਾ ਕਾਰਜ ਸੰਪੂਰਨ ਹੁੰਦਾ, ਇਹ ਸਾਰੇ ਅਵਤਾਰ ਵਾਪਸ ਬੈਕੁੰਠ ਨੂੰ ਚਲੇ ਜਾਂਦੇ ਹਨ। ਤਿਨਕੇ ਗੁਣ ਪੜ ਸੁਨ ਸੁਖ ਪਾਵ ਹੈ। ਦੇਖੋ ਪਰ ਇਹਨਾਂ ਅਵਤਾਰਾਂ ਦੇ ਕਾਰਜ ਜੋ ਇਹ ਸੰਸਾਰ ਤੇ ਅੱਗੇ ਕਰਦੇ ਨੇ, ਜੋ ਵੀ ਮਨੁੱਖ ਮਾਤਰ ਉਹਨਾਂ ਦੇ ਗੁਣਾਂ ਨੂੰ ਪੜ੍ਹਦਾ ਹੈ, ਜੋ ਉਹਨਾਂ ਦੇ ਗੁਣਾਂ ਨੂੰ ਸਮਝਦਾ ਹੈ, ਜੋ ਉਹਨਾਂ ਦੇ ਗੁਣਾਂ ਨੂੰ ਆਪਣੇ ਜੀਵਨ ਦੀ ਸੇਧ ਬਣਾਉਂਦਾ ਹੈ, ਕਹਿੰਦੇ ਉਹਨਾਂ ਨੂੰ ਸੁੱਖ ਮਿਲਦਾ ਹੈ। ਕਿਉਂਕਿ ਇਹ ਅਵਤਾਰ ਆਉਂਦੇ ਨੇ ਗਾਡੀ ਰਾਹ ਦਿਖਾਉਣ ਵਾਸਤੇ, ਇਹ ਰਸਤਾ ਦਿਖਾਉਣ ਵਾਸਤੇ ਆਉਂਦੇ ਨੇ। ਤੇ ਇਹਨਾਂ ਦੀਆਂ ਜੋ ਸਾਖੀਆਂ ਕੋਈ ਪੜ੍ਹਦਾ, ਇਸੇ ਕਰਕੇ ਤਾਂ ਰਮਾਇਣ ਲਿਖੀ ਗਈ, ਮਹਾਭਾਰਤ ਲਿਖੀ ਗਈ, ਸ੍ਰੀ ਭਾਗਵਤ ਲਿਖੀ ਗਈ। ਸੋ ਇਹਨਾਂ ਦੇ ਤਾਂ ਕਰਕੇ ਲਿਖੇ ਜਾਂਦੇ ਨੇ, ਤਾਂ ਕਰਕੇ ਜਿਹੜੇ ਹਨ ਗਾਈਡ ਇਹ ਮਨੁੱਖਾਂ ਨੂੰ ਮਿਲਦਾ ਰਹੇ। ਹੈ ਅਵਤਾਰ ਸੰਤ ਨਿਤ ਮੇਰੇ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜਾ ਹਨ ਮਹਾਰਾਜ ਜੀ ਨੂੰ ਦੱਸ ਰਹੇ ਨੇ ਭਪੀਸ਼ਨ, ਕਹਿੰਦੇ ਦੇਖ ਹੈ ਅਵਤਾਰ। ਰਾਮਚੰਦਰ ਜੀ ਕਹਿੰਦੇ ਹੈ ਅਵਤਾਰ, ਕਹਿਣਗੇ ਅਵਤਾਰ ਨੇ ਮੇਰੇ ਕੌਣ? ਉਹ ਸੰਤ ਜਨ, ਉਹ ਪਰਮੇਸ਼ਰ ਦੇ ਪਿਆਰੇ ਸੰਤ ਜਿਹੜੇ ਨੇ, ਉਹ ਮੇਰੇ ਜਿਹੜੇ ਹਨ ਸੰਤ ਲੋਕ ਜਿਹੜੇ ਹਨ, ਉਹ ਮੇਰੇ ਹੀ ਸਰੂਪ ਹਨ। ਤਿੰਨ ਮਿਲਾਪ ਅਗ ਜਾਹੇ ਕਨੇਰੇ। ਕਹਿੰਦੇ ਉਹਨਾਂ ਦੇ ਮਿਲਾਪ ਕਰਕੇ ਬਹੁਤ ਸਾਰੇ ਪਾਪ ਦੂਰ ਹੋ ਜਾਂਦੇ ਹਨ। ਸੰਤ ਮੋਹੇ ਮਹਿ ਭੇਦ ਨਾ ਕੋ। ਰਾਮਚੰਦਰ ਜੀ ਨੇ ਇਹ ਉਪਦੇਸ਼ ਭੀਸ਼ਣ ਨੂੰ ਦਿੱਤਾ ਕਿ ਸੰਤ ਵਿੱਚ ਤੇ ਮੇਰੇ ਵਿੱਚ ਕੋਈ ਭੇਦ ਨਹੀਂ ਹੈ। ਐਸੇ ਰਾਮ ਕਹਾ ਦੁਖ ਖੋ। ਕਹਿੰਦੇ ਐਸੇ ਰਾਮਚੰਦਰ ਨੇ ਮੈਨੂੰ ਉਪਦੇਸ਼ ਦਿੱਤਾ ਜੋ ਉਪਦੇਸ਼ ਜਨਮ ਮਰਨ ਦਾ ਦੁੱਖ ਕੱਟਣ ਵਾਲਾ ਸੀ। ਸੋ ਤੁਮ ਸੰਤ ਸਦਾ ਸੁਖਦਾਈ। ਇਸ ਕਰਕੇ ਸੋ ਤੁਮ ਸੰਤ ਕਹਿਣ ਲੱਗੇ ਉਸ ਵੇਲੇ ਭੀਸ਼ਣ ਕਹਿੰਦਾ ਰਾਮਚੰਦਰ ਨੇ ਮੈਨੂੰ ਇਹ ਗੱਲ ਕਹੀ ਕਿ ਉਹੀ ਤੂੰ ਸੰਤ ਹੈ। ਕਹਿੰਦੇ ਭੀਸ਼ਣ ਤੂੰ ਵੀ ਉਹ ਸੰਤ ਹੈ ਜਿਹੜੇ ਸੰਤ ਪਰਮੇਸ਼ਰ ਨਾਲ ਜੋੜਨ ਵਾਲੇ ਹੁੰਦੇ ਨੇ। ਕਹਿਣਗੇ ਇਸ ਕਰਕੇ ਸੋ ਤੁਮ ਸੰਤ ਸਦਾ ਸੁਖਦਾਈ, ਤੂੰ ਵੀ ਸੁਖ ਦੇਣ ਵਾਲਾ ਹੈ। ਤੂੰ ਵੀ ਆਪਣੇ ਜਿਹੜੇ ਹਨ ਚੇਲਿਆਂ ਨੂੰ, ਜੋ ਕਿ ਤੇਰੀ ਪ੍ਰਜਾ ਨੂੰ ਸੁਖ ਦੇਣ ਵਾਲਾ ਹੈ। ਕਰ ਉਪਦੇਸ਼ ਦੇਹੋ ਸਮਝਾਈ। ਇਹ ਉਪਦੇਸ਼ ਰਾਮਚੰਦਰ ਜੀ ਨੇ ਮੈਨੂੰ ਦਿੱਤਾ ਤੇ ਮੈਨੂੰ ਇਉਂ ਕਰਕੇ ਸਮਝਾਇਆ। ਰਘਬੀਰ ਤੁਮ ਮਹਿ ਭੇਦ ਨਾ ਜਾਣੋ। ਕਹਿਣਗੇ ਇਸ ਕਰਕੇ ਹੁਣ ਭੀਸ਼ਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਉਹ ਰਘਬੀਰ, ਉਹ ਰਾਮਚੰਦਰ ਤੇ ਤੁਹਾਡੇ ਵਿੱਚ ਮੈਂ ਕੋਈ ਫਰਕ ਨਹੀਂ ਦੇਖ ਰਿਹਾ, ਤੁਸੀਂ ਵੀ ਇੱਕ ਹੀ ਹੋ। ਈਸ਼ਰ ਏਕ ਸਮਾਨ ਪਛਾਨੋ। ਮੈਂ ਤਾਂ ਤੁਹਾਨੂੰ ਦੋਨਾਂ ਨੂੰ ਇੱਕ ਹੀ ਈਸ਼ਵਰ ਦਾ ਸਰੂਪ ਜਾਣਦਾ ਹਾਂ। ਦੇਖੋ ਹੁਣ ਇੱਥੇ ਇੱਕ ਬ੍ਰਿਤੀ ਹੈ ਜੋ ਭੀਸ਼ਣ ਦੀ ਉਹ ਕਰਮ ਖੰਡ ਵਿੱਚ ਅੜੀ ਹੋਈ ਹੈ। ਉਹਨਾਂ ਨੇ ਰਾਮਚੰਦਰ ਦੇ ਵਿੱਚ ਰਾਮ ਨਾਮ ਨੂੰ ਰਾਮਚੰਦਰ ਦੇ ਵਿੱਚ ਅਟਕਾ ਕੇ ਰੱਖਿਆ ਹੋਇਆ ਹੈ। ਇੱਕ ਸਰੂਪ ਦੇ ਵਿੱਚ ਉਹ ਰਾਮ ਨੂੰ ਦੇਖ ਰਹੇ ਹਨ, ਕੇਵਲ ਤੇ ਕੇਵਲ ਰਾਮਚੰਦਰ ਦੇ ਵਿੱਚ। ਪਰ ਹੁਣ ਪਰਮੇਸ਼ਰ ਤਾਂ ਸਰਬ ਵਿਆਪਕ ਹੈ। ਪਰਮੇਸ਼ਰ ਦੀ ਜਿਹੜਾ ਹੈ ਸ਼ਕਤੀ ਤਾਂ ਸਾਰੇ ਕਿਤੇ ਜਿਹੜੀ ਹੈ ਇੱਕ ਜਿਹੜਾ ਹੰਸਾਰ ਵਰਤ ਰਹੀ ਹੈ। ਉਸ ਦਾ ਜਿਹੜਾ ਗਿਆਨ ਹੁਣ ਗੁਰੂ ਨਾਨਕ ਸਾਹਿਬ ਜੀ ਨੇ ਦੇਣਾ ਭੀਸ਼ਣ ਨੂੰ। ਹੁਣ ਭੀਸ਼ਣ ਤਾਂ ਇਹ ਗੱਲ ਕਹਿੰਦਾ ਹੈ, ਉਹ ਤਾਂ ਹਜੇ ਈਸ਼ਵਰ ਤੱਕ ਹੀ ਪਹੁੰਚਿਆ, ਪਰਮੇਸ਼ਰ ਤੱਕ ਨਹੀਂ ਗਿਆ। ਉਹ ਤਾਂ ਹਜੇ ਇਹ ਦੁਨੀਆ ਦੀ ਬਣਾਵਟ ਦੇ ਵਿੱਚ ਹੀ ਹੈ। ਸੋ ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਉਹ ਕਹਿੰਦਾ ਹੈ, ਕਹਿੰਦੇ ਤੁਹਾਡੇ ਵਿੱਚ ਤੇ ਰਾਮਚੰਦਰ 'ਚ ਮੈਨੂੰ ਕੋਈ ਫਰਕ, ਕਿਉਂਕਿ ਭੀਸ਼ਣ ਵਾਸਤੇ ਰਾਮਚੰਦਰ ਹੀ ਉਸ ਦਾ ਰੱਬ ਸੀਗਾ। ਇਸ ਕਰਕੇ ਉਹਨੇ ਇਹ ਗੱਲ ਕਹੀ ਕਿ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਵਿੱਚ ਤੇ ਗੁਰੂ ਨਾਨਕ ਸਾਹਿਬ ਦੇ ਜਾਂ ਰਾਮਚੰਦਰ ਦੇ ਵਿੱਚ ਮੈਂ ਆਪਣਾ ਈਸ਼ਵਰੀ ਦੇਖਦਾ ਹਾਂ। ਬਿਨਾਂ ਸਨੀ ਸੁਣ ਕੇ ਤੇ ਬਾਣੀ। ਜਦੋਂ ਐਸੀ ਬਾਣੀ ਜਿਹੜੀ ਹੈ, ਐਸੇ ਜਿਹੜੇ ਹਨ ਉਹਨਾਂ ਦੇ ਜਿਹੜੇ ਹਨ ਭੀਸ਼ਣ ਦੀਆਂ ਗੱਲਾਂ ਸੁਣੀਆਂ ਸਾਰੀਆਂ। ਬੋਲੇ ਸ੍ਰੀ ਨਾਨਕ ਗੁਣ ਖਾਨੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਦਾ ਉਚਾਰਨ ਕੀਤਾ। ਮਹਾਰਾਜ ਨੇ ਇਹ ਸ਼ਬਦ ਦਾ ਉਚਾਰਨ ਕਰਕੇ ਉਪਦੇਸ਼ ਦਿੱਤਾ ਭੀਸ਼ਣ ਨੂੰ। ਅੱਜ ਹੁਣ ਭੀਸ਼ਣ ਨੂੰ ਉਪਦੇਸ਼ ਮਿਲ ਰਿਹਾ ਹੈ ਉਸ ਪਰਮਾਤਮਾ ਦਾ। ਮਹਾਰਾਜ ਜੀ ਇੱਕ ਲੈਵਲ ਹੁਣ ਹੋਰ ਉਹਨੂੰ ਜਿਹੜਾ ਉੱਤੇ ਲੈ ਕੇ ਚੱਲੇ ਹਨ, ਜਿਹੜੇ ਲੈਵਲ ਦੇ ਵਿੱਚ ਇਨਸਾਨ ਤੇ ਦੇਵਤਿਆਂ 'ਚ, ਦੈਂਤਾਂ 'ਚ, ਪਰਮੇਸ਼ਰ 'ਚ ਕੋਈ ਫਰਕ ਨਹੀਂ ਰਹਿ ਜਾਂਦਾ, ਇੱਕ ਸਰੂਪ ਹੋ ਜਾਂਦੇ ਹਾਂ। ਉਹ ਅਵਸਥਾ ਨੂੰ ਦੇਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਨੇ ਇਹ ਸ਼ਬਦ ਦਾ ਉਚਾਰਨ ਕੀਤਾ। ਸ੍ਰੀ ਮੁਖ ਵਾਕ ਗੁਰਮੁਖ ਬਾਂਧਿਓ ਸੇਤ ਵਿਧਾਤਾ। ਦੇਖੋ ਕਹਿੰਦੇ ਉਹ ਗੁਰਮੁਖ, ਕਹਿਣ ਲੱਗੇ ਉਹ ਗੁਰਮੁਖ, ਗੁਰੂ ਨੂੰ ਧਾਰਨ ਕਰਨ ਵਾਲਾ, ਵਿਸ਼ਿਸ਼ਟ ਜੀ ਨੂੰ ਆਪਣਾ ਗੁਰੂ ਧਾਰਨ ਕਰਨ ਵਾਲਾ, ਆਪਣੇ ਗੁਰੂ ਦੇ ਉਪਦੇਸ਼ ਨੂੰ ਕਮਾਉਣ ਵਾਲਾ। ਕਹਿਣਗੇ ਉਹਨੇ ਇੱਕ ਇੱਥੇ
ਇੱਥੇ ਸੇਤ ਇੱਕ ਜਿਹੜਾ ਪੁੱਲ ਜਿਹੜਾ ਹਨ ਬਣਾਇਆ ਸੀ, ਉਹ ਵਿਧਾਤੇ ਪਰਮੇਸ਼ਰ ਦੇ ਹੁਕਮ ਵਿੱਚ। ਲੰਕਾ ਲੂਟੀ ਦੈਤ ਸੰਤਾਪੈ। ਦੇਖੋ ਲੰਕਾ ਨੂੰ ਲੁੱਟ ਕਰਕੇ, ਦੈਂਤਾਂ ਨੂੰ ਸੰਤਾਪ ਦੁੱਖ ਦੇ ਕਰਕੇ ਰਾਮਚੰਦ ਮਾਰਿਓ ਇਹ ਰਾਵਣ। ਦੇਖੋ ਰਾਮਚੰਦਰ ਨੇ ਆਪਣੇ ਦੁਸ਼ਮਣ ਰਾਵਣ ਨੂੰ ਮਾਰਨਾ ਕੀਤਾ। ਭੇਦ ਭਪੀਖਣ ਗੁਰਮੁਖ ਪਰਚਾਇਣ। ਦੇਖੋ ਪਰ ਜਿਹੜਾ ਹਨ ਮਾਰਿਆ ਕਿਵੇਂ? ਉਹ ਭਪੀਸ਼ਨ ਨੇ ਜਿਹੜਾ ਭੇਦ ਦਿੱਤਾ ਸੀ ਵੀ ਜਿਹੜਾ ਰਾਵਣ ਨੂੰ ਮਾਰਨ ਵਾਸਤੇ ਇੱਕੋ ਇੱਕ ਤਰੀਕਾ ਹੈ ਕਿ ਅਗਨ ਬਾਣ ਜਿਹੜਾ ਹੈ ਉਸਦੀ ਧੁੰਨੀ ਵਿੱਚ ਮਾਰਿਆ ਜਾਵੇ, ਤਾਂ ਉਸਦਾ ਅੰਮ੍ਰਿਤ ਕੁੰਡ ਸੁਕਾਇਆ ਜਾਵੇ, ਤਾਂ ਰਾਵਣ ਮਰ ਸਕਦਾ, ਨਹੀਂ ਤਾਂ ਰਾਵਣ ਨਹੀਂ ਮਰੇਗਾ। ਇਸ ਕਰਕੇ ਭੇਦ ਭਪੀਖਨ ਗੁਰਮੁਖ ਪਰਚਾਇਨ ਉਹਨਾਂ ਨੇ ਦਿੱਤਾ। ਇਹ ਜਿਹੜਾ ਹਨ ਭੇਦ ਭਪੀਸ਼ਨ ਨੇ ਦਿੱਤਾ ਰਾਮਚੰਦਰ ਨੂੰ। ਗੁਰਮੁਖ ਸਾਇਰ ਪਾਹਣ ਤਾਰੇ। ਦੇਖੋ ਕਹਿੰਦੇ ਉਹ ਰਾਮਚੰਦਰ ਨੇ ਜਿਹੜਾ ਹੈ ਇਹ ਜਿਹੜਾ ਹਨ ਪਾਣੀ ਦੇ ਉੱਤੇ, ਸਮੁੰਦਰ ਦੇ ਪਾਣੀ ਦੇ ਉੱਤੇ ਉਹਨਾਂ ਨੇ ਪੱਥਰਾਂ ਨੂੰ ਤਾਰ ਦਿੱਤਾ। ਸੋ ਪੱਥਰਾਂ ਨੂੰ ਤਾਰ ਕਰਕੇ ਉਸਦਾ ਸਾਇਰ, ਉਸਦਾ ਜਿਹੜਾ ਇੱਕ ਬ੍ਰਿਜ ਬਣਾਇਆ। ਗੁਰਮੁਖ ਕੋਟ ਤੇ 30 ਉਧਾਰੇ। ਦੇਖੋ ਜਿਹੜੇ ਗੁਰਮੁਖ ਹੁੰਦੇ ਨੇ ਨਾ, ਜਿਹੜੇ ਗੁਰੂ ਤੇ ਮੁਖ, ਜਿਹੜਾ ਗੁਰੂ ਮੁਖੀ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਜਿਹੜੇ ਹਨ 33 ਕਰੋੜ ਦੇਵਤਿਆਂ ਨੂੰ ਤਾਰਨ ਵਾਲੇ ਹਨ। ਉਹ 33 ਕਰੋੜ ਦੇਵਤਿਆਂ ਨੂੰ ਤਾਰ ਦਿੰਦੇ ਹਨ। ਉਹਨਾਂ ਦੇ ਵਾਸਤੇ ਜਿਹੜਾ ਹੈ ਉਹੀ ਇੱਕ ਮੁਕਤੀ ਦਾਤੇ ਹਨ। ਜੇ ਉਹ ਦੇਵਤਿਆਂ ਦੇ ਮੁਕਤੀ ਦਾਤੇ ਹਨ ਤਾਂ ਆਪਾਂ ਤਾਂ ਫਿਰ ਵੀ ਇਨਸਾਨ ਹਨ। ਉਹ ਦੇਵਤਿਆਂ ਨੂੰ ਵੀ ਪਰਮੇਸ਼ਰ ਦੀ ਭਗਤੀ ਕਰਨੀ ਪੈਂਦੀ ਹੈ ਮੁਕਤੀ ਵਾਸਤੇ। ਚੌਪੇ ਸਿਰੇ ਗੁਣ ਭਣੈ ਵਿਵੇਖਣ ਸੁਣੀਏ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਭਪੀਸ਼ਨ ਨੂੰ ਇਹ ਉਪਦੇਸ਼ ਦਿੱਤਾ, ਕਹਿੰਦੇ ਹੇ ਭਪੀਸ਼ਨ ਤੂੰ ਸੁਣ ਹੁਣ। ਆਗਿਆ ਹੀ ਗੁਰਮੁਖ ਮਨ ਗੁਣੀਏ। ਆਗੇ ਹੀ ਕਹਿਣਗੇ, ਆਗਿਆ ਹੀ ਕਹਿਣਗੇ, ਆਗਿਆ ਪਹਿਲਾਂ ਤੋਂ ਹੀ ਗੁਰਮੁਖ ਦੇ ਮਨ ਵਿੱਚ ਇਹ ਮਨ ਚ ਵਿਚਾਰ ਹਮੇਸ਼ਾ ਪਰਮੇਸ਼ਰ ਦੀ ਹੁੰਦੀ ਹੈ। ਭੇਦ ਆਏ ਦੀਨੋ ਸ੍ਰੀ ਰਾਮੂ। ਕਹਿਣਗੇ ਤੂੰ ਆਕੇ ਭੇਦ ਰਾਮਚੰਦਰ ਨੂੰ ਆਕੇ ਦਿੱਤਾ ਵੀ ਰਾਵਣ ਨੂੰ ਕਿਵੇਂ ਮਾਰਿਆ ਜਾਵੇ। ਰਾਵਣ ਮਾਰ ਕਰੇ ਸਭ ਕੰਮ। ਦੇਖੋ ਰਾਵਣ ਨੂੰ ਮਾਰ ਕਰਕੇ ਰਾਮਚੰਦਰ ਨੇ ਆਪਣਾ ਕੰਮ ਸਿੱਧ ਕੀਤਾ, ਆਪਣਾ ਕੰਮ ਸੰਪੂਰਨ ਕੀਤਾ। ਗੁਰ ਕੈ ਸ਼ਬਦ ਰਾਮ ਵਿਚਾਰੇ। ਦੇਖੋ ਗੁਰ ਕੈ ਸ਼ਬਦ ਰਾਮ ਵਿਚਾਰੇ। ਕਹਿੰਦੇ ਗੁਰੂ ਦਾ ਸ਼ਬਦ ਜਿਹੜਾ ਹੈ ਉਸਦੇ ਜਿਹੜਾ ਹੈ, ਹੁਣ ਦੇਖੋ ਇਹ ਆਪਾਂ ਇੱਕ ਪਰਸਪੈਕਟਿਵ ਤੋਂ ਲੈ ਰਹੇ ਹਾਂ, ਉਹ ਸਾਖੀ ਦੀ ਪਰਸਪੈਕਟਿਵ ਤੋਂ। ਕਹਿੰਦੇ ਗੁਰ ਕੈ ਸ਼ਬਦ, ਕਹਿੰਦੇ ਗੁਰੂ ਜਿਹੜਾ ਤੇਰਾ ਰਾਮਚੰਦਰ ਨੂੰ ਤੂੰ ਗੁਰੂ ਧਾਰਨ ਕੀਤਾ, ਕਹਿੰਦੇ ਉਹਦਾ ਸ਼ਬਦ ਜਿਹੜਾ ਰਾਮ ਹੈ ਤੂੰ ਉਹਦਾ ਜਾਪ ਕੀਤਾ, ਉਸਦਾ ਵਿਚਾਰ ਕੀਤਾ। ਸਿੰਧ ਵਿਖੇ ਪਾਹਨ ਵੱਡ ਤਾਰੇ। ਉਹੀ ਰਾਮ ਜਿਹਨੇ ਪਰਮੇਸ਼ਰ ਦੇ ਨਾਮ ਦਾ ਆਸਰਾ ਲੈ ਕੇ ਉਹ ਪੱਥਰਾਂ ਨੂੰ ਵੀ ਜਿਹੜਾ ਹੈ ਸਮੁੰਦਰ ਵਿੱਚ ਤਾਰਨਾ ਕੀਤਾ। ਸਤਿਗੁਰ ਸ਼ਬਦ ਸਭਨ ਤੇ ਵੱਡੋ। ਪਰ ਕਹਿੰਦੇ ਭਪੀਸ਼ਨ ਇੱਕ ਗੱਲ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਸਭ ਤੋਂ ਜਿਹੜਾ ਹੈ ਸਤਿਗੁਰੂ ਸ਼ਬਦ ਜਿਹੜਾ ਹੈ ਉਹ ਸਭ ਤੋਂ ਵੱਡਾ ਹੈ। ਉਹ ਜਿਹੜੀ ਧੁਰਕੀ ਬਾਣੀ ਹੈ, ਉਹ ਗੁਰੂ ਦੇ ਕਿਹਾ ਹੋਇਆ ਮੁਖ ਵਾਕ ਜਿਹੜਾ ਹੈ ਉਹ ਸਭ ਤੋਂ ਵੱਡਾ ਹੈ। 33 ਕੋਟ ਸੁਰਨ ਕੋ ਛੱਡੋ। ਦੇਖੋ 33 ਕਰੋੜ ਦੇਵਤਿਆਂ ਨੂੰ ਵੀ ਤਾਰਨ ਵਾਲਾ ਹੈ। 33 ਕਰੋੜ ਜਿਹੜੇ ਹਨ ਇਹਨਾਂ ਦਾ ਇਹ ਵੀ ਅਰਥ ਬਣਦਾ ਹੈ ਵੀ ਕਰੋੜਾਂ ਨੂੰ ਹੀ ਤਾਰਨ ਵਾਲਾ ਇਹ ਪਰਮੇਸ਼ਰ ਦਾ ਨਾਮ ਹੈ। 33 ਕਰੋੜ 330 ਮਿਲੀਅਨ ਜਿਹੜੇ ਦੇਵਤੇ ਉਹਨਾਂ ਨੂੰ ਵੀ ਤਾਰਨ ਵਾਲਾ ਹੈ, ਤੇ ਕਰੋੜਾਂ ਹੀ ਜਿਹੜੇ ਹਨ ਇਨਸਾਨਾਂ ਨੂੰ ਤਾਰਨ ਵਾਲਾ ਹੈ। ਹੁਣ ਇਸੇ ਜਿਹੜਾ ਹਨ ਪੌੜੀ ਦਾ ਜਿਹੜਾ ਹੈ ਅਰਥ ਇਹ ਵੀ ਬਣਦਾ ਹੈ ਕਿ ਗੁਰੂ ਪਰਮੇਸ਼ਰ ਦੀ ਕਿਰਪਾ ਸਦਕਾ ਕਹਿੰਦੇ ਨਾਮ ਰੂਪੀ ਪੁੱਲ ਨੂੰ ਬੰਨਿਆ ਹੈ। ਨਾਮ ਹੀ ਇੱਕ ਪੁੱਲ ਹੈ ਜੋ ਆਪਾਂ ਨੂੰ ਪਰਮੇਸ਼ਰ ਵਿੱਚ ਲੀਨ ਕਰਦਾ ਹੈ। ਦੂਸਰਾ ਇਹ ਅਵਿਦਿਆ ਤੇ ਅਹੰਕਤਾ ਜਾਂ ਜਿਹੜਾ ਹੰਕਾਰ ਹੈ ਉਸ ਜਿਹੜਾ ਹਨ ਉਹ ਲੰਕਾ ਹੈ। ਹੁਣ ਲੰਕਾ ਕੀ ਹੈ? ਅਵਿਦਿਆ ਹੈ, ਇਗਨੋਰੈਂਸ ਹੈ, ਤੇ ਆਪਣੀ ਈਗੋ ਉਹ ਲੰਕਾ ਹੈ ਜਿਹਨੂੰ ਜਾ ਕੇ ਆਪਾਂ ਜਿੱਤਣਾ ਹੈ। ਫਿਰ ਜਿਹੜਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੇ ਹਨ ਇਹ ਦੈਂਤ ਨੇ ਜਿਨ੍ਹਾਂ ਦੇ ਨਾਲ ਆਪਾਂ ਜੰਗ ਕਰਨਾ ਹੈ, ਜਿਹੜੇ ਆਪਾਂ ਨੂੰ ਸਮੇਂ ਸਿਰ ਆ ਕੇ ਦੁੱਖ ਦਿੰਦੇ ਨੇ। ਫਿਰ ਅੱਗੇ ਰਾਮ ਰਾਮ ਕਰਕੇ ਇਹ ਜਿਹੜਾ ਹੰਕਾਰ ਹੈ ਉਹ ਕੌਣ ਹੈ? ਉਹ ਰਾਵਣ ਹੈ। ਰਾਵਣ ਹੰਕਾਰ ਹੈ ਜਿਹਨੂੰ ਰਾਮ ਪਰਮੇਸ਼ਰ ਦਾ ਨਾਮ ਜਪ ਕੇ ਆਪਾਂ ਮਾਰਨਾ ਹੈ। ਫਿਰ ਗੁਰੂ ਰੂਪੀ ਜਿਹੜਾ ਭਪੀਸ਼ਨ ਹੈ ਉਹ ਭੇਦ ਆ ਕੇ ਆਪਾਂ ਨੂੰ ਦਿੰਦਾ ਹੈ ਕਿ ਉਸ ਹੰਕਾਰ ਰਾਵਣ ਨੂੰ ਕਿਵੇਂ ਮਾਰਨਾ ਹੈ, ਉਹ ਹੰਕਾਰੀ ਰਾਵਣ ਨੂੰ ਕਿਵੇਂ ਮਾਰਿਆ ਜਾਵੇ। ਇਹ ਭਪੀਸ਼ਨ ਜਿਹੜਾ ਇਹ ਗੁਰੂ ਹੈ। ਸੋ ਇੱਥੇ ਜਿਹੜਾ ਹੈ ਗੁਰੂ ਜਿਹੜਾ ਹੈ ਉਹ ਪਾਪਾਂ ਨਾਲ ਜਿਹੜੇ ਪਾਪੀ ਲੋਕ ਹਨ ਨਾ ਉਹ ਪੱਥਰਾਂ ਵਰਗੇ ਹੁੰਦੇ ਨੇ ਜੋ ਸੰਸਾਰ ਸਾਗਰ ਵਿੱਚ ਡੁੱਬ ਜਾਂਦੇ ਨੇ, ਤੇ ਪਰਮੇਸ਼ਰ ਦਾ ਨਾਮ ਦਾ ਆਸਰਾ ਦੇ ਕੇ
ਗੁਰੂ ਮਹਾਰਾਜ ਹੀ ਹਨ ਜੋ ਪਾਪੀਆਂ ਨੂੰ ਵੀ ਤਾਰਨ ਵਾਲੇ ਹਨ। ਜਿਵੇਂ ਰਾਮਚੰਦਰ ਨੇ ਪੱਥਰ ਤਾਰੇ ਹਨ, ਪੱਥਰਾਂ ਰੂਪੀ ਪਾਪੀ ਹਨ ਜਿਨ੍ਹਾਂ ਨੂੰ ਗੁਰੂ ਆਪ ਆ ਕੇ ਤਾਰ ਕੇ ਉਧਾਰ ਕਰਦਾ ਹੈ। ਇਸ ਕਰਕੇ ਇਹ ਜਿਹੜਾ ਹੈ ਸਾਰਾ ਹੀ ਸ਼ਬਦ ਇੱਕ ਅਲੰਕਾਰ ਹੈ। ਅਲੰਕਾਰ ਦੇ ਵਿੱਚ ਇਹ ਸਾਰੀ ਗੱਲ ਸਮਝਾਈ ਹੈ ਕਵੀ ਸੰਤੋਖ ਸਿੰਘ ਜੀ ਨੇ। ਇਹ ਹੈ ਕਮਾਲ ਉਹਨਾਂ ਦੀ ਕਵਿਤਾ ਦਾ। ਸਤਿਗੁਰ ਸ਼ਬਦ ਹਿਰਦੈ ਵਿਚਾਰੋ, ਜੋ ਸਤਿਗੁਰੂ ਦਾ ਸ਼ਬਦ ਆਪਣੇ ਹਿਰਦੇ ਵਿੱਚ ਵਿਚਾਰ ਕਰਦੇ ਹਨ, ਇਹ ਉਪਦੇਸ਼ ਹਮਾਰੋ ਧਾਰੋ। ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਭਪੀਸ਼ਨ ਤੂੰ ਸਾਡਾ ਜਿਹੜਾ ਉਪਦੇਸ਼ ਨੂੰ ਹਿਰਦੇ ਵਿੱਚ ਧਾਰਨ ਕਰ, ਕਿਉਂਕਿ ਸਮਾਂ ਆ ਗਿਆ ਅੱਜ ਤੈਨੂੰ ਮੁਕਤੀ ਦੇਣ ਦਾ। ਤੈਨੂੰ ਅੱਜ ਅਸੀਂ ਮੁਕਤੀ ਦੇਣੀ ਹੈ। ਕਹਿੰਦੇ ਉਹ ਮੁਕਤੀ ਜੋ ਕਿ ਜਿਹੜੀ ਮੁਕਤੀ ਦੇ ਵਿੱਚ ਕੇਵਲ ਹੀ ਮੁਕਤੀ ਹੈ, ਉਹਦੇ ਵਿੱਚ ਹੋਰ ਕੰਡੀਸ਼ਨ ਨਹੀਂ ਕੋਈ ਰਹਿ ਜਾਂਦੀ। ਸੁਪਨ ਸਮਾਨ ਜਗਤ ਕੋ ਜਾਣੋ। ਦੇਖੋ ਕਹਿੰਦੇ ਭਪੀਸ਼ਨ ਇਹ ਸੰਸਾਰ ਨੂੰ ਸੁਪਨੇ ਵਤ ਜਾਣਨਾ ਕਰ। ਇਹ ਸਾਰਾ ਹੀ ਸੰਸਾਰ ਇੱਕ ਸੁਪਨਾ ਹੈ ਜੋ ਆਪਾਂ ਆਪਣੇ ਜੀਵਨ ਕਾਲ ਦੇ ਵਿੱਚ ਦੇਖਦੇ ਹਾਂ। ਜਦੋਂ ਆਪਾਂ ਨੂੰ ਪਰਮੇਸ਼ਰ ਦਾ ਗਿਆਨ ਹੁੰਦਾ ਹੈ ਉਦੋਂ ਇਹ ਨੀਂਦ ਖੁੱਲਦੀ ਆ ਅਵਿਦਿਆ ਦੀ। ਇੱਕ ਆਤਮਾ ਸਰਬ ਪਛਾਨੋ, ਤੇ ਇੱਕ ਆਤਮਾ ਹੀ ਹੈ ਜੋ ਪਰਮੇਸ਼ਰ ਇੱਕ ਆਤਮਾ ਕਰਕੇ ਸਾਰਿਆਂ ਵਿੱਚ ਇੱਕ ਸਾਰ ਵਰਤਦਾ ਹੈ। ਸਾਰਿਆਂ ਦੇ ਵਿੱਚ ਹੀ ਪਰਮੇਸ਼ਰ ਆਪ ਜੀਵਨ ਰੂਪ ਹੋ ਕੇ ਵਰਤਦਾ ਹੈ। ਦੋਹਰਾ ਸੰਤਨ ਕੀ ਸੰਗਤ ਕਰੋ, ਸੁਖ ਜਿਸ ਮਹਿ ਦਿਨ ਰੈਨ। ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਹਨ। ਕਹਿੰਦੇ ਭਪੀਸ਼ਨ ਸੰਗਤ ਕਰਿਆ ਕਰ। ਕਿਹਨਾਂ ਦੀ ਕਰਨੀ? ਸਤ ਸੰਗਤ ਕਰ, ਸੰਗਤਾਂ ਦੀ ਸੰਗਤ ਤੂੰ ਕਰਿਆ ਕਰ, ਜਿਹਦੇ ਕਰਕੇ ਸਾਰਾ ਹੀ ਸਮਾਂ ਦਿਨ ਰਾਤ ਸੁੱਖਾਂ ਨਾਲ ਬਤੀਤ ਹੁੰਦਾ ਹੈ। ਨੀਕੋ ਇਹ ਉਪਦੇਸ਼ ਹੈ ਮਹਾ ਅਗੀਗਤ ਦੈਨ। ਦੇਖੋ ਗੁਰੂ ਨਾਨਕ ਸਾਹਿਬ ਜੀ ਸੰਬੋਧਨ ਕਰਕੇ ਕਹਿੰਦੇ ਹਨ ਭਪੀਸ਼ਨ ਇਹ ਜਿਹੜਾ ਉਪਦੇਸ਼ ਇਹੀ ਚੰਗਾ ਹੈ, ਕਿਉਂਕਿ ਇਹੀ ਉਪਦੇਸ਼ ਦੇ ਨਾਲ ਵੱਡੇ ਤੋਂ ਵੱਡਾ ਪਾਪੀ ਵੀ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ। ਚੌਪੇ ਤਿਹ ਛਿਨ ਬੋਲ ਉਠਿਓ ਮਰਦਾਨਾ। ਉਸ ਵੇਲੇ ਭਾਈ ਮਰਦਾਨਾ ਬੋਲ ਉੱਠਿਆ। ਜਦੋਂ ਮਹਾਰਾਜ ਜੀ ਭਪੀਸ਼ਨ ਨੂੰ ਉਪਦੇਸ਼ ਦੇ ਰਹੇ ਨੇ ਤੇ ਭਾਈ ਮਰਦਾਨਾ ਤੇ ਭਾਈ ਬਾਲਾ ਵੀ ਉੱਥੇ ਸਨ। ਭਾਈ ਮਰਦਾਨਾ ਸੁਣ ਕਰਕੇ ਬੋਲ ਉੱਠਿਆ, ਸੁਣਿਓ ਸਰ ਹੈ ਇਹਾ ਹਨੂਮਾਨਾ। ਕਿ ਭਾਈ ਮਰਦਾਨਾ ਪੁੱਛਣ ਲੱਗਿਆ ਭਪੀਸ਼ਨ ਨੂੰ ਵੀ ਮੈਂ ਸੁਣਿਆ ਹਨੂਮਾਨ ਵੀ ਇੱਥੇ ਹੀ ਰਹਿੰਦਾ ਹੈ, ਵੀ ਹਨੂਮਾਨ ਵੀ ਚਿਰੰਜੀਵੀ ਮੰਨਿਆ ਹੈ। ਕਹਿੰਦੇ ਵੀ ਹਨੂਮਾਨ ਵੀ ਮੈਂ ਸੁਣਿਆ ਇੱਥੇ ਹੀ ਹੈ। ਤਿਸ ਹੈ ਦਿਖਾਵ ਹੋ ਸ੍ਰੀ ਪ੍ਰਭ ਅਬ ਹੀ। ਕਹਿਣਗੇ ਹੇ ਪ੍ਰਭੂ, ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਵੀ ਮੈਨੂੰ ਦਿਖਾ ਦਿਓ, ਮੈਂ ਉਹਨਾਂ ਦੇ ਵੀ ਦਰਸ਼ਨ ਕਰਨਾ ਚਾਹੁੰਦਾ ਹਨੂਮਾਨ ਦੇ। ਸੁਨਤ ਭੀਖਣ ਬੋਲਿਓ ਤਬ ਹੀ। ਤੇ ਇਹ ਗੱਲ ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਕਹਿ ਰਿਹਾ ਹੈ ਤੇ ਭਪੀਸ਼ਨ ਉਸ ਵੇਲੇ ਮਰਦਾਨੇ ਦੀ ਗੱਲ ਸੁਣ ਕੇ ਜਿਹੜਾ ਹਨ ਉਹਨਾਂ ਨੇ ਜਵਾਬ ਦਿੱਤਾ, ਰਾਵਣ ਕੋਸਲ ਜਹਾਂ ਮਹਾਨਾ। ਕਹਿਣਗੇ ਰਾਵਣ ਕੋਸਲ, ਜਿੱਥੇ ਰਾਵਣ ਦੀ ਚਿਖਾ ਬਣਾਈ ਹੋਈ ਸੀ, ਜਿੱਥੇ ਰਾਵਣ ਦੇ ਮਰਨ ਤੋਂ ਬਾਅਦ ਉਹਨਾਂ ਦਾ ਸੰਸਕਾਰ ਕੀਤਾ ਸੀ, ਉਹ ਥਾਂ ਦੇ ਉੱਤੇ ਆਪ ਬੈਠਿਓ ਤੇ ਠਾ ਹਨੂਮਾਨਾ। ਹੁਣ ਤੱਕ ਹਨੂਮਾਨ ਉੱਥੇ ਹੀ ਬੈਠਾ ਹੈ ਜਿੱਥੇ ਰਾਵਣ ਦੀ ਚਿਖਾ ਸੀ। ਉਹੀ ਅਸਥਾਨ ਤੇ ਉਹ ਰਹਿੰਦਾ ਹੈ। ਬਿਨ ਸ੍ਰੀ ਰਾਮ ਨਾ ਬੰਧਨ ਕਰਹੀ। ਉਹ ਕਿਸੇ ਨੂੰ ਵੀ ਜਿਹੜਾ ਹੈ ਨਮਸਕਾਰ ਨਹੀਂ ਕਰਦਾ, ਕਿਸੇ ਨੂੰ ਮੰਨਦਾ ਨਹੀਂ ਸ੍ਰੀ ਰਾਮਚੰਦਰ ਤੋਂ ਬਗੈਰ। ਉਹ ਰਾਮਚੰਦਰ ਨੂੰ ਹੀ ਮੱਥਾ ਟੇਕਦਾ ਹੈ ਤੇ ਰਾਮਚੰਦਰ ਨੂੰ ਹੀ ਮੰਨਣ ਵਾਲਾ ਹੈ। ਆਇਸ ਅਪਰ ਨਾ ਕਿਸੇ ਸਿਰ ਧਰਹੀ। ਤੇ ਹੋਰ ਕਿਸੇ ਦੀ ਆਗਿਆ, ਹੋਰ ਕਿਸੇ ਦਾ ਉਪਦੇਸ਼ ਹਨੂਮਾਨ ਕਿਸੇ ਨੂੰ ਮੰਨਦਾ ਨਹੀਂ। ਉਹਦੇ ਹਿਰਦੇ ਵਿੱਚ ਕੇਵਲ ਤੇ ਕੇਵਲ ਉਹ ਰਾਮਚੰਦਰ ਦਾ ਭਗਤ ਹੈ। ਉਹ ਰਾਮਚੰਦਰ ਨੂੰ ਹੀ ਜਾਣਦਾ ਹੈ, ਹੋਰ ਕਿਸੇ ਦੇ ਦਰਸ਼ਨ ਵੀ ਨਹੀਂ ਕਰਦਾ, ਨਾ ਕਿਸੇ ਨੂੰ ਨਮਸਕਾਰ ਕਰਦਾ ਹੈ। ਗੁਰੂ ਕਹਿਓ ਹਮ ਰਾਮ ਸਰੂਪਾ। ਓਕੇ, ਹੁਣ ਜਿਹੜਾ ਰਾਮਚੰਦਰ ਦੇ ਨਾਲ ਜਿਹੜੀ ਭਗਤੀ ਸੀ ਹਨੂਮਾਨ ਦੀ, ਇਹ ਜਿਹੜੀ ਹੈ ਇੱਕ ਗ੍ਰੰਥ ਹੈ ਪੁਰਾਤਨ ਜੋ ਹਿਰਦੇ ਰਾਮ ਭਲਾ ਨੇ ਲਿਖਿਆ ਹੈ, ਜਿਹਨੂੰ ਆਪਾਂ ਹਨੂਮਾਨ ਨਾਟਕ ਕਹਿੰਦੇ ਹਾਂ। ਇਹ ਹਨੂਮਾਨ ਨਾਟਕ ਦੇ ਵਿੱਚ ਬੜੇ ਸੁੰਦਰ ਉਹਨਾਂ ਨੇ ਛੰਦ ਸਵਈਏ ਬਣਾ ਕੇ ਇਹ ਹਿਰਦੇ ਰਾਮ ਭਲਾ ਨੇ ਜਿਹੜਾ ਹੈ ਰਾਮਚੰਦਰ ਦੇ ਨਾਲ ਜੋ ਹਨੂਮਾਨ ਦੀ ਭਗਤੀ ਹੈ ਉਹ ਦੱਸੀ ਹੈ। ਉਹਨਾਂ ਦਾ ਇੱਕ ਸਵਈਆ ਹੈ ਜੋ 264 ਵਾਲਾ ਸਵਈਆ ਹੈ। ਉਹਦੇ ਵਿੱਚ ਹਿਰਦੇ ਰਾਮ ਭਲਾ ਲਿਖਦਾ ਹੈ, ਸ੍ਰੀ ਰਘੁਬੀਰ ਕਹਾਂ ਇਤਨੀ ਬਲ ਜਾਉ ਕਹਾਂ ਹਮ ਕਾਮ ਕਰੇ। ਕਹਿੰਦੇ ਸ੍ਰੀ ਰਘੁਬਰ ਜਿਹੜਾ ਰਾਮਚੰਦਰ ਜੀ ਹੈ, ਕਹਿੰਦੇ ਉਹਨਾਂ ਨੇ ਉਹ ਸਾਖੀ ਹੁਣ ਚੱਲਦੀ ਹੈ ਇੱਥੇ। ਕਹਿੰਦੇ ਬਲ ਜਾਉ ਕਹਾਂ ਹਮ ਕਾਮ ਕਰੇ। ਅਰਦਾਸ ਕਰਦਾ ਹਨੂਮਾਨ ਰਾਮਚੰਦਰ ਨੂੰ, ਕਹਿੰਦਾ ਹੈ ਰਾਮਚੰਦਰ ਜੀ ਮੇਰੇ ਵਿੱਚ ਇੰਨੀ ਸ਼ਕਤੀ ਨਹੀਂ ਹੈ ਜਿਹੜਾ ਕਿ ਮੈਂ ਕੋਈ ਕੰਮ ਕਰ ਸਕਾਂ, ਮੇਰੇ ਵਿੱਚ ਕੋਈ ਕੰਮ ਕਰਨ ਦੀ ਸਮਰੱਥਾ ਨਹੀਂ ਹੈ। ਹਮ ਤੋਂ ਕੱਪ ਹੈ, ਕਹਿੰਦੇ ਮੈਂ ਤਾਂ ਇੱਕ ਬਾਂਦਰ ਹਾਂ। ਰਾਮਚੰਦਰ ਨੂੰ ਹਨੂਮਾਨ ਕਹਿ ਰਿਹਾ ਹੈ, ਮੈਂ ਤਾਂ ਇੱਕ ਬਾਂਦਰ ਹਾਂ। ਫਲ ਫੁੱਲਣ ਸੋ, ਮੈਂ ਫਲ ਤੋੜਨ ਵਾਲਾ, ਫੁੱਲਾਂ ਨੂੰ ਤੋੜਨ ਵਾਲਾ ਹੀ ਹਾਂ। ਚੱਢ ਰੁੱਖਣ, ਮੇਰਾ ਕੰਮ ਕੀ ਹੈ, ਮੈਂ ਜਿਹੜਾ ਦਰਖਤਾਂ ਤੇ ਚੜਨ ਵਾਲਾ ਹਾਂ।
ਭੁੱਖਣ ਪੇਟ ਭਰੇ। ਮੈਂ ਤਾਂ ਇੱਕ ਜਾਨਵਰ ਐਸਾ ਹਾਂ ਜੋ ਆਪਣਾ ਪੇਟ ਭਰਨਾ ਹੀ ਜਾਣਦਾ ਹਾਂ। ਜਦੋਂ ਭੁੱਖ ਲੱਗਦੀ ਹੈ ਮੈਂ ਖਾ ਲੈਂਦਾ ਹਾਂ। ਮੈਂ ਤਾਂ ਐਸੀ ਇਹ ਜੂਨੀ ਵਿੱਚ ਹਾਂ। ਕਹਿੰਦੇ ਉਸ ਵੇਲੇ ਪੁੱਜ ਲੈ ਤੁਮ ਤਾਂ ਪਰ ਨੈਕ। ਕਹਿੰਦੇ ਹੇ ਰਾਮਚੰਦਰ, ਤੁਸੀਂ ਦਇਆ ਕਰਕੇ ਨਾ ਮੇਰੀ ਬਾਹ ਆਪਣੀ ਬਾਹ ਵਿੱਚ ਤੁਸੀਂ ਲੈ ਲਈ। ਤੁਸੀਂ ਮੇਰੇ ਆਸਰੇ ਬਣ ਗਏ। ਤੁਸੀਂ ਮੈਨੂੰ ਐਡਾ ਵੱਡਾ ਕਾਰਜ ਦੇ ਦਿੱਤਾ। ਤੁਸੀਂ ਮੇਰੀ ਰੱਖਿਆ ਕੀਤੀ। ਮੈਨੂੰ ਆਪਣੀ ਬਾਹ ਦੇ ਵਿੱਚ ਬਾਹ ਪਾ ਕੇ ਮੈਨੂੰ ਜਿਹੜਾ ਹੈ ਇਹ ਮਾਣ ਤੁਸੀਂ ਦਿੱਤਾ। ਕਹਿੰਦੇ ਕਰੀ ਕਰੁਣਾ ਮੁਸਕਾਏ ਢਰੇ। ਕਹਿੰਦੇ ਹੇ ਰਾਮਚੰਦਰ, ਕਰੀ ਕਰਨਾ, ਤੁਸੀਂ ਕਿਰਪਾ ਕਰਕੇ ਮੁਸਕਾਏ ਢਰੇ। ਕਹਿੰਦੇ ਤੁਸੀਂ ਮੈਨੂੰ ਮੁਸਕਰਾਹਟ ਦਿੱਤੀ ਹੈ, ਤੁਸੀਂ ਮੈਨੂੰ ਖੁਸ਼ੀ ਆਨੰਦ ਦਿੱਤਾ ਹੈ। ਤਈ ਹੋਇਆ ਗਏ ਲੱਖ ਕਰੋੜਨ ਕਿ ਕਹਿੰਦੇ ਮੇਰੇ ਵਰਗੇ ਲੱਖਾਂ ਕਰੋੜਾਂ ਹੀ ਜੰਮ ਕੇ ਮਰ ਚੁੱਕੇ ਹਨ। ਮੇਰੇ ਵਰਗੇ ਕਿੰਨੇ ਹੀ ਹਨ ਦੁਨੀਆ ਦੇ ਵਿੱਚ ਜੋ ਹਜੇ ਵੀ ਬਾਂਦਰ ਹੀ ਹਨ, ਬਾਂਦਰ ਦੀ ਬ੍ਰਿਤੀ ਵਾਲੇ ਹਨ। ਜਈ ਮੋਸੇ ਗਰੀਬ ਨਿਵਾਜ ਧਰੇ, ਪਰ ਤੁਸੀਂ ਹੋ ਜੋ ਮੇਰੇ ਵਾਰੇ ਗਰੀਬ ਦੇ ਉੱਤੇ ਤੁਸੀਂ ਆਪਣੀ ਕਿਰਪਾ ਕਰਨ ਵਾਲੇ ਹੋ। ਦੇਖੋ ਕਿੱਡੀ ਭਗਤੀ ਹੈ। ਜਿਵੇਂ ਕਿ ਇਹ ਵੀ ਸਾਖੀ ਆਉਂਦੀ ਹੈ ਕਿ ਸੀਤਾ ਨੇ ਇੱਕ ਦਿਨ ਖੁਸ਼ ਹੋ ਕੇ ਹਨੂਮਾਨ ਨੂੰ ਆਪਣੀ ਜਿਹੜੀ ਹੈ ਮੋਤੀਆਂ ਦੀ ਮਾਲਾ ਦੇ ਦਿੱਤੀ। ਉਹ ਬੜੀ ਕੀਮਤੀ ਸੀਗੀ। ਜਿਹੜਾ ਹਨੂਮਾਨ ਨੇ ਕੀ ਕੀਤਾ, ਉਹ ਜਿਹੜੀ ਮਾਲਾ ਦੇ ਵਿੱਚੋਂ ਮਣਕੇ ਕੱਢ ਕੇ ਆਪਣੇ ਜਿਹੜਾ ਦੰਦਾਂ ਦੇ ਨਾਲ ਤੋੜ ਕੇ ਸੁੱਟਣੇ ਸ਼ੁਰੂ ਕਰ ਦਿੱਤੇ। ਸੋ ਉਸ ਵੇਲੇ ਸੀਤਾ ਕਹਿੰਦੀ ਹੈ ਹਨੂਮਾਨ ਨੂੰ, ਕਹਿੰਦੇ ਹਨੂਮਾਨ ਇਹ ਤਾਂ ਬੜੀ ਕੀਮਤੀ ਸੀਗਾ, ਤੂੰ ਆਪਣਾ ਬਾਂਦਰ ਦਾ ਸੁਭਾਅ ਨਹੀਂ ਛੱਡਿਆ। ਮੈਂ ਤਾਂ ਤੈਨੂੰ ਮੋਤੀਆਂ ਦੀ ਮਾਲਾ ਦਿੱਤੀ ਤੇ ਤੂੰ ਤਾਂ ਤੋੜ ਕੇ ਸੁੱਟ ਦਿੱਤੀ। ਇਹ ਬੇਕੀਮਤੀ ਤੂੰ ਜਾਣੀ। ਤੇ ਉਸ ਵੇਲੇ ਹਨੂਮਾਨ ਕਹਿੰਦਾ ਮੈਂ ਇਹਨੂੰ ਇਸ ਮਣਕਿਆਂ ਨੂੰ ਤੋੜ ਕੇ ਵਿੱਚੋਂ ਮੈਂ ਇਹ ਦੇਖਣਾ ਚਾਹੁੰਦਾ ਹਾਂ ਇਹ ਮਣਕਿਆਂ ਦੇ ਵਿੱਚ ਕਿੱਥੇ ਮੇਰੇ ਰਾਮ ਦਾ ਨਾਮ ਲਿਖਿਆ ਹੋਇਆ ਹੈ। ਕਹਿੰਦੇ ਜਿਹੜੀ ਚੀਜ਼ ਦੇ ਵਿੱਚ ਮੇਰੇ ਰਾਮ ਦਾ ਨਾਮ ਨਹੀਂ ਨਾ, ਕਹਿੰਦੇ ਉਹ ਚੀਜ਼ ਮੇਰੇ ਕੋਈ ਕੰਮ ਨਹੀਂ ਹੈ। ਕਹਿੰਦੇ ਇਸ ਕਰਕੇ ਮੈਂ ਇਹਨਾਂ ਨੂੰ ਤੋੜ ਕੇ ਸੁੱਟ ਰਿਹਾ ਹੈ। ਮੈਂ ਇਹ ਮੋਤੀ ਕੀ ਕਰਨੇ ਨੇ, ਇਹ ਮੇਰੇ ਕੀ ਕੰਮ ਨੇ ਜਿਨ੍ਹਾਂ ਦੇ ਵਿੱਚ ਰਾਮ ਮੇਰਾ ਮੇਰਾ ਇਸ਼ਟ ਜਿਹੜਾ ਰਾਮ ਹੈ ਉਹ ਨਹੀਂ ਹੈਗਾ। ਤਾਂ ਉਸ ਵੇਲੇ ਸੀਤਾ ਨੇ ਜਦੋਂ ਇਹ ਗੱਲ ਰਾਮਚੰਦਰ ਨੂੰ ਦੱਸੀ, ਬੜੀ ਦੁਖੀ ਹੋ ਕੇ ਰਾਮਚੰਦਰ ਨੇ ਜਿਹੜਾ ਹੈ ਸੀਤਾ ਨੂੰ ਕਿਹਾ, ਕਹਿੰਦੇ ਫਿਰ ਤੂੰ ਪੁੱਛ ਹਨੂਮਾਨ ਨੂੰ ਵੀ ਰਾਮ ਕਿੱਥੇ ਹੈ। ਤੇ ਹਨੂਮਾਨ ਕਹਿੰਦਾ ਮੇਰੇ ਹਿਰਦੇ ਵਿੱਚ ਰਾਮ ਹੈ। ਤਾਂ ਉਸ ਵੇਲੇ ਸੀਤਾ ਕਹਿੰਦੀ ਹਨੂਮਾਨ ਦਿਖਾ ਫਿਰ ਤੇਰੇ ਹਿਰਦੇ ਵਿੱਚ ਕਿੱਥੇ ਲਿਖਿਆ ਹੋਇਆ ਰਾਮ ਦਾ ਨਾਮ। ਤਾਂ ਉਸ ਵੇਲੇ ਕਹਿੰਦੇ ਹਨੂਮਾਨ ਨੇ ਆਪਣੀ ਛਾਤੀ ਤੋਂ ਆਪਣੀ ਛਾਤੀ ਤੋਂ ਮਾਸ ਪਾੜ ਕੇ ਦਿਖਾਇਆ। ਕਹਿੰਦਾ ਦੇਖ ਸੀਤਾ, ਮੇਰੇ ਅੰਦਰ ਸਿਰਫ ਰਾਮ ਹੀ ਹੈ, ਹੋਰ ਕੁਝ ਵੀ ਨਹੀਂ ਮੇਰੇ ਅੰਦਰ। ਸੋ ਐਸਾ ਭਗਤ ਹੈ ਹਨੂਮਾਨ ਜੀ। ਗੁਰੂ ਕਹਿਓ ਹਮ ਰਾਮ ਸਰੂਪਾ। ਸੋ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹਨੂਮਾਨ ਨੂੰ ਹੁਣ ਮੁਕਤ ਕਰਨ ਵਾਸਤੇ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਸੀਂ ਵੀ ਰਾਮ ਦੇ ਸਰੂਪ ਹਾਂ। ਯੁਤ ਸੀਤਾ ਕੇ ਧਰ ਹੈ ਅਨੂਪਾ। ਕਹਿਣਗੇ ਚਲੋ ਹੁਣ ਜੇ ਹਨੂਮਾਨ ਇਹੀ ਚਾਹੁੰਦਾ ਕਿ ਸੀਤਾ ਸਮੇਤ ਸਾਡੇ ਦਰਸ਼ਨ ਕਰਨਾ ਚਾਹੁੰਦਾ ਹੈ ਤਾਂ ਤੁਹਾਨੂੰ ਉਹਨਾਂ ਨੂੰ ਉਹੀ ਸਰੂਪ ਦੇ ਵਿੱਚ ਅਸੀਂ ਦਰਸ਼ਨ ਦੇਵਾਂਗੇ। ਤੇ ਬੁਲਾਏ ਕੇ ਦੇਹੋ ਦਿਖਾਏ। ਕਹਿਣਗੇ ਭਪੀਸ਼ਨ ਨੂੰ ਕਿਹਾ ਕਿ ਸੱਦੋ ਹੁਣ ਹਨੂਮਾਨ ਨੂੰ, ਉਹਨੂੰ ਕਹੋ ਤੇਰਾ ਰਾਮ ਆ ਗਿਆ ਵਾਪਸ ਲੰਕਾ ਦੇ ਵਿੱਚ, ਤੂੰ ਆ ਹੁਣ ਇੱਥੇ। ਹੁਣ ਹਮ ਆਵਨ ਹੋਏ ਕਦਾਈ। ਕਹਿਣਗੇ ਫੇਰ ਸਾਡਾ ਕਿਦੋਂ ਆਉਣਾ ਹੋਵੇਗਾ ਵਾਪਸ। ਇਸ ਵਕਤ ਤੁਸੀਂ ਹਨੂਮਾਨ ਨੂੰ ਹੁਣੇ ਸੱਦ ਕੇ ਲਿਆਓ ਸਾਡੇ ਕੋਲ, ਉਹਨੂੰ ਕਹਿ ਦੋ ਉਹਦਾ ਰਾਮ ਆ ਗਿਆ ਹੁਣ। ਤਬ ਇੱਕ ਰਾਖਸ ਤਹਾਂ ਪਠਾਇਓ। ਕੀ ਹੋਇਆ, ਭਪੀਸ਼ਨ ਨੇ ਇੱਕ ਰਾਖਸ਼ ਨੂੰ ਭੇਜਿਆ ਹਨੂਮਾਨ ਦੇ ਕੋਲ। ਗਇਓ ਨਿਕਟ ਇਉਂ ਬੈਨ ਸੁਨਾਇਓ। ਉਹ ਹਨੂਮਾਨ ਦੇ ਕੋਲ ਜਾ ਕੇ ਉਹ ਜਿਹੜਾ ਦੈਂਤ ਉਹ ਕਹਿਣ ਲੱਗਾ ਹਨੂਮਾਨ ਨੂੰ, ਵਹਿਰ ਲੰਕ ਸ੍ਰੀ ਰਾਮ ਸੁਹਾਵਤ। ਕਹਿਣਗੇ ਹੇ ਹਨੂਮਾਨ ਦੇਖ ਜਿਹੜਾ ਲੰਕਾ ਤੋਂ ਬਾਹਰ ਇੱਕ ਸੁੰਦਰ ਬਾਗ ਦੇ ਵਿੱਚ ਰਾਮਚੰਦਰ ਜੀ ਤੇਰੇ ਆ ਗਏ ਹਨ। ਸੀਤਾ ਯੁਤ ਸੋ ਤੁਝੈ ਬੁਲਾਵਤ। ਕਹਿਣਗੇ ਉੱਥੇ ਸੀਤਾ ਜੀ ਵੀ ਉਹਨਾਂ ਦੇ ਨਾਲ ਆਏ ਹੋਏ ਹਨ। ਨਿਕਟ ਵਿਭੀਖਣ ਗਇਓ ਅਗਾਰੀ। ਕਹਿਣਗੇ ਤੁਹਾਨੂੰ ਸੱਦ ਰਹੇ ਹਨ ਉਹ, ਤੇ ਸਾਡਾ ਰਾਜਾ ਭਪੀਸ਼ਨ ਵੀ ਉੱਥੇ ਪਹੁੰਚ ਚੁੱਕਿਆ ਹੈ। ਮੈਂ ਆਇਓ ਤੁਮਕੋ ਸੁਧਕਾਰੀ। ਸੋ ਕਹਿੰਦਾ ਉਹ ਦੈਂਤ ਦੱਸਦਾ ਹੈ, ਉਹ ਜਿਹੜਾ ਹੈ ਕਹਿੰਦਾ ਵੀ ਹਨੂਮਾਨ ਮੈਂ ਤੈਨੂੰ ਸੱਦਣ ਵਾਸਤੇ ਹੁਣ ਆਇਆ ਹਾਂ ਤੇਰੇ ਕੋਲ। ਸੁਨਤ ਚੌਪ ਕਰਕੇ ਹਨੂਮਾਨਾ। ਉਸ ਵੇਲੇ ਜਦੋਂ ਹਨੂਮਾਨ ਨੂੰ ਇਹ ਬਚਨ ਉਹਦੇ ਕੰਨਾਂ ਵਿੱਚ ਪਏ ਕਿ ਮੇਰਾ ਰਾਮ ਆ ਗਿਆ ਹੈ, ਉਹ ਬੜੇ ਚਾਅ ਦੇ ਨਾਲ ਉੱਠਿਆ,
ਬੜੇ ਚਾਹ ਦੇ ਨਾਲ ਛਾਲ ਮਾਰ ਕੇ ਛੱਤੀ ਉੱਠਿਆ ਕਿ ਮੇਰਾ ਰਾਮਚੰਦਰ ਆ ਗਿਆ। ਚਲਿਓ ਸੰਗ ਹਿਰਦੈ ਹਰ ਖਾਨਾ। ਉਸ ਵੇਲੇ ਉਹ ਜਿਹੜਾ ਦੂਤ ਦੇ ਨਾਲ ਹੀ ਤੁਰ ਪਿਆ। ਉਹਦੇ ਨਾਲ ਜਾਂਦਿਆਂ ਜਾਂਦਿਆਂ ਜਿਹੜਾ ਹਨੂਮਾਨ ਹੈ ਉਹਦੇ ਮਨ 'ਚ ਬੜਾ ਚਾਅ ਹੈ, ਬੜੀ ਖੁਸ਼ੀ ਆਨੰਦ ਹੈ ਕਿ ਕਿੰਨੇ ਚਿਰਾਂ ਬਾਅਦ ਅੱਜ ਮੈਂ ਫੇਰ ਆਪਣੇ ਰਾਮ ਦੇ ਦਰਸ਼ਨ ਕਰਨੇ ਹਨ। ਰਗਬਰ ਕੋ ਸ੍ਰੀ ਗੁਰ ਬਪਤ ਰਾ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹਨੂਮਾਨ ਦੀ ਇੱਛਾ ਨੂੰ ਜਾਣ ਕੇ ਸਤਿਗੁਰਾਂ ਨੇ ਉਹੀ ਸਰੂਪ ਧਾਰਨ ਕਰ ਲਿਆ ਰਾਮਚੰਦਰ ਦਾ। ਹੁਣ ਹਨੂਮਾਨ ਨੇ ਜਦੋਂ ਗੁਰੂ ਨਾਨਕ ਸਾਹਿਬ ਨੂੰ ਦੇਖਿਆ ਉਹੀ ਸਰੂਪ ਰਾਮਚੰਦਰ ਦਾ ਉਹਨੂੰ ਦਰਸ਼ਨ ਪਾਏ। ਮੈਂ ਤਿਹ ਛਿਨ ਲਛਮਨ ਤਨ ਕਰਾ। ਭਾਈ ਬਾਲਾ ਜੀ ਨੂੰ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਲਛਮਣ ਬਣਾ ਦਿੱਤਾ। ਜੋ ਲਛਮਣ ਸੀਗਾ ਉਹ ਬਣਾ ਦਿੱਤਾ ਭਾਈ ਬਾਲਾ। ਸੀਤਾ ਬੇਖ ਹਕੀਨ ਮਰਦਾਨਾ। ਮਰਦਾਨਾ ਜੀ ਨੂੰ ਜਿਹੜਾ ਹੈ ਸੀਤਾ ਬਣਾ ਦਿੱਤਾ। ਫਿਰ ਸੀਤਾ ਜਿਹੜੀ ਮਰਦਾਨਾ ਜੀ ਬਣ ਗਏ, ਭਾਈ ਬਾਲਾ ਜੀ ਲਛਮਣ ਬਣ ਗਏ, ਆਪ ਗੁਰੂ ਨਾਨਕ ਸਾਹਿਬ ਜੀ ਰਾਮਚੰਦਰ ਬਣ ਗਏ। ਚੱਲ ਆਇਓ ਤਿਹ ਠਾ ਹਨੂਮਾਨਾ। ਉਹ ਹਨੂਮਾਨ ਉਹ ਚੱਲ ਕੇ ਆਇਆ ਜੀ ਕੋਲੇ ਨੇੜੇ। ਗਿਰ ਕੰਚਨ ਸਮ ਦੇਹ ਕਰਾਲਾ। ਹੁਣ ਦੇਖੋ ਕਹਿੰਦੇ ਹਨੂਮਾਨ ਦੀ ਦੇਹ ਕਹਿੰਦੇ ਉਹਦਾ ਸਰੀਰ ਕੈਸਾ ਸੀ, ਕਹਿੰਦੇ ਜਿਵੇਂ ਇੱਕ ਸੋਨੇ ਦਾ ਪਹਾੜ ਹੁੰਦਾ ਹੈ। ਜਿਵੇਂ ਸੋਨੇ ਦਾ ਪਹਾੜ ਤੁਰ ਕੇ ਆ ਰਿਹਾ, ਮਤਲਬ ਬਹੁਤ ਲੰਮੇ ਸਨ, ਬਹੁਤ ਵੱਡਾ ਹਨੂਮਾਨ ਦਾ ਸਰੀਰ ਹੈ। ਕਹਿਣ ਲੱਗੇ ਕਰਾਲਾ ਬਹੁਤ ਭਿਆਨਕ ਵੀ ਹੈ, ਡਰਾਉਣਾ ਸਰੀਰ ਹੈ। ਕਾਂਦੇ ਧਾਰੀ ਗੁਰਜ ਬਿਸਾਲਾ। ਉਹਨੇ ਆਪਣੀ ਗੁਰਜ ਜਿਹੜੀ ਹੈ, ਉਹਦਾ ਸ਼ਾਸਤਰ ਜਿਹੜਾ ਗੁਰਜ ਹੈ, ਉਹ ਹਨੂਮਾਨ ਨੇ ਆਪਣੇ ਮੋਢੇ ਤੇ ਧਰੀ ਹੋਈ ਸੀ ਵੱਡੀ। ਕੀਨ ਬੰਦਨਾ ਪਦ ਅਰਬਿੰਦਾ। ਆ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਪਣਾ ਰਾਮਚੰਦਰ ਜੀ ਜਾਣ ਕੇ ਆ ਕੇ ਮੱਥਾ ਟੇਕਿਆ ਹਨੂਮਾਨ ਨੇ। ਬੈਠ ਗਇਓ ਔਰ ਅਧਿਕ ਆਨੰਦਾ। ਤੇ ਸਤਿਗੁਰਾਂ ਦੇ ਕੋਲ ਆ ਕੇ ਬੈਠ ਗਿਆ ਬੜੇ ਆਨੰਦ ਦੇ ਵਿੱਚ ਹਨੂਮਾਨ ਜੀ। ਰੂਪ ਬਿਲੋਕਤ ਲੋਚਨ ਭਰ ਕੇ। ਰੂਪ ਬਿਲੋਕਤ ਹਨੂਮਾਨ ਜਿਹੜਾ ਹੈ ਹੁਣ ਰੱਜ ਰੱਜ ਕੇ ਆਪਣੇ ਰਾਮਚੰਦਰ ਜੀ ਦੇ ਦਰਸ਼ਨ ਕਰ ਰਿਹਾ ਹੈ। ਕਹਿਣ ਲੱਗੇ ਉਹ ਕਰਕੇ ਲੋਚਨ ਭਰ ਕੇ ਅੱਖਾਂ ਚੋਂ ਅਥਰੂ ਆ ਗਏ ਪ੍ਰੇਮ ਦੇ। ਹਨੂਮਾਨ ਦੇ ਅੱਖਾਂ ਵਿੱਚੋਂ ਅਥਰੂ ਆ ਗਏ। ਇੰਨਾ ਪ੍ਰੇਮ ਉਹਨੂੰ ਜਾਗਿਆ, ਹਿਰਦਾ ਉਹਦਾ ਭਰ ਆਇਆ ਆਪਣੇ ਇਸ਼ਟ ਰਾਮਚੰਦਰ ਦੇ ਦਰਸ਼ਨ ਕਰਕੇ। ਮਹਾ ਪ੍ਰੇਮ ਪੁਲਕਾਵਨ ਕਰਕੇ। ਦੇਖੋ ਇੰਨਾ ਪ੍ਰੇਮ ਉਹਦੇ ਵਿੱਚ ਜਾਗਿਆ ਕਿ ਪੁਲਕਾਵਨ ਉਹਨੂੰ ਗੂਸ ਬੰਪਸ ਹੋ ਗਏ। ਉਹਦੇ ਜਿਹੜੇ ਲੂ ਕੰਡੇ ਖੜੇ ਹੋ ਗਏ ਹਨੂਮਾਨ ਦੇ। ਇੰਨਾ ਪ੍ਰੇਮ ਉਹਦੇ ਮਨ ਵਿੱਚ ਜਾਗਿਆ। ਤੇ ਛਿਨ ਬੋਲੇ ਕਿਰਪਾ ਨਿਧਾਨਾ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਰਾਮਚੰਦਰ ਦੇ ਸਰੂਪ ਵਿੱਚ ਦਿਖਾਈ ਦੇ ਰਹੇ ਹਨ ਹਨੂਮਾਨ ਨੂੰ, ਮਹਾਰਾਜ ਜੀ ਉਸ ਵੇਲੇ ਮਹਾਰਾਜ ਨੇ ਬਚਨ ਕੀਤੇ। ਸੁਨੋ ਬੈਨ ਹਮਰੇ ਹਨੂਮਾਨਾ। ਹੇ ਹਨੂਮਾਨ ਸਾਡੇ ਬਚਨ ਸੁਣ ਤੂੰ। ਦੋਹਰਾ ਸਰਬ ਵਿਆਪੀ ਮੋਹੇ ਕੋ ਜਬ ਜਨ ਹੈ ਮਹਿ ਮਾਹੇ। ਦੇਖੋ ਕਹਿੰਦੇ ਹਨੂਮਾਨ ਜਦੋਂ ਤੱਕ ਤੂੰ ਸਾਨੂੰ ਸਰਬ ਵਿਆਪੀ ਮੰਨਣਾ ਕਰ। ਅਸੀਂ ਇੱਕ ਰਾਮਚੰਦਰ ਦੇ ਸਰੂਪ ਵਿੱਚ ਨਹੀਂ, ਅਸੀਂ ਸਾਰੇ ਕਿਤੇ ਹਾਂ। ਸਾਨੂੰ ਸਾਰਿਆਂ ਦੇ ਵਿੱਚ ਹੀ ਤੂੰ ਆਪਣਾ ਰਾਮਚੰਦਰ, ਜਿਵੇਂ ਤੈਨੂੰ ਹੁਣ ਸਿਰਫ ਰਾਮਚੰਦਰ ਵਿੱਚ ਦਿਖਾਈ ਦਿੰਦਾ ਹੈ, ਤੂੰ ਆਪਣੇ ਰਾਮ ਨੂੰ ਸਾਰਿਆਂ ਵਿੱਚ ਦੇਖ, ਕਿਉਂਕਿ ਉਹ ਪਰਮੇਸ਼ਰ ਸਾਰਿਆਂ ਦੇ ਹਿਰਦੇ ਵਿੱਚ ਵਸਦਾ ਹੈ। ਉਹਨੂੰ ਆਤਮਾ ਸਰੂਪ ਜਾਣ ਕੇ ਸਰਬ ਵਿਆਪੀ ਮੰਨਣਾ ਕਰ। ਸਦਾ ਮਿਲਿਓ ਹਮ ਸੋ ਰਹਿ ਵਿਛਰਨ ਹੋਇ ਕਬ ਨਾ ਹੈ। ਇਸ ਕਰਕੇ ਤੂੰ ਹਮੇਸ਼ਾ ਹੀ ਸਾਡੇ ਵਿੱਚ ਮਿਲਿਆ ਰਹੇਗਾ, ਤੂੰ ਕਿਤੇ ਵੀ ਸਾਡੇ ਤੋਂ ਨਹੀਂ ਵਿਛੜੇਗਾ। ਜੇ ਤੂੰ ਸਾਨੂੰ ਪਰਮੇਸ਼ਰ ਦਾ ਰੂਪ ਜਾਣੇਗਾ ਤਾਂ ਤੂੰ ਹਮੇਸ਼ਾ ਹੀ ਸਾਡੇ ਕੋਲ ਹੀ ਰਹਾਂਗਾ। ਫੇਰ ਤੇਰਾ ਵਿਛੋੜਾ ਨਹੀਂ ਪੈਣਾ, ਤੈਨੂੰ ਵਿਰਾਗ ਨਹੀਂ ਧਾਰਨਾ ਪਵੇਗਾ। ਤੂੰ ਵਿਛੜਿਆ ਤਾਂ ਹੈ ਕਿਉਂਕਿ ਤੂੰ ਸਾਨੂੰ ਸਰੀਰ ਮੰਨ ਲਿਆ। ਅਸੀਂ ਸਰੀਰ ਨਹੀਂ ਹਾਂ, ਅਸੀਂ ਆਤਮਾ ਸਰੂਪ ਹਾਂ। ਹੁਣ ਆਤਮਾ ਦਾ ਇਹ ਗਿਆਨ ਗੁਰੂ ਨਾਨਕ ਸਾਹਿਬ ਜੀ ਹਨੂਮਾਨ ਨੂੰ ਦੇ ਰਹੇ ਹਨ ਕਿ ਤੂੰ ਇਹ ਜਿਹੜਾ ਸਰੂਪ ਨੂੰ ਤੂੰ ਧਾਰਨ ਕਰ। ਤੂੰ ਉਹ ਹਿਰਦ ਜਿਹੜਾ ਹਨ ਆਤਮਾ ਸਰੂਪ ਨੂੰ ਹੀ ਜਿਹੜਾ ਹੈ ਉਸ ਦੇ ਸਰੂਪ ਦੇ ਵਿੱਚ ਹੀ ਧਿਆਨ ਧਾਰਨਾ ਕਰ। ਚੌਪੇ ਦੇਖਤ ਹੋ ਜਿਤਨੇ ਤਨ ਸਾਰੇ। ਜਿੰਨੇ ਵੀ ਸਰੀਰ ਤੂੰ ਦੇਖ ਰਿਹਾ ਹਾਂ ਤੇਰੇ ਆਲੇ ਦੁਆਲੇ, ਜਾਂ ਅੱਖਾਂ ਨਾਲ ਦਿਸਣ ਵਾਲੇ, ਕੰਨਾਂ ਨਾਲ ਸੁਣਨ ਵਾਲੇ, ਸਭ ਜਨ ਹੋ ਸੀਤਾ ਇਹ ਧਾਰੇ। ਇਹ ਸਾਰੀ ਸੀਤਾ ਹੈ। ਮਤਲਬ ਉਹ ਪਰਮੇਸ਼ਰ ਰਾਮ ਉਹ ਪਰਮੇਸ਼ਰ ਹੈ। ਇਹ ਮਾਇਆ ਜਿਹੜੀ ਹੈ ਉਸਨੂੰ ਤੂੰ ਸੀਤਾ ਮੰਨ ਵੀ ਉਹ ਸੀਤਾ ਜਿਹੜੀ ਉਹ ਜਿਹੜਾ ਹਨ ਉਹ ਮਾਇਆ ਉਹਦੀ ਸੀਤਾ ਹੈ ਜੋ ਸਾਰਿਆਂ ਦੇ ਵਿੱਚ ਵਰਤ ਰਹੀ ਹੈ। ਜਿੰਨੇ ਤੂੰ ਸਰੀਰ ਦੇਖਦਾ ਉਹਨਾਂ ਨੂੰ ਸੀਤਾ ਜਾਣਨਾ ਕਰ। ਸੋ ਸੀਤਾ ਪੁਨ ਧਰ ਰਘਬੀਰੂ। ਦੇਖੋ ਕਹਿੰਦੇ ਉਹੀ ਸੀਤਾ ਹੈ ਜਿਹੜੇ ਸਰੂਪ ਦੇ ਵਿੱਚ ਰਘੁਬਰ ਕਹਿੰਦੇ ਰਾਮਚੰਦਰ ਜੀ ਜਿਹੜੇ ਸਰੂਪ ਵਿੱਚ ਆਏ ਉਹ ਵੀ ਇੱਕ ਮਾਇਆ ਦਾ ਹੀ ਸਰੂਪ ਹੈ ਨਾ, ਕਿਉਂਕਿ ਇੱਕ ਪੰਜ ਭੂਤਕ ਸਰੀਰ ਦੇ ਵਿੱਚ ਵਿਸ਼ਨੂੰ ਨੇ ਅਵਤਾਰ ਲਿਆ ਰਾਮਚੰਦਰ ਦਾ। ਇਸ ਕਰਕੇ ਉਹ ਵੀ ਇੱਕ ਸੀਤਾ ਦਾ ਹੀ ਰੂਪ ਸੀਗੇ ਕਿਉਂਕਿ ਉਹਨਾਂ ਨੇ ਮਾਇਆ ਦਾ ਸਰੂਪ ਧਾਰਨ ਕੀਤਾ ਸੰਸਾਰ ਤੇ ਆ ਕੇ। ਸੋ ਲਖਮਨ ਕੋ ਬਣੀ ਸਰੀਰੂ। ਦੇਖੋ ਸੋ ਲక్ష్మణ ਵੀ ਤਾਂ ਉਹੀ ਹੈ ਨਾ, ਉਹੀ ਸੀਤਾ ਦਾ ਹੀ ਰੂਪ, ਮਾਇਆ ਦਾ ਰੂਪ ਹੈ। ਸਭ ਬਾਂਦਰ ਦਲ ਸੋ ਜਨ ਹੋ। ਦੇਖੋ ਸਾਰੀ ਬਾਂਦਰਾਂ ਦੀ ਸੈਨਾ ਜਿਹੜੀ ਸੀ ਉਹ ਵੀ ਤਾਂ ਮਾਇਆ ਹੀ ਹੈ।
ਤੇ ਉਹੀ ਵੀ ਸੀਤਾ ਹੀ ਹੈ, ਸੀਤਾ ਹੀ ਮਾਇਆ ਹੈ। ਇਹ ਸਾਰੀ ਮਾਇਆ ਹੀ ਸੀ ਜਿਹੜੀ ਤੂੰ ਦੇਖੀ ਹੈ ਹੁਣ ਤੱਕ। ਬਾਲੀ ਜਾਮਵੰਤ ਪਹਿਚਾਨੋ। ਫਿਰ ਜਿਹੜਾ ਬਾਲੀ ਸੀਗਾ, ਜਿਹੜਾ ਮਾਰਿਆ ਸੀਗਾ, ਸੋ ਜਿਹੜਾ ਜਾਮਵੰਤ ਹੈ ਉਹ ਵੀ ਤਾਂ ਸੀਤਾ ਹੀ ਹੈ ਨਾ, ਉਹ ਵੀ ਤਾਂ ਮਾਇਆ ਹੀ ਹੈ। ਅੰਗਦ ਔਰ ਸੁਗਰੀਵ ਸੋ ਸੀਤਾ। ਸੋ ਜਿਹੜਾ ਅੰਗਦ ਸੀਗਾ ਜਾਂ ਸੁਗਰੀਵ ਜਿਹੜਾ ਰਾਜਾ ਸੀਗਾ, ਜਿਹੜਾ ਕਿ ਬਾਲੀ ਦਾ ਛੋਟਾ ਭਰਾ ਸੀਗਾ, ਬਾਲੀ ਨੂੰ ਮਾਰ ਕੇ ਸੁਗਰੀਵ ਰਾਜਾ ਬਣਿਆ ਬਾਂਦਰ ਸੈਨਾ ਦਾ, ਤਾਂ ਇਹ ਜਿਹੜਾ ਹੈ ਕਹਿੰਦੇ ਅੰਗਦ ਤੇ ਸੁਗਰੀਵ ਵੀ ਤਾਂ ਜਿਹੜਾ ਸੀਤਾ ਦਾ ਹੀ ਰੂਪ ਹੈ, ਉਹ ਵੀ ਤਾਂ ਮਾਇਆ ਹੀ ਹੈ। ਸਭ ਰਾਖਸ ਤਨ ਤਿਨ ਹੀ ਕੀਤਾ। ਦੇਖੋ ਕਹਿੰਦੇ ਹੁਣ ਹਨੂਮਾਨ, ਹੁਣ ਤੂੰ ਇਹ ਬਿਰਤੀ ਨਾ ਰੱਖ ਕੇ ਇਹ ਆਪਣੇ ਆ ਦੂਜੇ ਦੁਸ਼ਮਣ ਨੇ, ਦੁਸ਼ਮਣ ਦੇ ਵਿੱਚ ਵੀ ਤੂੰ ਉਹ ਮਾਇਆ ਨੂੰ ਹੀ ਦੇਖ। ਦੈਂਤਾਂ ਦਾ ਸਰੂਪ ਵੀ ਤਾਂ ਸਾਰਾ ਉਹੀ ਮਾਇਆ ਦਾ ਹੀ ਧਾਰਨ ਕੀਤਾ ਹੋਇਆ ਹੈ। ਰਾਵਣ ਆਦ ਵਿਭੀਖਣ ਸਭ ਹੀ। ਦੇਖੋ ਰਾਵਣ ਹੋਇਆ ਚਾਹੇ ਭੀਸ਼ਣ ਹੋਇਆ, ਹੈ ਤਾਂ ਮਾਇਆ ਦੇ ਸਰੂਪ ਹਨ ਸਾਰੇ। ਤਨ ਸੀਤਾ ਧਾਰਤ ਲਖ ਅਬਹੀ। ਇਸ ਕਰਕੇ ਉਹਨਾਂ ਦੇ ਵਿੱਚ ਜਿਹੜਾ ਤੇਰਾ ਪ੍ਰੇਮ ਸਤਕਾਰ ਸੀਤਾ ਦਾ ਹੈ ਉਹੀ ਮਾਇਆ ਹੈ, ਉਹੀ ਮਾਇਆ ਕਰਕੇ ਸੀਤਾ ਦਾ ਰੂਪ ਜਾਣਨ ਕਰ। ਬਿਨ ਸੀਤਾ ਕੇ ਕਹੂੰ ਨਾ ਔਰਾ। ਦੇਖੋ ਬਿਨਾ ਮਾਇਆ, ਬਿਨਾ ਸੀਤਾ ਤੋਂ ਹੋਰ ਕੁਝ ਵੀ ਨਹੀਂ ਹੈ ਦੁਨੀਆ 'ਚ। ਜਿਹੜੀ ਦੇਖਣ ਵਾਲੀ ਸ੍ਰਿਸ਼ਟੀ ਹੈ, ਜਿਹੜੀ ਦਿਖਾਈ ਦਿੰਦੀ ਹੈ, ਜਿਹਦੇ ਵਿੱਚ ਆਪਾਂ ਹੰਕਾਰ ਧਾਰਦੇ ਹਾਂ, ਜਿਹਦੇ ਕਰਕੇ ਆਪਾਂ ਭਰਮ ਧਾਰਦੇ ਹਾਂ, ਉਹ ਸਾਰੀ ਮਾਇਆ ਹੈ। ਉਹ ਸਾਰੀ ਮਾਇਆ ਹੀ ਮਾਇਆ ਹੈ ਪਰਮੇਸ਼ਰ ਦੀ ਬਣਾਈ ਹੋਈ, ਜਿਹਨੂੰ ਆਪਾਂ ਸੀਤਾ ਕਰਕੇ ਜਾਣੀਏ। ਦ੍ਰਿਸ਼ਟ ਜੋ ਆਵਤ ਸੋ ਸਭ ਠੌਰਾ। ਦੇਖੋ ਉਹੀ ਹੈ ਮਾਇਆ ਜੋ ਸੀਤਾ ਰੂਪ ਹੋ ਕਰਕੇ ਸਾਰੇ ਥਾਵਾਂ ਤੇ ਦਿਖਾਈ ਦੇ ਰਹੀ ਹੈ। ਦੋਹਰਾ ਸੋ ਸੀਤਾ ਸਭ ਜਗ ਭਈ, ਸਤਿਆ ਲੈ ਕਰ ਰਾਮ। ਦੇਖੋ ਸੀਤਾ ਤਾਂ ਉਹ ਮਾਇਆ ਹੈ ਜੋ ਆਪਣਾ ਜਿਉਂਦੇ ਜੀ ਭਰਮ ਕਰਕੇ, ਅਵਿਦਿਆ ਕਰਕੇ ਸੱਚ ਲੱਗਦੀ ਹੈ, ਪਰ ਕਹਿੰਦੇ ਸਤਿਆ ਲੈ ਕਰ ਰਾਮ। ਪਰ ਇਹ ਰਾਮ ਦੀ ਹੀ ਪਾਵਰ ਨੂੰ ਲੈ ਕੇ, ਰਾਮ ਦੀ ਪਰਮੇਸ਼ਰ ਦੀ ਹੀ ਸੱਤਿਆ ਨੂੰ ਲੈ ਕੇ ਮਾਇਆ ਪ੍ਰਗਟ ਹੋਈ ਹੈ। ਇਹ ਮਾਇਆ ਜਿਹੜੀ ਹੈ ਉਦੋਂ ਤੱਕ ਹੈ ਜਦੋਂ ਤੱਕ ਇਹਦੇ ਵਿੱਚ ਪਰਮੇਸ਼ਰ ਦੀ ਸੱਤਿਆ ਪਾਵਰ ਹੈ। ਜਿੱਦਨ ਪਰਮੇਸ਼ਰ ਨੇ ਆਪਣੀ ਸੱਤਿਆ ਖਿੱਚਣੀ ਹੈ, ਮਾਇਆ ਵੀ ਖਤਮ ਹੋ ਜਾਣੀ ਹੈ। ਸੋ ਇਸ ਪ੍ਰਕਾਰ ਕਰਕੇ ਜਿਵੇਂ ਇੱਕ ਟੀਵੀ ਹੈ ਨਾ, ਆਪਾਂ ਉਹਦੇ ਵਿੱਚ ਬਹੁਤ ਸਾਰੀਆਂ ਮੂਵੀਆਂ ਦੇਖ ਸਕਦੇ ਹਾਂ, ਪਰ ਜਿਸ ਵੇਲੇ ਤੁਸੀਂ ਉਹਦੀ ਪਾਵਰ ਕੋਟ ਜਿਹੜਾ ਉਹਦਾ ਪਾਵਰ ਬੰਦ ਕਰ ਦਿਓ, ਉਹ ਟੀਵੀ ਬਿਲਕੁਲ ਬੰਦ ਹੋ ਜਾਣਾ। ਭਾਵੇਂ ਉਹ ਤੁਹਾਨੂੰ ਕਿੰਨਾ ਮਰਜ਼ੀ ਕੁਝ ਦਿਖਾ ਦੇਵੇ, ਪਰ ਉਸੇ ਇਨਸਟੈਂਟ ਦੇ ਵਿੱਚ ਉਹ ਬੰਦ ਹੋ ਜਾਣ ਜਦੋਂ ਪਾਵਰ ਬੰਦ ਹੋ ਗਿਆ। ਇਸੇ ਪ੍ਰਕਾਰ ਪਰਮੇਸ਼ਰ ਮਾਇਆ ਦਾ ਪਾਵਰ ਹੈ। ਮਾਇਆ ਇੱਕ ਟੀਵੀ ਹੈ, ਪਾਵਰ ਜਿਹੜਾ ਪਰਮਾਤਮਾ ਹੈ। ਜਿੱਦਨ ਪਰਮਾਤਮਾ ਨੇ ਆਪਣੀ ਸੱਤਾ ਨੂੰ ਖਿੱਚਣਾ ਹੈ ਤਾਂ ਸਾਰੀ ਦੁਨੀਆ ਖਤਮ ਹੋ ਜਾਂਦੀ ਹੈ। ਉਪਜਾਵਤ ਸਭ ਜਗਤ ਕੋ, ਪੁਨ ਪਾਲਤ ਸੁਖ ਧਾਮ। ਦੇਖੋ ਕਹਿੰਦੇ ਪਰਮੇਸ਼ਰ ਹੀ ਜਗਤ ਨੂੰ ਬਣਾਉਣ ਵਾਲਾ ਹੈ, ਫਿਰ ਉਹੀ ਇਹ ਜਗਤ ਨੂੰ ਪਾਲਦਾ ਹੈ ਪਰਮੇਸ਼ਰ। ਚੌਪਈ ਸੋ ਸੀਤਾ ਪੁਨ ਕਰਤ ਸੰਘਾਰਾ। ਦੇਖੋ ਸੋ ਸੀਤਾ ਪੁਨ ਕਰਤ ਸੰਘਾਰਾ, ਕਹਿੰਦੇ ਫਿਰ ਉਹੀ ਜਿਹੜਾ ਹੈ ਮਾਇਆ ਨੂੰ ਨਾਸ਼ ਕਰ ਦਿੰਦਾ ਹੈ। ਸਤਿਆ ਪਾਏ ਕਰ ਹੈ ਸਭ ਕਾਰਾ। ਦੇਖੋ ਮਾਇਆ ਪਰਮੇਸ਼ਰ ਦੀ ਸੱਤਾ ਪਾਵਰ ਨੂੰ ਪਾ ਕੇ ਸਾਰੇ ਕਾਰਜ ਕਰਦੀ ਹੈ ਜੋ ਆਪਾਂ ਨੂੰ ਸੱਚੀ ਲੱਗਦੀ ਹੈ। ਰਾਮ ਵਿਆਪਕ ਸਭ ਕੇ ਮਾਹੀ। ਪਰ ਦੇਖੋ ਪਰਮੇਸ਼ਰ ਉਹ ਸਾਰਿਆਂ ਦੇ ਵਿੱਚ ਵਿਆਪਕ ਹੈ, ਸਾਰਿਆਂ ਦੇ ਵਿੱਚ ਜੀਵਨ ਰੂਪ ਹੋ ਕੇ ਪਰਮਾਤਮਾ ਆਪ ਹੀ ਵਰਤਦਾ ਹੈ, ਪਰ ਆਪਾਂ ਤਾਂ ਸਿਰਫ ਮਾਇਆ ਦੇ ਵਿੱਚ ਆਪਣਾ ਮੋਹ ਜੋੜਦੇ ਹਾਂ। ਆਪਾਂ ਉਹਨੂੰ ਸਰੀਰ ਕਰਕੇ ਮੰਨ ਲੈਂਦੇ ਹਾਂ, ਉਹਦੀ ਸੱਤਾ ਪਰ ਰਾਮ ਨੂੰ ਨਹੀਂ ਪਹਿਚਾਣਦੇ। ਅਸਲ 'ਚ ਪਰਮਾਤਮਾ ਹੀ ਤਾਂ ਹੈ ਜਿਹਦੇ ਕਰਕੇ ਮਾਇਆ ਹੈ। ਬਿਨ ਵਿਆਪਕ ਕੋ ਘਟ ਨਾਹੀ। ਦੇਖੋ ਬਿਨਾ ਵਿਆਪਕ ਤੋਂ, ਬਿਨਾ ਪਰਮੇਸ਼ਰ ਤੋਂ ਕੋਈ ਵੀ ਨਹੀਂ ਹੈਗਾ, ਕੋਈ ਵੀ ਹਿਰਦਾ ਨਹੀਂ ਐਸਾ ਜਿਹਦੇ ਵਿੱਚ ਪਰਮੇਸ਼ਰ ਨਾ ਹੋਵੇ। ਸਾਰਿਆਂ ਦੇ ਵਿੱਚ ਹੀ ਪਰਮੇਸ਼ਰ ਵਰਤਦਾ ਹੈ ਆਤਮਾ ਸਰੂਪ ਕਰਕੇ। ਜਾਂ ਤੇ ਸੀਤਾ ਹੈ ਜਾਂ ਰਾਮ। ਦੇਖੋ ਹੁਣ ਜੇ ਦੇਖੀਏ ਤਾਂ ਕੀ ਸੀਤਾ ਤੇ ਕੀ ਰਾਮ ਹੈ ਇਹ ਦੁਨੀਆ ਦੇ ਵਿੱਚ। ਮਹਿ ਤੀਸਰ ਕੋ ਚੀਨਹੁ ਨਾਮ। ਹਾਂ ਕੋਈ ਤੀਸਰਾ ਤਾਂ ਹੈ ਨਹੀਂ। ਇੱਕ ਪਰਮੇਸ਼ਰ ਆ, ਇੱਕ ਉਸਦੀ ਮਾਇਆ ਹੈ, ਤੇ ਤੀਸਰਾ ਤਾਂ ਕੋਈ ਹੈ ਨਹੀਂ ਇੱਥੇ ਦੁਨੀਆ ਤੇ। ਤੀਸਰਾ ਕੌਣ ਹੁੰਦਾ? ਆਪਣਾ ਹੰਕਾਰ ਹੁੰਦਾ ਹੈ ਜਿਹਨੂੰ ਆਪਾਂ ਬਣਾ ਲੈਂਦੇ ਹਾਂ। ਮ੍ਰਿਦਲ ਬੈਨ ਸੁਣ ਕੇ ਹਨੂਮਾਨਾ। ਜਦੋਂ ਉਹ ਹਨੂਮਾਨ ਨੇ ਐਸੇ ਗਿਆਨ ਵਾਲੇ ਬਚਨ ਮਿੱਠੇ ਬਚਨਾਂ ਦੁਆਰਾ ਗੁਰੂ ਨਾਨਕ ਸਾਹਿਬ ਤੋਂ ਸੁਣੇ, ਪ੍ਰੇਮ ਮਗਨ ਹਿਰਦੇ ਹਰਖਾਨਾ। ਉਹਨਾਂ ਦੇ ਹਿਰਦੇ ਵਿੱਚ, ਹੁਣ ਹਨੂਮਾਨ ਦੇ ਹਿਰਦੇ ਵਿੱਚ ਸੱਚਾ ਪਰਮੇਸ਼ਰ ਦਾ ਪ੍ਰੇਮ ਜਾਗ ਪਿਆ, ਜਿਹਦੇ ਕਰਕੇ ਉਹਨੂੰ ਬੜਾ ਆਨੰਦ ਆਇਆ, ਖੁਸ਼ੀ ਹੋਈ। ਸਤਿ ਸਤਿ ਤਮ ਗਿਰਾ ਅਲਾਏ। ਹਨੂਮਾਨ ਦਾ ਸਿਰ ਝੁਕ ਗਿਆ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਿਆ, ਸਤ ਸਤ ਹੋ ਤੁਸੀਂ, ਜੋ ਬਚਨ ਤੁਸੀਂ ਕਹੇ ਹੋ। ਆਪਣੇ ਨਿਕਟ ਰੱਖੋ ਰਘੁਰਾਈ। ਹੇ ਰਘੁਰਾਈ ਮੈਨੂੰ ਆਪਣੇ ਕੋਲ ਹੀ ਰੱਖੋ। ਹਨੂਮਾਨ ਕਹਿੰਦਾ ਹੁਣ ਮੈਨੂੰ ਵਿਛੋੜਿਓ ਨਾ ਕਿਤੇ ਵੀ। ਰਾਮ ਵੇਖ ਸ੍ਰੀ ਨਾਨਕ ਕਹਾ। ਉਸ ਵੇਲੇ ਰਾਮ ਦੇ ਭੇਖ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਕਥਾ ਕੀਰਤਨ ਹੋਵਤ ਜਹਾ। ਕਹਿਣਗੇ ਹੇ ਹਨੂਮਾਨ ਜਿੱਥੇ ਵੀ ਪਰਮੇਸ਼ਰ ਦੀ ਕਥਾ ਤੇ ਕੀਰਤਨ ਹੋਵੇ ਉੱਥੇ ਤੂੰ ਜਾਇਆ ਕਰ।
ਤੂੰ ਉੱਥੇ ਸੰਗਤ ਕਰਿਆ ਕਰ। ਦੋਹਰਾ ਤਹਾਂ ਬਸਤ ਹਉ ਮੈਂ ਸਦਾ ਸੁਨਹੁ ਪ੍ਰੀਤ ਕਰ ਜਾਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਰਾਮਚੰਦਰ ਦੇ ਸਰੂਪ ਵਿੱਚ ਕਹਿੰਦੇ ਮੈਂ ਉੱਥੇ ਹੀ ਵਸਦਾ ਹਾਂ ਜਿੱਥੇ ਸਤ ਸੰਗਤ ਹੁੰਦੀ ਹੈ, ਜਿੱਥੇ ਪਰਮੇਸ਼ਰ ਦੀ ਕਥਾ ਕੀਰਤਨ ਹੁੰਦਾ ਹੈ, ਮੇਰਾ ਵਾਸਾ ਵੀ ਤਾਂ ਉੱਥੇ ਹੀ ਹੁੰਦਾ ਹੈ। ਜੇ ਤੂੰ ਮੇਰੇ ਦਰਸ਼ਨ ਕਰਨੇ ਹਨ ਤਾਂ ਉੱਥੇ ਕਰਿਆ ਕਰ ਸਤ ਸੰਗਤ ਦੇ ਵਿੱਚ। ਸੁਣੋ ਪ੍ਰੀਤ ਕਰ ਜਾਏ, ਕਹਿਣਗੇ ਉੱਥੇ ਪ੍ਰੀਤ ਕਰਕੇ ਤੂੰ ਕਥਾ ਕੀਰਤਨ ਸੁਣਿਆ ਕਰ। ਨਿਕਟ ਰਹਿਣ ਫਲ ਹੋਤ ਹੈ ਸਤ ਸੰਗਤ ਮਨ ਲਾਏ। ਦੇਖੋ ਸਾਡੀ ਨਿਕਟ ਰਹਿਣ ਦਾ ਫਲ, ਸਾਡੀ ਨੇੜੇ ਰਹਿਣ ਦਾ ਫਲ ਤੈਨੂੰ ਉਦੋਂ ਮਿਲੇਗਾ ਜਦੋਂ ਤੂੰ ਸਤ ਸੰਗਤ ਵਿੱਚ ਜਾ ਕੇ ਉੱਥੇ ਜਾ ਕੇ ਪ੍ਰੇਮ ਨਾਲ ਕਥਾ ਕੀਰਤਨ ਵਿੱਚ ਮਨ ਜੋੜਿਆ ਕਰੇਗਾ। ਚੌਪੇ ਅਬ ਤੁਮ ਜਾਵੋ ਜਹ ਤੇ ਆਇਓ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਾਮਚੰਦਰ ਦੇ ਸਰੂਪ ਵਿੱਚ ਹਨੂਮਾਨ ਨੂੰ ਕਹਿੰਦੇ ਤੂੰ ਉੱਥੇ ਵਾਪਸ ਹੁਣ ਚਲਿਆ ਜਾ ਜਿੱਥੋਂ ਤੂੰ ਆਇਆ ਸੀ। ਬੰਧਨ ਕਰ ਹਨੂਮਾਨ ਸਿਧਾਇਓ। ਇਹ ਜਿਹੜਾ ਆਦੇਸ਼ ਨੂੰ ਪ੍ਰਾਪਤ ਕਰਕੇ ਹਨੂਮਾਨ ਮੱਥਾ ਟੇਕ ਕੇ ਚਲਿਆ ਗਿਆ। ਹੁਣ ਜਹ ਰਾਵਣ ਕੀ ਚਿਖਾ ਬਿਸਾਲਾ। ਜਿੱਥੇ ਰਾਵਣ ਦੀ ਚਿਖਾ ਬਣੀ ਹੋਈ ਸੀ, ਜਿੱਥੇ ਪਹਿਲਾਂ ਬੈਠਾ ਸੀ ਹਨੂਮਾਨ, ਤਹਾਂ ਜਾਏ ਪਹੁੰਚੋ ਤਤਕਾਲਾ। ਉੱਥੇ ਜਾ ਪਹੁੰਚਿਆ ਉਸੇ ਵੇਲੇ। ਕਥਾ ਕੀਰਤਨ ਜਹ ਜਹ ਹੋਏ। ਫਿਰ ਉੱਥੋਂ ਜਿਹੜਾ ਹੈ ਹਨੂਮਾਨ ਹਮੇਸ਼ਾ ਹੀ ਜਿੱਥੇ ਕਥਾ ਕੀਰਤਨ ਹੁੰਦਾ ਉੱਥੇ ਆਪਣੀ ਬ੍ਰਿਤੀ ਨੂੰ ਜੋੜ ਕਰਕੇ ਸਤ ਸੰਗਤ ਕਰਨ ਲੱਗਿਆ। ਦੂਸਰ ਤਨ ਧਰ ਸੁਨ ਹੈ ਸੋਏ। ਕਹਿਣਗੇ ਕਥਾ ਕੀਰਤਨ ਜਿਹੜਾ ਹੈ ਉਹ ਆਪਣਾ ਦੂਸਰਾ ਸਰੂਪ ਧਾਰਨ ਕਰਕੇ, ਕਿਉਂਕਿ ਹਨੂਮਾਨ ਦੀ ਭਗਤੀ ਵੱਡੀ ਸੀਗੀ, ਇਸ ਕਰਕੇ ਉਹ ਆਪਣਾ ਸੂਖਸ਼ਮ ਸਰੂਪ ਧਾਰਨ ਕਰਕੇ ਕਥਾ ਕੀਰਤਨ ਜਿੱਥੇ ਹੁੰਦੀ ਹੈ ਉੱਥੇ ਜਾ ਕਰਕੇ ਬਹਿੰਦਾ ਹੈ। ਨਿਜ ਸਰੂਪ ਸ੍ਰੀ ਨਾਨਕ ਕੀਨੋ। ਦੇਖੋ ਆਪਣਾ ਨਿਜ ਸਰੂਪ ਗੁਰੂ ਨਾਨਕ ਸਾਹਿਬ ਜੀ ਨੇ ਬਦਲ ਕਰਕੇ ਆਪਣਾ ਸਰੂਪ ਮੁੜ ਕੇ ਪ੍ਰਗਟ ਕਰ ਲਿਆ ਉੱਥੇ ਲੰਕਾ ਦੇ ਵਿੱਚ। ਮੈਂ ਮਰਦਾਨਾ ਭੇਤਿਓ ਤੀਨੋ। ਕਹਿਣਗੇ ਮੈਂ ਤੇ ਜਿਹੜਾ ਹਨ ਭਾਈ ਬਾਲਾ ਜੀ ਕਹਿੰਦੇ ਮੈਂ ਲక్ష్మణ ਬਣਿਆ ਸੀ, ਮੈਂ ਫਿਰ ਬਾਲਾ ਬਣ ਗਿਆ, ਤੇ ਸੀਤਾ ਬਣਿਆ ਹੋਇਆ ਮਰਦਾਨਾ ਫਿਰ ਮਰਦਾਨਾ ਹੋ ਗਿਆ। ਦੋਹਰਾ ਬਿਦਾ ਭੀਖਨ ਤੇ ਭਏ ਚਲੇ ਅਪਰ ਅਸਥਾਨ। ਫਿਰ ਜਿਹੜਾ ਹਨ ਉੱਥੋਂ ਭਪੀਸ਼ਨ ਨੂੰ ਵਿਦਾ ਦੇ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਚਲੇ ਗਏ। ਕਰ ਸੰਤੋਖ ਸਿੰਘ ਬੰਦਨਾ ਪੂਰਨ ਧਿਆਏ ਪਛਾਨ। ਐਸੀ ਕਿਰਪਾ ਐਸੇ ਦਰਸ਼ਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕਰਦਿਆਂ ਹੋਇਆਂ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ, ਸਮਾਪਤੀ ਦਾ ਇਹ ਅਖੀਰਲਾ ਸ਼ਬਦ ਕਹਿੰਦੇ ਹਨ ਕਿ ਮੈਂ ਕਵੀ ਸੰਤੋਖ ਸਿੰਘ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਬੰਦਨਾ ਨਮਸਕਾਰ ਕਰਦਾ ਹਾਂ, ਤੇ ਉਹਨਾਂ ਦੇ ਨਮਸਕਾਰ ਕਰਨ ਦੇ ਨਾਲ ਹੀ ਇਹ ਅਧਿਆਇ ਦੀ ਸਮਾਪਤੀ ਹੈ। ਦੋਹਰਾ ਬਿਦਾ ਭੀਖਨ ਤੇ ਪਏ ਚਲੇ ਅਪਰ ਅਸਥਾਨ। ਕਰ ਸੰਤੋਖ ਸਿੰਘ ਬੰਦਨਾ ਪੂਰਨ ਧਿਆਏ ਪਛਾਨ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਦੇ ਲੰਕਾ ਪ੍ਰਸੰਗ ਵਰਣਨ ਨਾਮ ਅਸ਼ਟ ਦਸਮੋ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।